ਕਰ ਉਹ ਹਰਾਮ ਦਾ ਉਹ ਬਗੈਰਤ ਬਕਵਾਸ ਕਰਨ ਡਿਆ ਗਰੁੱਪ ਦੇ ਵਿੱਚ ਬਹਿ ਕੇ। ਉਹ ਉਹ ਬੱਟ ਨੂੰ ਬੜੀਆਂ ਮਿਰਚਾਂ ਲੱਗਣ ਡੀਆਂ। ਗਰੁੱਪ 'ਚ ਭੌਂਕਣ ਡਿਆ ਕੁੱਤੇ ਤਰ੍ਹਾਂ ਬਕਵਾਸ ਕਰਨ ਡਿਆ। ਤੇ ਕਰੀ ਜਾ ਭੈਣ ਯਕਾ, ਜੋ ਬਕਵਾਸ ਕਰਨਾ ਹੀ ਕਰ ਹਰਾਮ ਦਿਆ, ਜੋ ਭੌਂਕਣਾ ਹੀ ਭੌਂਕ। ਆ ਜਾ, ਤੈਨੂੰ ਆਸਫ ਜਿਹੜਾ ਨਾ ਭੱਟੀ, ਤੈਨੂੰ ਮਿਲਾ ਦਿੰਦੇ ਆ। ਉਹ ਤੇਰੇ ਸਾਹਮਣੇ ਮਿਲਾ ਦਿੰਦੇ ਆ। ਬਗੈਰਤਾ ਤੇਰੀ ਕੁੜੀ ਤੇ ਚੜਿਆ ਨਾ, ਉਹ ਸਾਡਾ ਰਿਸ਼ਤੇਦਾਰ ਹੀ, ਸਾਡਾ ਉਹ ਪਿੰਡ ਦਾ ਹੀ ਲਾਂਤੀ ਸ਼ਖਸਾ, ਭੈਣ ਚੋਦਾ। ਉਹ ਦੱਲੀ ਦਿਆ ਪੁੱਤਰਾ, ਭੈਣ ਨੂੰ ਲੱਲ ਲੈਣਿਆ ਮੀਰ ਸਲੀਮ ਦਿਆ ਬਹਿਨੋਈਆ। ਉਹ ਭੈਣ ਚੋਦਾ ਸ਼ਰਾਬੀਆ ਨਾਸਰ ਬੱਟਾ, ਕੁੱਤੀ ਮਾਂ ਦਿਆ ਪੁੱਤਰਾ। ਉਹ ਹਰਾਮ ਦਿਆ ਸ਼ਰਾਬੀਆ ਨਾਸਰ ਬੱਟ। ਉਹ ਕਿਸੇ ਦਲੀ ਮਾਂ ਦਿਆ ਪੁੱਤਰਾ ਨਾਸਰ ਬੱਟ, ਹਰਾਮ ਦਿਆ। ਉਹ ਸ਼ਰਾਬ ਦੀ ਇਹ ਪੈਦਾਵਾਰ ਏ। ਉਹ ਲਾਹਨਤਾਂ ਤਰ੍ਹਾਂ ਭੌਂਕਦਾ ਰਹਿੰਦਾ, ਲਾਹਨਤੀਆਂ ਤਰ੍ਹਾਂ ਉੱਥੇ ਬਹਿ ਕੇ ਬਰਾਡਾਂ 'ਤੇ। ਭੌਂਕਦਾ ਕਿਉਂ ਹੈ ਬਗੈਰਤਾ? ਕਿਉਂ ਭੌਂਕਣਾ? ਬੜਾ ਭੌਂਕਦਾ ਤੂੰ ਅੱਜ ਕੱਲ੍ਹ। ਤੈਨੂੰ ਨਹੀਂ ਕੋਈ ਮਨਾ ਕਰ ਸਕਦਾ ਬਰਾੜ ਲਾਉਣ ਤੋਂ। ਤੇਰੇ ਜੇ ਨਾਸਰ ਬਣਨ ਨੂੰ ਨਹੀਂ ਕੋਈ ਮਨਾ ਕਰਦਾ। ਤੂੰ ਚਵਲਾ ਮਾਰਨਾ, 24 ਘੰਟੇ ਬੈਠਾ ਰਹਿਣਾ ਉੱਥੇ ਲੋਕਾਂ ਦੀਆਂ ਫੋਟੋਆਂ ਲਾ ਕੇ। ਏਡਾ ਤੂੰ ਰਹਿ ਗਿਆ ਬਦਮਾਸ਼, ਥੜੇ ਦਾ ਬਦਮਾਸ਼। ਗਰੁੱਪਾਂ ਦੇ ਵਿੱਚ ਮੈਸੇਜ ਭਰਨ ਡਿਆ, ਭਰ ਜਾ ਕੇ, ਪਿਓ ਨੂੰ ਵੀ ਭਰ ਜਾ ਕੇ। ਬਰਾਡਾਂ ਬੰਦ ਕਰਾਉਂਦੇ ਫਿਰਦੇ ਨੇ। ਬਰਾਡਾਂ ਬੰਦ ਕਰਾ ਦਿਓ ਜੀ। ਕਿਉਂ ਮੈਂ ਬੰਦ ਕਰਾਂ? ਕਾਹਦੇ ਤੋਂ ਮੈਂ ਬੰਦ ਕਰਾਂ ਵੀ? ਨੂੰ ਤੁਹਾਡੀ ਬੰਦ ਕਰਨ ਦੀ ਕੋਈ ਜ਼ਰੂਰਤ ਨਹੀਂ ਬਰਾੜ ਦੀ। ਉਹ ਅੱਗੇ ਆਟੋ ਤੇ ਲੱਗਾ ਸੀ ਤੇ ਆਪੇ ਚੜੀ ਆਉਂਦੇ ਸਨ, ਤੇ ਹੁਣ ਬਗੈਰ ਤੋਂ ਬਕਵਾਸ ਕਰੋ ਆ ਕੇ। ਇੰਨੇ ਕੁ ਭੋਲੇ ਭਾਲੇ। ਸੁਣੋ ਇੱਕ ਮਿੰਟ, ਤਾਇਰ ਸਾਹਿਬ ਹੁਣ ਠੀਕ ਹੋ ਗਈ ਹੈ ਬਰਾੜ? ਜੀ ਉਹ ਅਮਨ ਨਜ਼ੀਰ ਸਾਹਿਬ ਰੀਸੈਟ ਕੀਤੀ ਹੈ, ਫਿਰ ਠੀਕ ਹੋਈ ਹੈ। ਤੁਸੀਂ ਸੁਣਾਓ ਕੀ ਹਾਲ ਜੇ? ਠੀਕ ਹੋ? ਸ਼ੁਕਰ ਅੱਲਾ ਦਾ। ਤੇ ਉਹ ਮੈਂ ਕਿਹਾ ਉਹ ਜਿਹੜਾ ਆਟੋ ਤੇ ਮੇਰਾ ਖਿਆਲ ਲੱਗ ਗਿਆ ਬੰਦੇ, ਤੇ ਉਹ ਸਾਡੇ ਜਮਾਤ ਦੇ ਬੰਦਿਆਂ ਦੇ ਉੱਤੇ ਚੜ ਜਾਂਦੇ ਜਿਹਨਾਂ, ਫਿਰ ਮਤਲਬ ਇਖਤਲਾਫ ਪੈ ਜਾਂਦੇ ਨੇ। ਤੁਸੀਂ ਇਦਾਂ ਨਾ ਕਰਿਆ ਕਰੋ। ਮੈਂ ਕਿਹਦੇ ਉੱਤੇ ਚੜਿਆ? ਤੁਸੀਂ ਉਹ ਪੋਸਟਰ ਲਾਇਆ, ਮੈਨੂੰ ਦੁੱਖ ਹੋਇਆ, ਮੈਂ ਆ ਕੇ ਲਾਤਾ। ਉਹ ਸਾਰੇ ਬੰਦੇ ਮੇਰੇ ਖਿਲਾਫ ਹੋ ਗਏ ਜੀ। ਅਮਨ ਨਜ਼ੀਰ ਸਾਹਿਬ ਇੰਜ ਕਰਦੇ ਨੇ, ਇਹ ਕਰਦੇ ਨੇ, ਉਹ ਕਰਦੇ ਨੇ।
ਕਮ ਸੇ ਕਮ ਤੁਸੀਂ ਵੀ ਸਾਥ ਕਰਿਆ ਕਰੋ ਨਾ। ਹੁਣ ਕੱਲ ਤੁਸੀਂ ਇੱਕ ਹੋਰ ਬਿਆਨ ਦੇ ਦਿੱਤਾ। ਕਿਹੜੇ ਬਿਆਨ ਦੀ ਗੱਲ ਪੇ ਕਰਦੇ ਹੋ? ਬਿਆਨ ਦੇ ਦਿੱਤਾ ਜੀ ਕੋਈ ਆਪਣੇ ਅਮਨ ਨਜ਼ੀਰ ਸਾਹਿਬ, ਅਗਰ ਦਿਲ 'ਚ ਜਿਗਰਾ ਹੁੰਦਾ ਤੇ ਫਿਰ ਵਿਆਹ ਕਰੋ ਤੇ ਫਿਰ ਗੱਲ ਵੀ ਸੁਣਿਆ ਕਰੋ। ਤੁਸੀਂ ਤੇ ਕਰੋ ਮੈਂ ਇੱਕ ਵੀ ਤੁਹਾਡੀ ਗੱਲ ਸੁਣਾਂਗਾ ਕਰੋ, ਤੇ ਤੁਹਾਡੀ ਮੈਂ ਆਪਣੀ ਗੱਲ ਸੁਣਾਓ। ਕੀਤੀ ਹੈਂ ਉਹਨੂੰ ਜੱਗਾ ਕਿ ਗਾਲਾਂ ਕੱਢਣ ਲੱਗ ਪਵੇ ਤੇ ਉਹਦੀਆਂ ਮੈਂ ਕਿੰਨੀਆਂ ਕੁ ਸੁਣਾਂਗਾ। ਤੁਸੀਂ ਨਹੀਂ, ਕਰੋ। ਉਹਨੂੰ ਮੈਂ ਬਲਾਕ ਕਰਤਾ, ਉਹਨੂੰ ਗਟਰ ਸੁੱਟਤਾ। ਗਾਲਾਂ ਜਿਹੜਾ ਕੱਢਦਾ ਉਹ ਜਮਾਤ ਦੀ ਤਾਲੀਮ ਹੀ ਨਹੀਂ ਹੈ ਕਿ ਕੋਈ ਗਾਲਾਂ ਕੱਢੇ ਤੇ ਉਹਦੀਆਂ ਗਾਲਾਂ ਸੁਣੋ। ਇਹ ਉਦੋਂ ਮੈਂ ਬਰਾੜ ਲਾਈ ਜੀ, ਉਦੋਂ ਤੁਸੀਂ ਜਦੋਂ ਪੋਸਟਰ ਲਾਇਆ ਨਾ ਹਜ਼ਰਤ ਮਸੀਹ ਮੌਤ ਦਾ, ਹੂੰ ਤੇ ਜਾਂ ਉਹ ਨਾਸਰ ਭੱਟ ਦਾ ਲਾਇਆ ਸੀ, ਤੇ ਉਹ ਬਹਿਰੀਨ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੂੰ ਤੇ ਇਹ ਤੁਹਾਡੀ ਤਸਵੀਰ ਜੀ ਵਿਗਾੜ ਕੇ ਬੈਠੇ ਸਨ। ਹੂੰ ਤੇ ਮੈਂ ਜਾ ਕੇ ਬਰਾੜ ਲਾਤੀ ਤੇ ਮੈਂ ਕਿਹਾ ਜੀ ਉਹ ਅਮਨ ਨਜ਼ੀਰ, ਤੁਹਾਨੂੰ ਮੈਂ ਜਾ ਕੇ ਕਿਹਾ, ਤੁਹਾਡੀ ਮੈਂ ਫੇਵਰ 'ਚ ਗੱਲ ਕੀਤੀ ਵੀ ਜੀ ਮੈਂ ਅਮਨ ਨਜ਼ੀਰ ਸਾਹਿਬ ਤੁਹਾਡੇ ਉਹ ਪੋਸਟਰ ਜਿਹੜਾ ਉਸ ਮੈਂ ਲਾਇਆ ਹੂੰ ਤੇ ਚਲੋ ਗੱਲ ਦਾ ਜਿਹੜਾ ਉਲਟ ਮਤਲਬ ਹੋ ਗਿਆ ਜੀ। ਮੈਂ ਉੱਥੇ ਕਿਤੇ ਕਹਿ ਬੈਠਾ ਜੀ ਤੁਹਾਡੀ ਹਮਾਇਤ ਦੇ ਵਿੱਚ ਲਾਇਆ। ਹਮਾਇਤ ਤੋਂ ਮਤਲਬ ਕਹਿਣ ਦਾ ਇਹ ਜ਼ਰੂਰਤ ਸੀ ਵੀ ਤੁਸੀਂ ਉਹ ਪੋਸਟਰ ਲਾਇਆ, ਮੈਂ ਜਾ ਕੇ ਬਰਾੜ ਲਾ ਕੇ ਲਾਤਾ ਤੇ ਮੈਂ ਉਹ ਕੰਡੈਮ ਕੀਤਾ ਵੀ ਉਹ ਫਾਈਟਰ ਕਿਉਂ ਤੁਹਾਡੀਆਂ ਫੋਟੋਆਂ ਲਾਉਂਦਾ, ਕਿਉਂ ਤੁਹਾਡੀਆਂ ਤਸਵੀਰਾਂ ਲਾਉਂਦਾ ਵਿਗਾੜ ਕੇ, ਕਿਸੇ ਦੀ ਵੀ ਨਹੀਂ ਲਾਉਣੀ ਚਾਹੀਦੀ। ਜੀ ਤੇ ਉਹਦੇ ਮਤਲਬ ਕਿ ਤੁਸੀਂ ਰੱਦੇ ਅਮਲ 'ਚ ਮਿਰਜ਼ਾ ਸਾਹਿਬ ਦੀ ਵੀ ਫੋਟੋ ਅਗਰ ਵਿਗਾੜ ਕੇ ਲਾਓਗੇ ਤਾਂ ਉਹ ਸਾਡੇ ਲਈ ਦੁੱਖ ਦਾ ਬਾਇਸ ਹੋਏਗਾ, ਸਾਡੇ ਲਈ ਉਹ ਮਤਲਬ ਕਿ ਦੁੱਖ ਹੋਏਗਾ ਬਹੁਤ ਜ਼ਿਆਦਾ ਨਾ। ਬਿਲਕੁਲ। ਤੇ ਮੈਂ ਆ ਕੇ ਬਰਾੜ ਲਾਤੀ। ਇਹ ਨਾਸਰ ਭੱਟ ਨੇ ਗਰੁੱਪ 'ਚ ਮੈਸੇਜ ਕਰਕੇ ਤੇ ਹਾਈਜੈਕ ਕਰ ਲੈਂਦਾ ਗਰੁੱਪ ਹੀ ਨਾ, ਤੇ ਇਹਨੇ ਬੜਾ ਕੀਤਾ ਜੀ, ਤਵਾ ਸ਼ਵਾ ਬੰਨਿਆ ਇਹ ਉਹ। ਤੇ ਮੈਨੂੰ ਫੋਨ ਆਇਆ ਜੀ ਤੁਸੀਂ ਨਾ ਪੂਰਾ ਮਹੀਨਾ ਤੁਹਾਡੇ ਨੂੰ ਪਹਿਲ ਹੋਈ ਹੈ, ਤੁਸੀਂ ਇੰਝ ਕੀਤਾ, ਇਹ ਕੀਤਾ, ਉਹ ਕੀਤਾ। ਹਾਲਾਂਕਿ ਮੈਂ ਤੇ ਹੱਕ ਸੱਚ ਦੀ ਗੱਲ ਕੀਤੀ ਸੀ। ਮੈਂ ਕਿਹਾ ਅਗਰ ਤੁਸੀਂ ਕਿਸੇ ਦੇ ਅਕਾਬਰੀ ਨੂੰ ਗਲਤ ਕਹੋਗੇ ਤੇ ਅਗਲੇ ਵੀ ਕਹਿਣਗੇ, ਜਾਂ ਤੁਸੀਂ ਕਿਸੇ ਦੀ ਸ਼ਕਲ ਵਿਗਾੜ ਕੇ ਲਾਓਗੇ ਤੇ ਅਗਲੇ ਤੁਹਾਡੇ ਅਕਾਬਰੀਨ ਦੀਆਂ ਫੋਟੋਆਂ ਲਾਣਗੇ। ਕੀ ਇਹ ਗਲਤ ਗੱਲ ਸੀ ਨਾ ਆਪਣੇ ਅਮਨ ਨਜ਼ੀਰ ਸਾਹਿਬ? ਬਿਲਕੁਲ ਗੱਲ ਨਹੀਂ ਸੀ ਇਹ। ਹੈਂ ਗੱਲ ਇਹਦੀ ਤਾਂ ਕੋਈ ਗਲਤੀ ਹੈ ਹੀ ਉਹ ਨਹੀਂ। ਮੈਨੂੰ ਜੀ ਉਹ ਫੋਰਸ ਕੀਤਾ ਗਿਆ ਜੀ, ਤੁਸੀਂ ਜਿਹੜੇ ਜੇ ਨਾ ਗੱਲ ਸਾਡੀ ਅੱਗੇ ਮੰਨ ਲੈਂਦੇ ਜੇ ਹੁਣ ਵੀ ਮੰਨੋ ਤੇ ਮਹੀਨੇ ਲਈ ਨਾ ਤੁਸੀਂ ਬਰਾੜ ਬੰਦ ਕਰ ਦਿਓ, ਕਮ ਸੇ ਕਮ ਮਹੀਨੇ ਲਈ ਨਾ। ਤੇ ਮੈਂ 1 ਮਿੰਟ ਬਾਹਰ ਬੂਹਾ ਖੋਲ੍ਹਾਂ, ਬੱਚੇ ਆਏ ਨੇ ਸਕੂਲੋਂ, ਤੇ ਮੈਂ 1 ਮਿੰਟ ਬੂਹਾ ਖੋਲ੍ਹਣਾ, ਕਰੋ ਤੁਸੀਂ ਗੱਲ। ਕਰੋ। ਮੈਂ ਕਿਹਾ ਵੀ ਇਹ ਤੁਹਾਨੂੰ ਫੋਰਸ ਕੌਣ ਕਰ ਸਕਦਾ? ਕਿਹੜਾ ਬੰਦਾ ਜਿਹੜਾ, ਇੱਕ ਤੇ ਤੁਸੀਂ ਆਪਣੇ ਆਪ ਉੱਤੇ ਇੰਨੇ ਕੁ ਜ਼ਾਬਤੇ ਤੇ ਇੰਨੇ ਕੁ ਕਵਾਨੀਨ ਬਣਵਾਏ ਨੇ, ਐਸੇ ਬੰਦੇ ਨੇ ਜਿਹੜੇ ਤੁਹਾਨੂੰ ਫੋਰਸ ਕਰਦੇ ਨੇ ਤੇ ਤੁਹਾਨੂੰ ਉਹ ਡਿਕਟੇਟ ਕਰਦੇ ਨੇ ਤੇ ਕਹਿੰਦੇ ਨੇ ਵੀ ਤਾਹਿਰ ਸਾਹਿਬ ਮਹੀਨੇ ਬਾਅਦ ਤੇ ਤੁਹਾਡੀ ਬਰਾੜ ਬੰਦ ਹੈ, ਫਲਾਣਿਆਂ ਤੁਹਾਡਾ ਮੁਕਾਤੇ ਹੋ ਗਿਆ, ਫਲਾਣਿਆਂ ਤੁਹਾਡੇ ਨਾਲ ਇੰਝ ਹੋ ਗਿਆ। ਇਹ ਕੀ ਹੈ? ਤੁਸੀਂ ਇਨਸਾਨ ਆਜ਼ਾਦ ਪੈਦਾ ਹੋਏ ਹੋ, ਅੱਲਾਹ ਤਾਲਾ ਤੁਹਾਨੂੰ ਅਸ਼ਰਫੁਲ ਮਖਲੂਕਾਤ ਬਣਾਇਆ ਹੈ, ਤੁਹਾਨੂੰ ਇਹਨਾਂ ਪਾਬੰਦੀਆਂ ਨੂੰ ਮੰਨਣ ਦੀ ਲੋੜ ਕੀ ਹੈ? ਜਿਹੜੇ ਬੰਦੇ ਨਾਲ ਭਾਵੇਂ ਆਪਣੇ ਵੀ ਬੰਦੇ ਨਾਲ ਜ਼ਿਹਨੀ ਹਮਹੰਗੀ ਆਏ, ਤੁਸੀਂ ਉਹਦੇ ਨਾਲ ਰਲ ਕੇ ਕੰਮ ਕਰਦੇ ਹੋ, ਠੀਕ ਹੈ, ਦਾਵਤ ਤੋਂ ਤਬਲੀਗ ਕਰਦੇ। ਜੇ ਨਹੀਂ ਹੈ, ਉਹਦਾ ਆਪਣਾ ਰਾਹ, ਤੁਹਾਡਾ ਆਪਣਾ ਰਾਹ। ਇਹ ਕੀ ਜੇ ਉਹਦੇ ਨਾਲ ਮੇਰੀ ਲੜਾਈ ਹੋ ਗਈ, ਉੱਤੋਂ ਇੱਕ ਆਰਡਰ ਆ ਗਿਆ, ਫਲਾਣਿਆਂ ਤੂੰ ਮਹੀਨੇ ਬਾਅਦ ਤੇ ਬਰਾੜ ਨਹੀਂ ਲਾਣੀ, ਫਲਾਣਿਆਂ ਤੂੰ ਫਲਾਣੀ ਥਾਂ ਪਾਣੀ ਭਰਨ ਨਹੀਂ ਜਾਣਾ, ਇਹ ਕੀ ਹੈ? ਨਹੀਂ ਤੇ ਮੈਂ ਅਮਨ ਨਜ਼ੀਰ ਸਾਹਿਬ ਬਰਾੜ ਅਗਰ ਲਾਨਾ, ਜਮਾਤ ਦੀ ਤਬਲੀਗ ਹੁੰਦੀ ਉੱਥੇ, ਤੇ ਇਹਦੇ 'ਚ ਗਲਤ ਗੱਲ ਹੈ? ਕੋਈ ਗਲਤ ਗੱਲ ਨਹੀਂ ਹੈ। ਤੁਸੀਂ ਬਰਾੜ ਲਾਉਂਦੇ, ਤੁਸੀਂ ਆਪਣੇ ਮਜ਼ਹਬ ਦਾ ਕਰਦੇ ਜੇ ਪ੍ਰਚਾਰ, ਜੋ ਵੀ ਹੈ ਕਰਦੇ ਜੇ, ਤੁਸੀਂ ਆਪਣਾ ਪੈਗਾਮ ਪਹੁੰਚਾਉਂਦੇ ਲੋਕਾਂ ਅੱਗੇ। ਹੈਂ ਜੀ ਠੀਕ ਹੈ, ਤੁਹਾਡਾ ਅਗਰ ਨਾਸਰ ਭੱਟ ਨਾਲ ਕੋਈ ਇਖਤਲਾਫ ਹੈ, ਨਾਸਰ ਭੱਟ ਤੁਸੀਂ WhatsApp ਤੇ ਵੀ ਗੱਲਾਂ ਕਰਦੇ ਜੇ, ਹਰ ਜਗ੍ਹਾ ਗੱਲਾਂ ਕਰਦੇ ਜੇ, ਤੇ ਨਾਸਰ ਭੱਟ ਜਿਹੜਾ ਮਤਲਬ ਕਿ ਤੁਹਾਡੀਆਂ ਤਸਵੀਰਾਂ ਵਿਗਾੜੇ ਲਾਏ, ਮੈਨੂੰ ਇਹਦੇ ਨਾਲ ਕੀ ਲੈਣਾ ਦੇਣਾ? ਮੈਂ ਤੇ ਇੱਕ ਜਮਾਤ ਦੀ ਖਾਤਰ ਹੀ ਕਿਹਾ ਨਾ ਵੀ ਜਮਾਤ ਜਿਹੜੀ ਉਹ ਬਦਨਾਮ ਹੋ ਰਹੀ ਹੈ ਤੇ ਕਿਉਂ ਲਾਉਂਦੇ ਨੇ। ਅੱਗੋਂ ਦੂਸਰੇ ਦੋਸਤ ਜਿਹੜੇ ਤੁਹਾਡੀ ਜਮਾਤ ਦੇ ਨੇ ਉਹ ਵੀ ਫਿਰ ਵਿਗਾੜ ਕੇ ਮਿਰਜ਼ਾ ਸਾਹਿਬ ਦੀਆਂ ਫੋਟੋਆਂ ਲਾਉਂਦੇ ਨੇ। ਹਾਂ, ਉਦੋਂ ਤੁਹਾਨੂੰ ਲੈਣਾ ਦੇਣਾ ਹੋ ਜਾਏਗਾ ਜਦੋਂ ਮੁਸਲਮਾਨ ਵੀ ਮਿਰਜ਼ਾ ਸਾਹਿਬ ਦੀਆਂ ਵਿਗਾੜ ਕੇ ਲਾਣਗੇ। ਹਾਂਜੀ, ਫਿਰ ਤੇ ਤੁਸੀਂ ਆਪਣੇ ਆਪ ਨੂੰ ਪਿੱਛਾ ਨਹੀਂ ਨਾ ਰੱਖ ਸਕਦੇ। ਤੇ ਸਾਡੀ ਬਰਾੜ ਬੰਦ ਕਰਾਉਣ ਦੇ ਤੇ ਅਸਲ ਮੇਨ ਜਿਹੜੇ ਨੇ ਉਹ ਆਪਣੀ ਬਰਾੜ ਚਮਕਾਉਣਾ ਚਾਹੁੰਦੇ ਨੇ। ਮੀਆਂ ਸਾਹਿਬ ਦਾ ਦਿਲ ਕਰਦਾ ਕਿ ਹੋਰ ਕੋਈ ਬਰਾੜ ਲੱਗੇ ਹੀ ਨਾ, ਤੇ ਮੇਰੇ ਕੋਲ ਹੀ ਲੋਕੀ ਆ ਕੇ ਇਕੱਠੇ ਹੋ ਕੇ ਬਹਿਣ ਤੇ ਬਰਾੜ ਵੀ ਮੇਰੀ ਲੱਗੇ ਤੇ ਮੇਰੀ ਚਮਕੇ। ਤੁਹਾਡੇ ਤੇ ਪਾਬੰਦੀ ਕਿਹਨੇ ਲਾਈ ਮਹੀਨੇ ਦੀ? ਚਲੋ ਉਹ ਤੇ ਦੋਸਤ ਹੰਮੇ ਦਾ ਵੀ ਨਾ ਕਹਿ ਹੀ ਲੈਂਦੇ ਨੇ ਨਾ ਵੀ ਤੁਸੀਂ ਨਾ ਬਰਾੜ ਲਾਓ ਤੇ ਇਹ ਕਰੋ ਉਹ ਕਰੋ, ਪਰ ਮੇਰੀ ਆਪਣੀ ਮਰਜ਼ੀ, ਮੈਂ ਕਿਉਂ ਕਿਸੇ ਦੀ ਗੱਲ ਮੰਨਾਂ? ਜ਼ਾਹਿਰ ਇਹ ਕਿ ਮੈਂ ਪਹਿਲਾਂ ਤੁਸੀਂ ਆਜ਼ਾਦ ਹੋ ਕਿ ਤੁਸੀਂ ਕਿਸੇ ਤੇ ਪਾਬੰਦ ਹੋ। ਨਾਲੇ ਮਤਲਬ ਕਿ 2022 ਤੋਂ ਮੈਂ ਬਰਾੜ ਚਲਾ ਰਿਹਾ। ਮੈਂ ਮਤਲਬ ਕਿ ਨਾ ਕੋਈ ਅੱਜ ਤੱਕ ਜਿਹੜੀ ਹੱਕ ਸੱਚ ਦੀ ਗੱਲ ਕੀਤੀ ਹੈ, ਨਾਸਰ ਭੱਟ ਨੇ ਉਦੋਂ ਗਾਲਾਂ ਕੱਢੀਆਂ, ਮੈਂ ਉਹਦੀਆਂ ਸਰੇਆਮ ਸ਼ੋਅ ਕੀਤੀਆਂ ਵੀ ਇਹਨੇ ਗਾਲਾਂ ਕੱਢੀਆਂ, ਹਜੇ ਮੈਂ ਚਲਾਈਆਂ ਨਹੀਂ।
ਜੇ ਅਗਰ ਮੈਂ ਮਤਲਬ ਕਿ ਉਹਦੀਆਂ ਚਲਾਉਣਾ ਚਾਹੁੰਦਾ, ਇੱਥੇ WhatsApp ਤੇ ਗਾਲਾਂ ਰਿਕਾਰਡ ਨੇ, ਉਹ ਚਲਾ ਵੀ ਸਕਦਾ ਸੀ। ਹੂੰ ਤੇ ਫਿਰ ਵੀ ਉਹਦੇ ਬਾਵਜੂਦ ਲੋਕਾਂ ਨੇ, ਦੋਸਤਾਂ ਨੇ ਮਨਾ ਕੀਤਾ, ਮਨਾ ਹੋ ਗਿਆ। ਫਿਰ ਸ਼ੇਖ ਆਦੀ ਨੇ ਬਦਤਮੀਜ਼ੀ ਕੀਤੀ, ਉਹਦੇ ਤੇ ਮੈਂ ਬਰਾੜ ਲਾਈ, ਉਹਨੇ ਬਦਤਮੀਜ਼ੀ ਕੀਤੀ। ਮੀਆਂ ਨੇ ਆਪਣੇ ਸਰਕਾਰੀ ਸਪੀਕਰ ਲਾ ਕੇ ਗਾਲਾਂ ਕੱਢੀਆਂ ਨੇ, ਉਦੋਂ ਜਮਾਤ ਦੀ ਬਦਨਾਮੀ ਨਹੀਂ ਹੋਈ? ਕਿਉਂ ਨਹੀਂ ਹੋਈ? ਉਹ ਕੀ ਜਮਾਤ ਦੀ ਮਤਲਬ ਇੱਜ਼ਤ ਰਹੀ ਉੱਥੇ? ਇਹ ਤਾਂ ਹੀ ਮੇਰੇ ਮੋਬਾਈਲ 'ਚੋਂ ਮਹਿਫੂਜ਼ ਹੈ ਉਹਨਾਂ ਦਾ ਉਹ ਸਪੀਕਰ ਲਾ ਕੇ ਜਿਹੜਾ ਉਹਨਾਂ ਨੇ ਤੇ ਤੁਹਾਨੂੰ ਮੈਂ ਉਦੋਂ ਗੱਲ ਕੀਤੀ ਜਾ ਕੇ ਉੱਥੇ, ਤੇ ਤੁਸੀਂ ਮੈਨੂੰ ਕਿਹਾ ਜੀ ਤੂੰ ਮਤਲਬ ਕਿ ਮੇਰੀ ਹਮਦਰਦੀ ਸੀ ਕਿ ਉਹ ਬਰਾੜ ਲਾਈ, ਤੂੰ ਇੰਜ ਕੀਤਾ, ਇਹ ਕੀਤਾ। ਤੁਸੀਂ ਵੀ ਅਮਨਦੀਪ ਸਾਹਿਬ ਦੋਗਲੀ ਗੱਲ ਕਰਤੀ ਉਦੋਂ। ਹੈ ਮੇਰੀ ਗੱਲ ਸਹੀ ਨਿਕਲੀ ਨਾ? ਤੁਸੀਂ ਮੇਰੀ ਹਮਦਰਦੀ ਨਾ ਆਖੋ, ਤੁਸੀਂ ਆਖੋ ਮੈਂ ਮਸੀਹ ਮੌਤ ਦੀ ਹਮਦਰਦੀ ਚ ਲਾਈ ਹੈ ਬਰਾੜ। ਨਹੀਂ, ਮੈਂ ਤਾਂ ਪੋਸਟਰ ਜਿਹੜਾ ਤੁਸੀਂ ਲਾਇਆ ਸੀ ਉਹ ਲਾ ਕੇ ਸਕਰੀਨਸ਼ਾਟ ਲੈ ਕੇ ਮੈਂ ਲਾਈ ਸੀ ਵੀ ਬਾਅਦ ਆ ਜਾਣ ਸਾਡੇ ਦੋਸਤ ਵੀ ਜਿਹੜੇ ਗੱਲ ਕਰਦੇ ਨੇ। ਫਿਰ ਰਾਜਾ ਸਾਹਿਬ ਨੇ ਫਾਈਟਰ ਨੂੰ ਜਾ ਕੇ ਸਮਝਾਇਆ, ਇਹਨੂੰ ਨਾਸਰ ਬੱਟ ਨੂੰ ਵੀ ਨਾ ਲਾਓ, ਨਾ ਕਰੋ। ਉਹਨਾਂ ਤੋਂ ਲਾਤੀ। ਹੁਣ ਫਿਰ ਉਹ ਭਾਬੀ ਦਿਓ ਨਹੀਂ ਕੇ ਉਹ ਬਣਾ ਕੇ ਉਹਨਾਂ ਲਾਏ ਹੁੰਦੇ ਨੇ। ਤੁਹਾਡੀ ਨਾਸਰ ਬੱਟ ਨੂੰ ਉਹ ਇੱਕ ਜ਼ਿਹਨੀ ਮਰੀਜ਼ ਹੈ, ਉਹ ਜ਼ਿਹਨੀ ਬਿਮਾਰ ਹੈ। ਉਹ ਬੰਦਾ ਜਿਹੜਾ ਉਹ ਠੀਕ ਨਹੀਂ ਹੈ। ਉਹਨੇ ਕਿਸੇ ਦਿਨ ਮਰ ਜਾਣਾ। ਜਿਹਨਾਂ ਨੇ ਕਿਤੇ ਉਹ ਟੈਕਸੀ ਜਿਹੜੀ ਚਲਾਉਂਦਾ ਨਾ, ਉਹਨੇ ਕਿਸੇ ਦੇ ਵਿੱਚ ਮਾਰ ਕੇ ਤੇ ਟਿਕਟੋਕ ਦੇ ਆਰੇ ਲੱਗੇ ਹੋਣਾ ਤੇ ਉਹਨੇ ਮਰ ਖੱਪ ਜਾਣਾ ਕਿਸੇ ਦਿਨ ਨਾ। ਇੰਜ ਹੀ ਲੱਗਦਾ ਰਜੀਵ ਸਾਹਿਬ ਸੁੱਕੀ ਠਾਉਂਦੇ ਹੋ? ਇੰਜ ਹੀ ਲੱਗਦਾ ਜੀ ਪਿਆ ਇਹਨਾਂ ਕਿਰੇ ਮਰ ਜਾਣਾ, ਟੱਕਰ ਮਾਰ ਦੇਣੀ ਨੇ ਟਾਲੀ। ਨਾਲੇ ਅਮਨਦੀਪ ਸਾਹਿਬ ਤੁਸੀਂ ਰਾਤੀ ਇੱਕ ਬਿਆਨ ਦਿੱਤਾ, ਉਹ ਕੀ ਤੁਸੀਂ ਸਹੀ ਮਤਲਬ ਕਿ ਹੋਸ਼ ਵਾਸਤੇ ਦਿੱਤਾ ਕਿ ਵੈਸੇ ਹੀ ਤੁਸੀਂ ਦੇ ਦਿੱਤਾ? ਕਿਹੜਾ ਬਿਆਨ ਦੱਸੋ, ਬਿਆਨ ਸੁਣਾਓ। ਤੁਸੀਂ ਕਿਹਾ ਜੀ ਕੋਈ ਬੰਦਾ ਆਪਣੇ ਵਾਲਦ ਨੂੰ ਕਤਲ ਕਰਕੇ ਤੇ ਉਹਦੇ ਦਿਮਾਗ ਦੇ ਵਿੱਚ ਖੂਨ ਪਾ ਕੇ, ਹੈਂ, ਸਰਾਖ ਕੱਢ ਕੇ ਉਹਦੇ ਦਿਮਾਗ ਦੇ ਵਿੱਚ ਖੂਨ ਪਾ ਕੇ ਪਿਆਲਾ ਭਰ ਕੇ ਪੀਏ ਤੇ ਪੀ ਕੇ ਤੇ ਬਾਅਦ ਵਿੱਚ ਉਹ ਆਪਣੀ ਮਾਂ ਨਾਲ ਜ਼ਨਾਹ ਕਰੇ ਤੇ ਫਿਰ ਉਹ ਮੂਮਨ ਬੰਦਾ ਸਮਝਿਆ ਜਾਂਦਾ। ਇਹ ਮੈਨੂੰ ਤੁਹਾਡੀ ਗੱਲ ਕੋ ਸਮਝ ਨਹੀਂ ਆਈ ਕਿ ਇਹ ਕੀ ਗੱਲ ਹੈ। ਉਹ ਮੈਂ ਨਾ ਕਿਸੇ ਬੰਦੇ ਦੀ ਗੱਲ ਸੁਣਾ ਰਿਹਾ ਸੀ ਕਿ ਫਲਾਂ ਬੰਦੇ ਕੋਲੋਂ ਫਤਵਾ ਤਲਬ ਕੀਤਾ ਗਿਆ ਵੀ ਕਿਆ ਬੰਦਾ ਕੋਈ ਐਸ ਹੱਦ ਤੱਕ ਵੀ ਵੱਡਾ ਜੁਰਮ ਕਰੇ ਜਿੰਨਾ ਮੈਂ ਬਿਆਨ ਕੀਤਾ, ਪਿਓ ਨੂੰ ਕਤਲ ਕਰਨਾ, ਫਿਰ ਉਹਦੀ ਖੋਪੜੀ ਸ਼ਰਾਬ ਪਾ ਕੇ ਫਿਰ ਮਾਂ ਨਾਲ ਬੁਰਾਈ ਕਰਨੀ, ਤੇ ਉਹਦੇ ਬਾਅਦ ਕਿਆ ਐਡਾ ਜੁਰਮ ਕਰਨ ਤੋਂ ਬਾਅਦ ਬੰਦਾ ਕਾਫਰ ਹੋ ਜਾਂਦਾ ਹੈ। ਉਹਨਾਂ ਨੇ ਫਤਵਾ ਇਹ ਦਿੱਤਾ ਹੈ ਕਿ ਜਿਹੜਾ ਕੁਫਰ ਹੈ ਨਾ, ਇਹ ਈਮਾਨ ਦੀ ਜ਼ਿੱਦ ਹੈ, ਯਾਨੀ ਉਲਟ ਹੈ। ਜਦੋਂ ਬੰਦਾ ਈਮਾਨ ਦਾ ਇਨਕਾਰ ਕਰਦਾ ਹੈ ਨਾ, ਤੇ ਬੰਦਾ ਕਾਫਰ ਉਦੋਂ ਹੁੰਦਾ ਹੈ ਜਦੋਂ ਉਹ ਈਮਾਨਿਆਤ ਦਾ ਕੁਫਰ ਕਰਦਾ, ਨਾ ਕਿ ਬੁਰਾਈ, ਜੁਰਮ, ਜ਼ੁਲਮ, ਕਤਲ, ਸ਼ਰਾਬ, ਜ਼ਨਾ ਵਗੈਰਾ। ਇਹਦੇ ਨਾਲ ਬੰਦਾ ਕਾਫਰ ਨਹੀਂ ਹੁੰਦਾ। ਭਾਵੇਂ ਬੰਦਾ ਦਿਹਾੜੀ 'ਚ 100 ਕਤਲ ਕਰ ਸੜੇ ਤਾਂ ਵੀ ਕਾਫਰ ਹੋਣਾ ਤਾਂ ਹੀ ਉਹਦੇ ਤੇ ਸਰਜ਼ਦ ਹੁੰਦਾ ਹੈ ਫਤਵਾ ਜਦੋਂ ਉਹਨੇ ਕੁਫਰ ਕੀਤਾ ਹੋਵੇ, ਯਾਨੀ ਕੁਰਾਨ ਦਾ ਇਨਕਾਰ ਕਰੇ, ਨਬੀ ਪਾਕ ਦਾ ਇਨਕਾਰ ਕਰੇ, ਜਾਂ ਪਿਛਲੇ ਨਬੀਆਂ ਦਾ ਇਨਕਾਰ ਕਰੇ, ਜਾਂ ਫਰਿਸ਼ਤਿਆਂ ਦਾ ਇਨਕਾਰ ਕਰੇ, ਜਾਂ ਅੱਲਾ ਦਾ ਇਨਕਾਰ ਕਰੇ, ਜਾਂ ਯੌਮੁਲ ਆਖਰਾ ਦਾ ਇਨਕਾਰ। ਇਹ ਨੇ ਈਮਾਨਿਆਤ। ਇਹਨਾਂ ਦਾ ਇਨਕਾਰ ਕਰੇਗਾ ਤੇ ਕੁਫਰ ਹੋਏਗਾ। ਬਾਕੀ ਜਿਹੜੇ ਜੁਰਮ ਦੁਨੀਆ ਦੇ ਹੁੰਦੇ ਨੇ, ਇਹਨਾਂ ਦੀ ਸਜ਼ਾ ਆਪਣੀ ਜਗ੍ਹਾ ਮੌਜੂਦ ਹੈ। ਕਤਲ ਕਰੇਗਾ, ਬਦਲੇ 'ਚ ਕਤਲ ਹੋਵੇਗਾ, ਕਿਆਮਤ ਵਾਲੇ ਦਿਨ ਵੀ ਉਹਨੂੰ ਪੁੱਛਿਆ ਜਾਏਗਾ। ਲੇਕਿਨ ਕੁਫਰ ਹੋਰ ਚੀਜ਼ ਹੈ ਤੇ ਗੁਨਾਹ ਹੋਰ ਚੀਜ਼। ਇਹ ਮੈਂ ਗੱਲ ਕਰੀ। ਮਤਲਬ ਕਿ ਉਹ ਤੁਹਾਡਾ ਜਿਹੜਾ ਬਿਆਨ ਸੀ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਮਤਲਬ ਕਿ ਹੋਰ ਲਿਹਾਜ਼ ਨਾ ਕੀਤਾ ਗਿਆ। ਤੁਸੀਂ ਇਹ ਨਹੀਂ ਸੀ ਕਹਿਣਾ ਚਾਹੁੰਦੇ? ਤੁਹਾਡੇ ਗਰੁੱਪ 'ਚ ਪੇਸ਼ ਕੀਤਾ ਗਿਆ? ਨਹੀਂ, ਲਾਈਵ ਤੇ ਗੱਲ ਹੁੰਦੀ ਹੈ, ਲਾਈਵ ਤੇ ਗੱਲ ਹੁੰਦੀ। ਇਹਦੀ ਲਾਈਵ ਤੇ ਮੈਂ ਨਹੀਂ ਸੁਣੀ ਗੱਲ। ਰਾਤੀ ਇੱਕ ਲਾਈਵ ਤੇ ਗੱਲ ਹੋਈ, ਅੱਜ ਫਿਰ ਕਿਸੇ ਲਾਈਵ ਤੇ ਗੱਲ ਹੋਈ ਹੈ। ਓਪਨ ਆਈ ਦੀ ਤੇ ਅੱਜ ਸ਼ਾਇਦ ਹੋਈ ਹੈ ਗੱਲ। ਅੱਛਾ। ਕਿ ਮੈਂ ਚਾਹੁੰਦਾ ਸੀ ਕਿ ਅਮਨਦੀਪ ਸਾਹਿਬ ਕੋ ਚਲੋ ਇੱਥੇ ਕਲੀਅਰ ਹੋ ਜਾਏ ਵੀ ਉਹਨਾਂ ਨੇ ਅਸਲ ਗੱਲ ਕੀ ਕੀਤੀ ਹੈ। ਕਲੀਅਰ ਹੋ ਗਈ ਨਾ ਹੁਣ? ਹਾਂਜੀ, ਕਲੀਅਰ ਹੋ ਗਈ ਬਿਲਕੁਲ। ਇੰਨੀ ਗੱਲ ਛੜੀ ਵੀ ਕੁਫਰ ਹੋਰ ਚੀਜ਼ ਹੈ, ਜੁਰਮ ਗੁਨਾਹ ਹੋਰ ਚੀਜ਼ ਹੈ। ਠੀਕ। ਗੁਨਾਹਗਾਰ ਬੰਦਾ ਹੋ ਸਕਦਾ ਹੈ, ਉਹਦੇ ਬਾਵਜੂਦ, ਮੁਸਲਮਾਨ ਹੋਣ ਦੇ ਬਾਵਜੂਦ ਉਹ ਗੁਨਾਹਗਾਰ ਹੋ ਸਕਦਾ ਹੈ। ਜਿਸ ਤਰ੍ਹਾਂ ਉਹ ਸ਼ਰਾਬ ਪੀਂਦਾ ਤੇ ਗੁਨਾਹਗਾਰ ਹੈ, ਕਤਲ ਕਰਦਾ ਤੇ ਗੁਨਾਹਗਾਰ ਹੈ, ਗੁਨਾਹ ਕਰਦਾ ਤੇ ਗੁਨਾਹਗਾਰ ਹੈ, ਜੂਆ ਖੇਡਦਾ ਤੇ ਗੁਨਾਹਗਾਰ, ਹਰਾਮ ਖਾਂਦਾ, ਸੂਅਰ ਦਾ ਗੋਸ਼ਤ ਖਾਂਦਾ ਤੇ ਗੁਨਾਹਗਾਰ ਹੈ। ਲੇਕਿਨ ਕਾਫਰ ਉਦੋਂ ਹੁੰਦਾ ਜਦੋਂ ਉਹ ਕੁਫਰ ਕਰਦਾ, ਇਨਕਾਰ ਕਰਦਾ, ਈਮਾਨਿਆਤ ਦਾ ਇਨਕਾਰ ਕਰਦਾ, ਉਦੋਂ ਕਾਫਰ ਹੁੰਦਾ। ਤੇ ਫਿਰ ਇਹ ਵੀ ਤੁਸੀਂ ਬੜਾ ਅੱਜ ਕੱਲ੍ਹ ਮਸਲਾ ਉਠਾ ਰਹੇ ਜੇ ਮੁਹੰਮਦੀ ਬੇਗਮ ਦਾ, ਉਹਦੇ ਤੇ ਵੀ ਅਗਰ ਤਾਂ ਤੁਸੀਂ ਕੋਈ ਤਫਸੀਲਨ ਕੋਈ ਗੱਲ ਕਰ ਦਿਓ ਤੇ ਚਲੋ ਸਾਨੂੰ ਵੀ ਪਤਾ ਲੱਗ ਜਾਏ ਕਿ ਮਤਲਬ ਕਿ ਮਿਰਜ਼ਾ ਸਾਹਿਬ ਨੇ ਕਿਹੜਾ ਲਾਲਚ ਦਿੱਤਾ ਸੀ ਮੁਹੰਮਦੀ ਬੇਗਮ ਦੇ ਖਾਨਦਾਨ ਨੂੰ ਕਿ ਉਹਨਾਂ ਨੇ ਮਤਲਬ ਕਿ ਉਹ ਲਾਲਚ ਦੇ ਨਾਲ ਵੀ ਉਹਨਾਂ ਨੇ ਇਨਕਾਰ ਕਰਤਾ ਤੇ ਬਾਹਰ ਲਾਲਚ ਵੀ ਨਹੀਂ ਉਹਨਾਂ ਲਿਆ, ਮੰਨਿਆ। ਤੇ ਅਗਰ ਕਿਸੇ ਨੂੰ ਲਾਲਚ ਦਿੱਤਾ ਜਾਏ ਤੇ ਉਹ ਤੇ ਬੰਦਾ ਮੰਨ ਲੈਂਦਾ। ਤੇ ਉਹ ਮਤਲਬ ਕਿ ਕੋਈ ਪੇਸ਼ਗੋਈ ਪੂਰੀ ਹੋਈ ਕਿ ਨਹੀਂ ਹੋਈ,
ਕਿ ਹਜ਼ੂਰ ਨੇ ਵੀ ਉਮੇ ਜਵੇਰੀਆ ਜਿਹੜੇ ਉਹਨਾਂ ਦਾ ਹਦੀਆ ਅਦਾ ਕੀਤਾ ਸੀ ਹਾਂਜੀ ਤੇ ਉਹਨਾਂ ਨੂੰ ਆਪਣੇ ਨਿਕਾਹ 'ਚ ਲਿਆ ਸੀ। ਉਹਨਾਂ ਨੇ ਰਿਕਵੈਸਟ ਭੇਜੀ ਸੀ ਕਿ ਉਹ ਨਿਕਾਹ ਹੋ ਗਿਆ ਉਹਨਾਂ ਦਾ ਨਾ। ਹਾਂਜੀ ਹਾਂਜੀ ਤੇ ਗੱਲ ਇਹ ਮੇਰੀ ਸੁਣ ਲਓ, ਫਿਰ ਤੁਸੀਂ ਜਵਾਬ ਦਿਓ। ਠੀਕ ਤੇ ਮਿਰਜ਼ਾ ਸਾਹਿਬ ਵੀ ਆਖਰ ਉਹ ਗਏ ਸਨ, ਉਹਨਾਂ ਨੇ ਕਾਗਜ਼ਾਤ ਤੇ ਕੋਈ ਸਾਈਨ ਕਰਾਣੇ ਸਨ ਤੇ ਉਹ ਮਤਲਬ ਕਿ ਉਹਨਾਂ ਕਿਹਾ ਜੀ ਮੈਂ ਘਰ ਦਾ ਚਿੱਲਾ ਕੱਟਣਾ, ਵਾਪਸ ਆ ਗਏ। ਫਿਰ ਗਏ, ਉਹਨਾਂ ਨੇ ਮਹਮਦੀ ਬੇਗਮ ਦਾ ਰਿਸ਼ਤਾ ਮੰਗਿਆ ਤੇ ਰਿਸ਼ਤਾ ਚਲੋ ਨਹੀਂ ਹੋਇਆ ਉਹ। ਤੇ ਉਹਦੇ ਬਾਅਦ ਮਹਮਦੀ ਬੇਗਮ ਦਾ ਅੱਜ ਤੱਕ 250 ਬੰਦਾ ਖਾਨਦਾਨ ਦਾ ਜਿਹੜਾ ਅਹਿਮਦੀ ਹੋ ਚੁੱਕੇ ਨੇ ਤੇ ਸਕਾ ਭਾਈ ਵੀ ਉਹਨਾਂ ਦਾ ਅਹਿਮਦੀ ਹੋ ਚੁੱਕਿਆ ਸੀ। ਮਹਮਦੀ ਬੇਗਮ ਦੀ ਵਾਲਦਾ ਦੀ ਕਬਰ ਕਾਦੀਆਨ ਦੇ ਵਿੱਚ ਮੌਜੂਦ ਹੈ ਇਸ ਟਾਈਮ ਵੀ। ਅਗਰ ਤੁਸੀਂ ਕਤਬਾ ਨੰਬਰ ਚਾਹੋ ਜਾਂ ਕੁਛ ਵੀ ਚਾਹੋ ਤੇ ਤੁਸੀਂ ਵੇਖ ਸਕਦੇ ਜੇ। ਤੇ ਫਿਰ ਉਹਨਾਂ ਦੀ ਕੋਈ ਉਮਰ ਦਾ ਵੀ ਇਸ਼ੂ ਹੈ, ਉਮਰ ਦੀ ਵੀ ਕੋਈ ਮਿਸਾਲ ਮਿਲਦੀ ਹੈ ਹਜ਼ਰਤ ਉਮਰ ਦੇ, ਉਹ ਜਿਹੜੇ ਨੇ ਉਹਨਾਂ ਦੀ ਬੇਟੀ ਦੇ ਨਾਲ ਕਿ ਕੀ ਉਹ ਵੀ ਉਮਰ ਦੀ ਮਿਸਾਲ ਮਿਲਦੀ ਹੈ ਇੱਕ। ਤੇ ਕੀ ਤੁਹਾਡਾ ਖਿਆਲ ਹੈ, ਤੁਸੀਂ ਮਹਮਦੀ ਬੇਗਮ ਦਾ ਐਡਾ ਇਸ਼ੂ ਜਿਹੜਾ ਕਿਉਂ ਛਾਲ ਰਹੇ ਜੇ ਬਾਰ-ਬਾਰ? ਮੈਂ ਦੱਸਣਾ, ਪਹਿਲੀ ਗੱਲ ਤੇ ਇਹ ਕਿ ਅਠਵਾਲ ਸਾਹਿਬ ਜਿਹੜੀ ਤੁਸੀਂ ਗੱਲ ਅੱਗੇ ਸ਼ੁਰੂ ਕੀਤੀ ਹੈ ਨਾ, ਕਿ ਜਦੋਂ ਤੁਹਾਡੇ ਬੰਦੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਤਰਫ ਬਿਲ ਖਸੂਸ ਜਾਂ ਸਾਡੇ ਬੰਦਿਆਂ ਦੀ ਤਰਫ ਬਿਲ ਅਮੂਮ ਕੋਈ ਐਸੀ ਗੱਲ ਮਨਸੂਬ ਕਰਨਗੇ ਜਿਹੜੀ ਨਜਾਇਜ਼ ਹੋਵੇਗੀ ਤੇ ਲਾ ਮਹੱਲਾ ਸਾਡੀ ਤਰਫੋਂ ਉਹਦੇ ਤੇ ਰਿਐਕਸ਼ਨ ਆਵੇਗਾ। ਗੱਲ ਇਹ ਹੈ ਕਿ ਨਜ਼ੀਰ ਇਹ ਆਇਆ ਸੀ ਸਾਡੀ ਬਰਾੜ ਤੇ, ਉਹਨੇ ਆਮਦੇ ਆਖਿਆ ਤੁਸੀਂ 72 ਜਨਮੀ ਹੋ ਤੇ ਅਸੀਂ ਜਨਤੀ ਹਾਂ ਤੇ ਇਹ ਤੁਸੀਂ ਦੋਜ਼ਖੀ 72 ਜਿਹੜੇ ਹੋ ਤੁਸੀਂ ਆਏ ਤੇ ਉਹ। ਤੇ ਉਹਨੂੰ ਮੈਂ ਮਾਈਕ ਲਾ ਕੇ ਤੇ ਥੋੜਾ ਜਿਹਾ ਨਾ ਦੱਸਿਆ ਵੀ ਅਸਲ ਤੁਸੀਂ ਜਿਨ੍ਹਾਂ ਦੇ ਪੈਰੋਕਾਰ ਹੋ ਉਹਨਾਂ ਨੇ ਇੱਕ ਤਾਂ ਤੁਹਾਡਾ ਫੇਵਰਟ ਮਾਈਕ ਬੜਾ ਫੇਵਰਟ, ਤੁਸੀਂ ਬੜੀ ਛੇਤੀ ਲਾ ਲੈਂਦੇ ਜੇ। ਉਹ ਅਸਲ ਨਜ਼ੀਰ ਵੀ ਬੜਾ ਰੋਲਾ ਪਾਉਂਦਾ ਨਾ, ਜਦੋਂ ਬੰਦਾ ਰੋਲਾ ਪਾਉਂਦਾ ਤੇ ਨਜ਼ੀਰ ਨੇ ਰੋਲਾ ਪਾਇਆ, ਸੁਣਦਾ ਨਹੀਂ ਸੀ। ਮੈਂ ਵੀ ਮਾਈਕ ਉੱਚਾ ਕਰ ਲਿਆ ਤੇ ਮੈਂ ਉਹਨੂੰ ਉਹ ਮਹਮਦੀ ਬੇਗਮ ਵਾਲੀ ਗੱਲ ਕੀਤੀ। ਇਹਨਾਂ ਨੇ ਇਹ ਫੇਵਰਟ 49 ਨੇ ਮੀਆਂ ਸਾਹਿਬ ਨੇ ਆ ਕੇ ਤੇ ਉਹਨਾਂ ਦੀ ਬਰਾੜ ਤੇ 1122 ਜੀ ਮੈਂ ਵੀ ਉੱਥੇ ਬੈਠਾ ਸੀ ਉਦੋਂ, ਹਵਾਲਾ ਦਿੱਤਾ ਸੀ ਉਹਨਾਂ ਨੇ। ਹਜ਼ਰਤ ਜਵੇਰੀਆ ਰਜ਼ੀ ਅੱਲਾਹ ਤਾਲਾ ਅਨਹਾ ਦੀ ਜਿਹੜੀ ਗੱਲ ਕੀਤੀ ਉਹਦੇ ਨਾਲ ਕੋਈ ਮੁਤਾਬਕਤ ਬਣਦੀ ਨਹੀਂ ਸੀ ਬਿਲਕੁਲ। ਤੁਹਾਡੇ ਆਪਣੇ ਬੰਦਿਆਂ ਨੇ ਵੀ ਕਿਹਾ, ਲੇਕਿਨ ਜਦੋਂ ਹਦੀਸ ਵੀ ਪੜ੍ਹੋ ਉਹਦੇ 'ਚ ਕੋਈ, ਮੈਂ ਸਿਰਫ ਜਿਹੜੀ ਗੱਲ ਕੀਤੀ ਹੈ ਮਹਮਦੀ ਬੇਗਮ ਦੇ ਬਾਰੇ ਉਹ ਉਹੋ ਹੀ ਕੀਤੀ ਹੈ ਜਿਹੜੀਆਂ ਗੱਲਾਂ ਮਿਰਜ਼ਾ ਸਾਹਿਬ ਨੇ ਆਪਣੇ ਹੱਥ ਨਾਲ ਆਪਣੀਆਂ ਕਿਤਾਬਾਂ ਦੇ ਵਿੱਚ ਲਿਖੀਆਂ ਨੇ। ਮਸਲਨ ਆਇਨਾ ਕਮਾਲਤ ਇਸਲਾਮ ਦੇ ਵਿੱਚ ਇਹ ਗੱਲ ਮਿਰਜ਼ਾ ਸਾਹਿਬ ਨੇ ਖੁਦ ਲਿਖੀ ਕਿ ਮੇਰੇ ਕੋਲ ਆਇਆ ਸੀ ਅਹਿਮਦ ਬੇਗ, ਰੋਂਦਾ ਆਇਆ ਸੀ, ਜਿਸਮ ਉਹਦਾ ਕੰਬਦਾ ਸੀ ਪਿਆ, ਅਥਰੂ ਉਹਦੇ ਡਿੱਗਦੇ ਸੀ ਪਏ ਤੇ ਰੋ ਰੋ ਕੇ ਕਹਿ ਰਿਹਾ ਸੀ, ਆਪਣੀ ਗੁਰਬਤ ਦਾ ਰੋਣਾ ਰੋ ਰਿਹਾ ਸੀ ਕਿ ਮੈਂ ਬੜਾ ਮਜਬੂਰ ਹਾਂ ਉਸ ਜ਼ਮੀਨ ਦੇ ਹੱਥੋਂ ਜਿਹੜੀ ਜ਼ਮੀਨ ਮੈਂ ਮੇਰੇ ਬੱਚੇ ਨੂੰ ਦੇਣੀ ਚਾਹੁੰਦੀ ਮੇਰੀ ਭੈਣ, ਤੇ ਤੁਹਾਡੇ ਦਸਤਖਤ ਦੀ ਜ਼ਰੂਰਤ ਹੈ ਕਿਉਂਕਿ ਮੇਰੀ ਭੈਣ ਤੁਹਾਡੇ ਚਾਚੇ ਦੇ ਪੁੱਤਰ ਨਾਲ ਵਿਆਹੀ ਸੀ ਤੇ ਉਹ ਗੁਲਾਮ ਹੁਸੈਨ ਮਰ ਗਿਆ ਜਾਂ ਘਰੋਂ ਗਿਆ ਤੇ ਵਾਪਸ ਨਹੀਂ ਆਇਆ ਤੇ ਤੁਸੀਂ ਦਸਤਖਤ ਕਰ ਦਿਓ। ਮਿਰਜ਼ਾ ਸਾਹਿਬ ਨੇ ਆਖਿਆ ਵੀ ਇਹ ਸ਼ਰਤ ਤੇ ਦਸਤਖਤ ਕਰਕੇ ਦਿਆਂਗਾ ਕਿ ਤੂੰ ਮੈਨੂੰ ਆਪਣੀ ਵੱਡੀ ਬੇਟੀ ਦਾ ਰਿਸ਼ਤਾ ਦੇ। ਇਹ ਗੱਲ ਮਿਰਜ਼ਾ ਸਾਹਿਬ ਨੇ ਲਿਖੀ ਹੈ, ਮੈਂ ਤੇ ਕੋਲੋਂ ਕੋਈ ਗੱਲ ਨਹੀਂ ਬਿਆਨ ਕੀਤੀ ਹੈ। ਇਹ ਮੈਂ ਤਾਂ ਬਿਆਨ ਕੀਤੀ ਹੈ ਜਿਸ ਵੇਲੇ ਮੀਆਂ ਸਾਹਿਬ ਨੇ ਆ ਕੇ ਹਜ਼ਰਤ ਜਵੇਰੀਆ ਦੇ ਬਾਰੇ ਨਜਾਇਜ਼ ਤੁਸੀਂ ਕੋਈ ਦਾ ਰੈਫਰੈਂਸ ਨੰਬਰ ਜਾਂ ਹਵਾਲਾ ਨੰਬਰ ਦੇ ਸਕਦੇ ਜੇ ਮੈਨੂੰ, ਜਾਂ WhatsApp 'ਚ ਭੇਜ ਸਕਦੇ ਜੇ? ਹਾਂਜੀ, ਆਇਨਾ ਕਮਾਲਤ ਇਸਲਾਮ ਦੇ ਵਿੱਚ ਮੈਂ ਤੁਹਾਨੂੰ ਸਕੈਨ ਕਰ ਦਿਆਂਗਾ, ਮੈਂ ਉਹਦੇ ਤੋਂ ਪੜ੍ਹ ਕੇ ਸਾਰੀ ਗੱਲ ਸੁਣਾਈ। ਠੀਕ ਹੈ। ਹਾਂਜੀ, ਆਇਨਾ ਕਮਾਲਤ ਇਸਲਾਮ ਦਾਫਿਲ ਵਸਾਵਸੇ ਦਾ ਨਾਂ ਸੀ ਦੂਜਾ। ਇਹਦਾ ਕੁਝ ਹਿੱਸਾ ਅਰਬੀ ਵਿੱਚ, ਕੁਝ ਉਰਦੂ 'ਚ, ਕੁਝ ਗੱਲਾਂ ਉਹਨਾਂ ਅਰਬੀ 'ਚ ਲਿਖੀਆਂ ਨੇ। ਉਹ ਮੈਂ ਪਰਸੋਂ ਸੈਣੀ ਸਾਹਿਬ ਦੀ ਬਰਾੜ ਤੇ 2.5 ਘੰਟੇ ਦੀ ਵੀਡੀਓ ਬਣੀ ਹੈ ਤੇ ਉਹ ਬਾਬਰ ਭਾਈ ਦੇ ਚੈਨਲ ਦੇ ਉੱਤੇ ਚੜੀ ਹੈ। ਉਹ ਤੁਸੀਂ ਅੱਛਾ ਬਾਬਰ ਮੈਂ ਤਾਂ ਨਹੀਂ ਵੇਖ ਰਿਹਾ। ਤੁਹਾਡੀ ਕੋਈ ਬਹਿਸ ਕਾਸ਼ਫ ਸਾਹਿਬ ਨਾਲ ਵੀ ਹੋਈ ਹੈ ਇਸ ਮਾਮਲੇ? ਉਹਨਾਂ ਦੀ ਗੱਲ ਕਰ, ਕਾਸ਼ਫ ਸਾਹਿਬ ਨਾਲ ਹੁਸੈਨੀ ਸਾਹਿਬ ਦੀ ਬਰਾੜ ਦੇ ਉੱਤੇ 2.5 ਘੰਟੇ ਬਹਿਸ ਹੋਈ ਹੈ। ਠੀਕ। ਤੇ ਉਹਨਾਂ ਨੂੰ ਮੈਂ ਆਖਿਆ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਪਏ ਹੋ। ਮਿਰਜ਼ਾ ਆਂਦੇ ਅਮਨ ਜੀ ਸਾਹਿਬ ਕੋਈ ਜਵਾਬ ਨਹੀਂ ਸਨ ਦੇ ਰਹੇ, ਮਾਈਕ ਬੰਦ ਕਰਕੇ ਬੈਠੇ ਸਨ ਦੋਸਤਾਂ ਨੇ, ਜਿੱਥੋਂ ਤੱਕ ਮੈਨੂੰ ਪਤਾ ਲੱਗਾ। ਪਹਿਲੇ 40-45 ਮਿੰਟ ਮੈਂ ਮਾਈਕ ਨਹੀਂ ਖੋਲਿਆ। ਮੈਂ ਉਹਨਾਂ ਨੂੰ ਆਖਿਆ ਵੀ ਜਿੰਨੀ ਵੀ ਇਹ ਗੱਲ ਕਰਦੇ ਨੇ ਇਹਨਾਂ ਨੂੰ ਕਰਨ ਦਿਓ। 40-45 ਮਿੰਟ ਵਾਕਈ ਮੈਂ ਨਹੀਂ ਬੋਲਿਆ ਜਿਸ ਵੇਲੇ ਉਹਨਾਂ ਗੱਲ ਸ਼ੁਰੂ ਕੀਤੀ ਹੈ। ਹੁਸੈਨੀ ਸਾਹਿਬ ਵੀ ਉਹਨਾਂ ਨਾਲ ਗੱਲ ਕਰਦੇ ਰਹੇ ਨੇ। ਜਿਸ ਵੇਲੇ ਮੈਂ ਫਿਰ ਗੱਲ ਸ਼ੁਰੂ ਕੀਤੀ ਹੈ ਨਾ, ਤੇ ਫਿਰ ਜੋ ਕੋਈ ਉਹਨਾਂ ਦੇ ਹਾਲਾਤ ਹੋਏ ਨੇ ਕਾਸ਼ਫ ਸਾਹਿਬ ਦੇ, ਉਹ ਇਹ ਸਨ ਕਿ ਉਹ ਥੱਲਿਓਂ ਆ ਕੇ ਨਾ ਬੰਬਾਸਟਿਕ ਨੇ। ਉਹਨੇ ਆਖਿਆ ਤੂੰ ਦਫਾ ਹੋ ਜਾ, ਹੋ ਗਈ ਤੇਰੀ ਤਬਲੀਗ, ਨਿਕਲ ਜਾ, ਤੂੰ ਨਿਕਲ ਜਾ, ਦਫਾ ਹੋ ਜਾ। ਤੇ ਉਹ ਆਂਦਾ ਸੀ ਚੱਲ ਖਮੋਸ਼ ਉੱਲੂ ਦੇ ਪੱਟਿਆ, ਤੂੰ ਖਮੋਸ਼। ਜੀ ਮੈਂ ਤੇ ਇਹਦੇ ਤੇ ਤਾਂ ਨਹੀਂ ਬਹਿਸ ਕਰ ਸਕਦਾ ਕਿ ਮੈਂ ਉਹ ਸੁਣੀ ਨਹੀਂ ਨਾ। ਅਗਰ ਮੈਂ ਸੁਣੀ ਹੁੰਦੀ ਤੇ ਚਲੋ ਮੈਂ ਤੁਹਾਡੇ ਕੋਲ ਸਵਾਲ ਜਵਾਬ ਕੋਈ ਕਰ ਲੈਂਦਾ ਜਾਂ ਉਹਨਾਂ ਕੋਲ ਪੁੱਛ ਲੈਂਦਾ ਜੀ। ਮੈਂ ਹੁਣ ਸੁਣੀ ਨਹੀਂ, ਮੈਂ ਬਸ ਲੋਕਾਂ ਕੋਲ ਗੱਲਾਂ ਸੁਣੀਆਂ ਨੇ ਕਿ ਕਾਸ਼ਫ ਸਾਹਿਬ ਨੇ ਕਾਫੀ ਮੁਦੱਲਲ ਜਵਾਬ ਦਿੱਤੇ ਨੇ ਅਮਨ ਨਜ਼ੀਰ ਸਾਹਿਬ ਨੂੰ,
ਤੇ ਉਹ ਅਮਨ ਜਿਹੜਾ ਨਜ਼ੀਰ ਸਾਹਿਬ ਨੇ video ਮਾਈਕ ਵੀ ਨਹੀਂ ਵੇਖੇਗਾ ਪੁੱਟਿਆ ਆਪਣਾ ਨਾ। ਜਿਹੜਾ ਵੀਡੀਓ ਵੇਖੇਗਾ ਉਹਨੂੰ ਪਤਾ ਲੱਗ ਜਾਏਗਾ ਵੀ ਮੁਦੱਲਲ ਕਿਹਦੀ ਗੱਲ ਹੈ ਤੇ ਕਿਹਦੀ ਗੈਰ ਮੁਦੱਲਲ। 2.5 ਘੰਟੇ ਦੀ video ਲਫ਼ਜ਼ ਬਲਫ਼ਜ਼ ਉੱਤੇ ਚੜ ਗਈ, ਅਪਲੋਡ ਹੋ ਗਈ ਹੈ। ਉਹ ਤੁਸੀਂ ਸੁਣ ਲਓ ਬਾਬਰ ਮਹਿਰ ਦੇ ਚੈਨਲ ਤੇ ਜਾ ਕੇ। ਮੈਂ ਤੁਹਾਨੂੰ ਸਕੈਨ ਘੱਲ ਦਿਆਂਗਾ, ਰੈਫਰੈਂਸ ਤੁਹਾਨੂੰ ਮੈਂ ਦੇ ਦਿਆਂਗਾ ਕਿ ਮਿਰਜ਼ਾ ਸਾਹਿਬ ਨੇ ਉਹਨੂੰ ਆਖਿਆ ਕਿ ਤੈਨੂੰ ਦਸਖਤ ਐਸ ਸ਼ਰਤ ਤੇ ਕਰਕੇ ਦਿਆਂਗਾ ਕਿ ਤੂੰ ਪਹਿਲੇ ਆਪਣੇ ਬੇਟੀ ਦਾ ਰਿਸ਼ਤਾ ਮੈਨੂੰ ਦੇ, ਤਾਂ ਮੈਂ ਤੈਨੂੰ, ਜੇ ਤੂੰ ਨਾ ਕਰਕੇ ਦਿੱਤੇ ਦਸਖਤ, ਬੇਟੀ ਦਾ ਰਿਸ਼ਤਾ ਨਾ ਦਿੱਤਾ, ਮੈਂ ਤੈਨੂੰ ਦਸਖਤ ਨਹੀਂ ਕਰਕੇ ਦਿੱਤਾ। ਸਿੱਧਾ ਜਵਾਬ ਦਿੱਤਾ ਉਹਨੂੰ। ਇਹਨੂੰ ਅਸੀਂ ਤੇ ਬਲੈਕਮੇਲਿੰਗ ਹੀ ਕਹਿੰਦੇ ਹਾਂ, ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ। ਤੁਹਾਨੂੰ ਜ਼ਾਹਿਰ ਬੁਰਾ ਲੱਗੇਗਾ, ਤੁਸੀਂ ਉਹਨਾਂ ਦੇ ਫਾਲੋਅਰ ਹੋ। ਇਹ ਹੈ ਜੋ ਸਾਰੀ ਗੱਲ। ਇਹ ਗੱਲ ਤਾਂ ਬਿਆਨ ਕੀਤੀ ਹੈ ਕਿ ਤੁਹਾਡੇ ਫੇਵਰਟ 49 ਨੇ ਉੱਥੇ ਆ ਕੇ ਤੇ ਨਬੀ ਪਾਕ ਦੀ ਸ਼ਾਨ ਵਿੱਚ ਐਸੀਆਂ ਨਜਾਇਜ਼ ਗੱਲਾਂ ਕੀਤੀਆਂ ਨੇ ਜਿਹੜੀਆਂ ਲਾ ਮਹੱਲਾ ਮੈਨੂੰ ਰਿਬਟਲ ਕਰਨਾ ਪਿਆ ਕਿ ਜਦੋਂ ਤੁਸੀਂ ਸਾਡੇ ਨਬੀ ਦੇ ਉੱਤੇ ਐਸੀਆਂ ਗੰਦੀਆਂ ਗੱਲਾਂ ਉਹਨਾਂ ਦੀ ਤਰਫ ਕਰੋਗੇ ਤੇ ਫਿਰ ਅਸੀਂ ਵੀ ਤੁਹਾਡੇ ਮਿਰਜ਼ਾ ਸਾਹਿਬ ਦੇ ਬਾਰੇ ਜਿਹੜੀਆਂ ਹਕੀਕਤਾਂ ਨੇ ਉਹ ਬਿਆਨ ਕਰਨ ਦੇ ਉਹਨਾਂ ਦੀ ਕਿਤਾਬਾਂ 'ਚ। ਇਹ ਤੁਹਾਡੇ ਬੰਦੇ ਪਹਿਲ ਕਰਦੇ ਨੇ, ਜਿਸ ਤਰ੍ਹਾਂ ਨਾਸਰ ਬੱਟ ਲੱਗਾ ਹੁੰਦਾ ਹੈ ਉਹ ਪਹਿਲ ਕਰੇਗਾ ਜਾਂ ਫੇਵਰਟ ਜੀ ਉਹ ਤੇ ਆਪਣੇ ਮਤਲਬ ਕਿ ਅਮਨ ਨਜ਼ੀਰ ਸਾਹਿਬ ਤੁਹਾਡੇ ਫੋਟੋ ਵਿਗਾੜ ਕੇ ਲਾਉਣ ਤੋਂ ਤੇ ਉਹਨੂੰ ਹਟਾ ਦਿੱਤਾ ਗਿਆ ਤੇ ਉਹ ਹੁਣ ਨਹੀਂ ਲਾਉਂਦੇ। ਵੇਖੋ ਕਿੰਨੇ ਕੁ ਦਿਹਾੜੇ ਸਬਰ ਆਉਂਦਾ ਸੂ। ਤੁਸੀਂ ਵੀ ਆਂਦੇ ਹੋ ਵੀ ਉਹ ਜੇ ਸਿੱਟ ਵਾਲੀ ਨੂੰ ਟੱਕਰ ਮਾਰਤੀ ਉਹਨੇ ਫਟ ਜਾਣਾ। ਵੈਸੇ ਜੇ ਜਿੰਨਾ ਕੁ ਉਹਨੂੰ ਕਬਜ਼ ਹੋਈ ਹੈ ਨਾ ਇਸ ਗੱਲ ਦੀ, ਫੋਟੋਆਂ ਬੰਦ ਕਰਾਈਆਂ ਨੇ ਕਿਸੇ ਨੇ, ਤੁਸੀਂ ਹੀ ਬੰਦ ਕਰਾਈਆਂ ਨੇ, ਪ੍ਰੈਸ਼ਰ ਪਾਇਆ ਜਿੰਨੇ ਵੀ ਪਾਇਆ। ਨਹੀਂ, ਰਾਜਾ ਸਾਹਿਬ ਨੇ ਬਕਾਇਦਾ ਜਾ ਕੇ ਉੱਥੇ ਕੰਪੇਨ ਕੀਤੀ, ਉਹਨਾਂ ਨੂੰ ਕਿਹਾ ਜਾ ਕੇ ਤੇ ਗੱਲ ਮੰਨ ਲਈ ਉਹਨਾਂ ਨੇ। ਉਹਨੇ ਫਟ ਜਾਣਾ, ਮੈਨੂੰ ਸ਼ੱਕ ਪੈਂਦਾ ਕਿਰੇ। ਚਲੋ ਉਹ ਤੇ ਪਤਾ ਨਹੀਂ ਫਟ ਦਾਂਗੇ ਜਾਂ ਉਹਨੇ ਕੋਈ ਟੈਕਸੀ ਮਾਰ ਲੈਣੀ ਕਿਸੇ ਦਰਖਤ ਦੇ ਵਿੱਚ, ਪਰ ਉਹਨੂੰ ਤਕਲੀਫ ਬੜੀ ਹੋਣ ਡਈ ਕਿ ਅਮਨ ਨਜ਼ੀਰ ਸਾਹਿਬ ਬੈਠੇ ਨੇ ਤੇ ਆਖਰ ਮੁਖਾਲਫੀਨ ਵੀ ਤੇ ਇੱਕ ਦੂਜੇ ਨਾਲ ਬਹਿ ਕੇ ਮਨਾਜ਼ਰਾ ਮੁਕਾਲਮਾ ਤੇ ਕੁਛ ਨਾ ਕੁਛ। ਚਲੋ ਅਸੀਂ ਤੇ ਨਹੀਂ ਇੰਨਾ ਇਲਮ ਰੱਖਦੇ, ਗੱਲਬਾਤ ਕਰ ਹੀ ਲੈਂਦੇ ਨੇ ਤੇ ਸਾਡੇ ਲਈ ਤੇ ਮੁਖਾਲਫੀਨ ਦੇ ਦਰਵਾਜ਼ੇ ਖੁੱਲ੍ਹੇ ਨੇ ਤੇ ਦੋਸਤਾਂ ਦੂਜਿਆਂ ਦੇ ਵੀ ਖੁੱਲ੍ਹੇ ਨੇ ਤੇ ਅਸੀਂ ਤੇ ਚਾਹੁੰਦੇ ਹਾਂ ਗੱਲਬਾਤ ਹੋਏ। ਅਮਨ ਨਜ਼ੀਰ ਸਾਹਿਬ ਨਾਲ ਪਹਿਲੇ ਵੀ ਗੱਲ ਹੁੰਦੀ ਰਹੀ ਹੈ। ਚਲੋ ਆਪਣੇ ਇਲਮ ਦੇ ਮੁਤਾਬਕ ਜਿੰਨੀ ਅਸੀਂ ਗੱਲ ਕਰ ਸਕਦੇ ਹਾਂ ਤੁਹਾਡੇ ਨਾਲ ਕਰਨੀ ਆ। ਥੱਲੇ ਤੋਂ ਬਾਰ-ਬਾਰ ਕਾਪੀ ਪੇਸਟ ਕਰਨ ਦੇ ਨੇ। ਬਹਿਰੀਨ ਜਿਹੜਾ ਮੁੱਤਾ ਦੀ ਪੈਦਾਇਸ਼ ਹੈ ਤੇ ਮੇਰੇ ਦੋਸਤੋ ਇਹ ਤੁਸੀਂ ਅਲਫਾਜ਼ ਨਾ ਲਿਖੋ, ਬਹਿਰੀਨ ਸਾਹਿਬ ਮੌਜੂਦ ਨਹੀਂ ਹੈ ਤੇ ਉਹਨਾਂ ਦੇ ਬਾਰੇ ਕਿਉਂ ਲਿਖਣੇ ਇੱਦਾਂ ਦੇ। ਬਸ ਇੰਝ ਕਰਦੇ ਨੇ, ਇਹ ਪਹਿਲ ਕਰਦੇ ਨੇ ਤੇ ਅੱਗੋਂ ਫਿਰ ਉਧਰੋਂ ਜਵਾਬ ਆਉਂਦਾ। ਨਹੀਂ, ਇੱਕ ਚੌਧਰੀ ਆਬਦ ਗੁੱਜਰ ਸਾਹਿਬ ਵੀ ਲਿਖ ਰਹੇ ਨੇ, ਉਹ ਹੀ ਕੋਈ ਤੁਹਾਡੇ ਹੀ ਨੇ, ਕੋਈ ਸਾਡੇ ਤੇ ਨਹੀਂ ਹੈ ਉਹ। ਮੇਰਾ ਨਹੀਂ ਖਿਆਲ ਕਿ ਕੋਈ ਮੁਸਲਮਾਨ ਦੂਜੇ ਮੁਸਲਮਾਨ ਦੇ ਬਾਰੇ ਇਹੋ ਜਿਹੀ ਗੱਲ ਕਰਦਾ ਹੈ। ਇਹ ਤੁਹਾਡੇ ਹੀ ਬੰਦੇ ਪਹਿਲ ਕਰਦੇ ਨੇ। ਬਹਰਹਾਲ ਤੁਸੀਂ ਕੋਈ ਸਵਾਲ ਮੇਰੇ ਤੋਂ ਕਰਨਾ ਹੋਵੇ ਮੈਂ ਹਾਜ਼ਰ ਹਾਂ। ਬਾਕੀ ਤੁਹਾਡੇ ਬੰਦੇ ਜਿਹੜੇ ਨੇ ਉਹਨਾਂ ਨਾਲ ਮੇਰਾ ਨਹੀਂ ਮਿਲਦਾ ਜ਼ਹਿਨ ਤੇ ਉਹਨਾਂ ਨਾਲ ਗੱਲ ਕਿਸ ਤਰ੍ਹਾਂ ਹੋ ਸਕਦੀ। ਤੁਸੀਂ 101 ਸਵਾਲ ਕਰੋ, ਮੈਂ ਤੁਹਾਡੀ ਗੱਲ ਦਾ ਜਵਾਬ ਦੇਣ ਨੂੰ ਤਿਆਰ। ਉਹ ਕਾਸ਼ਫ ਸਾਹਿਬ ਵੀ ਅੱਛੇ ਬੰਦੇ ਸਨ। 2.5 ਘੰਟੇ ਗੱਲ ਹੁੰਦੀ ਰਹੀ ਔਰ ਸੋਹਣੀ ਗੱਲ ਹੋਈ। ਕੋਈ ਲਫ਼ਜ਼ ਨਜਾਇਜ਼ ਮਿਰਜ਼ਾ ਸਾਹਿਬ ਦੀ ਤੁਹਾਡੀ ਇੱਜ਼ਤ ਦੇ ਨਹੀਂ, ਕਾਫੀ ਅੱਛੀ ਗੱਲ ਕਰਦੇ ਨੇ ਉਹ। ਇੱਕ ਲਫ਼ਜ਼ ਉਹਨਾਂ ਨੂੰ ਪੁੱਛੋ, ਕਾਸ਼ਫ ਸਾਹਿਬ ਨੂੰ ਪੁੱਛੋ ਵੀ ਕਿਆ ਅਮਰ ਨੇ ਕੋਈ ਮਿਰਜ਼ਾ ਸਾਹਿਬ ਦੀ ਤੋਹੀਨ ਕੀਤੀ? 2.5 ਘੰਟੇ ਤੇਰੇ ਨਾਲ ਗੱਲਬਾਤ ਹੁੰਦੀ ਰਹੀ। ਜਦੋਂ ਬੰਦੇ ਕੋਈ ਪਹਿਲ ਕਰਨਗੇ ਤੇ ਅਸੀਂ ਤੇ ਉਹਨਾਂ ਨੂੰ ਮੰਨਦੇ ਹੀ ਨਹੀਂ ਨਾ। ਅਸੀਂ ਤੇ ਮਿਰਜ਼ਾ ਸਾਹਿਬ ਨੂੰ 1 ਮਿੰਟ ਤੋਂ ਪਹਿਲਾਂ ਸਿੱਧੇ ਹੋ ਜਾਾਂਗੇ ਨਾ, ਕਿਉਂਕਿ ਅਸੀਂ ਤੇ ਸਾਡੇ ਦਿਲ 'ਚ ਉਹਨਾਂ ਦੀ ਇੱਜ਼ਤ ਕੋ ਨਹੀਂ ਹੈ। ਤੇ ਤੁਸੀਂ ਇੱਜ਼ਤ ਕਰਵਾਣੀ ਹੈ, ਆਪ ਅੱਛੀ ਗੱਲ ਕਰੋ ਤੇ ਅੱਛਾ ਜਵਾਬ ਲੱਭੇਗਾ। ਜੇ ਤੁਸੀਂ ਜੀ ਅਮਨ ਨਜ਼ੀਰ ਸਾਹਿਬ ਚਲੋ ਓਪਨ ਆਈ ਨੇ ਤੇ ਉਦਣ ਆਪਣੇ ਨਾਲ ਉਹ ਪੈਰ ਮਾਰਿਆ ਤੇ ਉਹ ਗੱਲਬਾਤ ਨਹੀਂ ਹੋਈ। ਤੁਹਾਨੂੰ ਅਲੀ ਅਕਬਰ ਸਾਹਿਬ ਮੇਰੇ ਪੈਨਲ ਦੇ ਬੰਦੇ ਨੇ, ਮੇਰੇ ਕੋਲ ਅਕਸਰ ਬਹਿੰਦੇ ਨੇ। ਤੁਹਾਨੂੰ ਅਲੀ ਅਕਬਰ ਸਾਹਿਬ ਨਾਲ ਕੀ ਮਤਲਬ ਕਿ ਪ੍ਰੋਬਲਮ ਹੈ ਕਿ ਤੁਸੀਂ ਉਹਨਾਂ ਨਾਲ ਗੱਲ ਨਹੀਂ ਕਰਦੇ? ਤੇ ਸ਼ਾਤਮ ਦਾ ਵੀ ਤੁਸੀਂ ਫਤਵਾ ਉਹਨਾਂ ਨੂੰ ਦੇ ਦਿੱਤਾ ਹੈ ਤੇ ਜਿੱਦਣ ਮੀਆਂ ਸਾਹਿਬ ਨੇ ਉਹ ਹਵਾਲਾ ਪੇਸ਼ ਕੀਤਾ ਸੀ, ਅਲੀ ਅਕਬਰ ਸਾਹਿਬ ਨੇ ਉਸ ਹਵਾਲੇ ਤੋਂ ਇਖਤਲਾਫ ਕੀਤਾ ਸੀ। ਉਹਨਾਂ ਕਿਹਾ ਸੀ ਕਿ ਰੈਲੇਵੈਂਟ ਨਹੀਂ ਹੈ ਕਿ ਹਜ਼ੂਰ ਦਾ ਜਿਹੜਾ ਉਹ ਸੀ ਪੈਗਾਮ ਦੇਣਾ ਉਮੇ ਜਵੇਰੀਆ ਦੇ ਬਾਰੇ ਤੇ ਜਾਂ ਮੁਹੰਮਦੀ ਬੇਗਮ ਦਾ, ਇਹ ਦੋਵੇਂ ਹਵਾਲੇ ਆਪਸ 'ਚ ਰਲਦੇ ਨਹੀਂ ਹੈ ਤੇ ਤੁਸੀਂ ਕਿਸ ਰੈਫਰੈਂਸ ਦੇ ਨਾਲ ਇਹ ਗੱਲ ਕਰ ਰਹੇ ਜੇ? ਤੇ ਉਹਦੇ ਬਾਅਦ ਫਿਰ ਅਲੀ ਅਕਬਰ ਦੇ ਨਾਲ ਸ਼ਾਤਮ ਦਾ ਜਿਹੜਾ ਲਫ਼ਜ਼ ਤੁਸੀਂ ਇਸਤੇਮਾਲ ਕਰਦੇ ਜੇ, ਉਹਨੂੰ ਖ਼ਤਮ ਹੋ ਜਾਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ? ਮਤਲਬ ਕਿ ਇਨਸਾਨੀਅਤ ਦੇ ਨਾਤੇ ਤੇ ਉਹਨੇ ਤੁਹਾਡੀ ਤਾਈਦ ਹੀ ਕੀਤੀ ਹੈ ਨਾ, ਤੇ ਉਹ ਖ਼ਤਮ ਹੋਣਾ ਚਾਹੀਦਾ ਸ਼ਾਤਮੀਅਤ ਦਾ ਲਫ਼ਜ਼। ਤੇ ਤੁਹਾਨੂੰ ਅਲੀ ਅਕਬਰ ਨਾਲ ਅਗਰ ਤੁਹਾਡੀ ਡਿਬੇਟ ਮੈਂ ਕਰਾ ਦਾਂ ਇੱਥੇ ਤੇ ਬਹਿ ਕੇ ਸੁਲ੍ਹਾ ਸਫਾਈ ਨਾਲ ਅਗਰ ਗੱਲ ਹੋ ਜੇ। ਜੇ ਆਪਣੇ ਅਮਨ ਨਜ਼ੀਰ ਸਾਹਿਬ ਪਿੱਛੇ ਚਲੇ ਗਏ ਜੇ। 1 ਮਿੰਟ ਮੈਂ ਆਉਣ ਲੱਗ, ਮੇਰੀ ਆਵਾਜ਼ ਆ ਰਹੀ ਹੈ? ਜੀ ਆਵਾਜ਼ ਆ ਰਹੀ ਹੈ। 1 ਮਿੰਟ ਮੈਂ ਤੁਹਾਨੂੰ ਦੱਸਣਾ ਵਾ। ਉਹ ਜੋ ਕੋਈ ਉਹਨੇ ਕੀਤੇ ਹੈ ਨਾ ਤੁਹਾਡੇ ਸਾਹਮਣੇ ਰੱਖ ਕੇ ਤੁਹਾਨੂੰ ਪੁੱਛ ਲੈਂਦੇ ਆ, ਕਿਆ ਇਸ ਬੰਦੇ ਨਾਲ ਗੱਲ ਹੋਣੀ ਚਾਹੀਦੀ ਹੈ? ਨਹੀਂ, ਮੈਂ ਗੱਲ ਇਹ ਕਹਿਣ ਡਿਆ ਕਿ ਉਹ ਜਿਹੜੀ ਗੱਲ ਮਤਲਬ ਕਿ ਤੁਸੀਂ ਉਹਨੂੰ ਸ਼ਾਤਮ ਦਾ ਉਹਦੇ 'ਤੇ ਟੈਗ ਲਾਇਆ, ਉਹ ਅਗਰ ਤੁਹਾਡੀ ਗੱਲਬਾਤ ਹੋ ਜਾਏ ਜਾਂ ਕੋਈ ਮਤਲਬ ਕਿ ਬਹਿ ਕੇ ਕਿਤੇ
ਸਿਟਿੰਗ ਹੋ ਜੇ ਤੇ ਇੱਕ ਮੁਕਾਲਮਾ ਜਿਹਾ ਹੋਇਆ ਜੇ, ਛੋਟਾ ਜਿਹਾ ਹੋ ਜੇ ਕਿਸੇ ਵੀ ਬਰਾੜ ਤੇ, ਕੋਈ ਵੀ ਜਿਹੜੀ ਹੈ ਮਤਲਬ ਕਿ ਬਰਾੜ ਜਿਹੜੀ ਨਾ ਹੋਏ, ਤੁਹਾਨੂੰ ਵੀ ਮਨਜ਼ੂਰ ਹੋਏ, ਅਲੀ ਅਕਬਰ ਨੂੰ ਮਨਜ਼ੂਰ ਹੋਏ, ਉਹਦੇ ਤੇ ਬਹਿ ਕੇ ਅਗਰ ਗੱਲਬਾਤ ਕਰਾਤੀ ਜਾਏ ਤੇ ਉਹਦੇ ਤੋਂ ਵੀ ਟੈਗ ਹਟ ਜਾਏਗਾ। ਤੇ ਤੁਸੀਂ ਵੀ ਜਿਹੜਾ ਮਤਲਬ ਕਿ ਬਾਰ-ਬਾਰ ਜਿਹੜੇ ਵੀ ਉਹਨੂੰ ਟਾਰਗੇਟ ਕਰਦੇ ਨੇ ਲੋਕ, ਉਹ ਵੀ ਅਗਰ ਗੱਲ ਹਟਾਤੀ ਜਾਏ ਤੇ ਤੁਹਾਡਾ ਦਿਲ ਵੀ ਉਹਦੇ ਨਾਲ ਸਾਫ਼ ਹੋ ਜੇ ਤੇ ਉਹਦਾ ਵੀ ਸਾਫ਼ ਹੋ ਜੇ, ਕਿਉਂਕਿ ਉਹ ਅਕਸਰ ਕੁਰਾਨ ਹਦੀਸ ਤੋਂ ਗੱਲ ਕਰਦਾ ਹੈ। ਤੇ ਜਦੋਂ ਕੋਈ ਉਹਦੇ ਨਾਲ ਕੋਈ ਗੱਲ ਕਰਦਾ ਤੇ ਉਹ ਪਿੱਛੇ 1400 ਸਾਲ ਵੀ ਪਿੱਛੇ ਚਲਾ ਜਾਂਦਾ ਤੇ ਗੱਲ ਉਹ ਸਹੀ ਹੁੰਦੀ ਹੈ ਨਾਰਮਲ, ਤੇ ਤੁਹਾਡੇ ਦੋਸਤਾਂ ਨੂੰ ਫਿਰ ਉਹ ਬੁਰੀ ਲੱਗਣ ਲੱਗ ਪੈਂਦੀ ਹੈ ਨਾ ਗੱਲ। ਅਸਲ ਖੂਬੀ ਇਹ ਵੇ ਕਿ ਇਹ ਸਾਰੇ ਹੀ 1400 ਸਾਲ ਪਿੱਛੇ ਜਾ ਕੇ ਨਾ ਜੀ ਇਹ ਇਮਾਮੁਲ ਅੰਬਿਆ ਦੀ ਜਿਹੜੀ ਤੋਹੀਨ ਕਰਦੇ ਨੇ ਨਾ, ਉਹੋ ਹੀ ਸਾਡੇ ਵਾਸਤੇ ਭਾਈ ਜੀ ਤਕਲੀਫ ਦੀ ਗੱਲ ਹੁੰਦੀ ਏ। ਉਹਨੂੰ ਕੋਈ ਬੰਦਾ ਵੀ ਮੁਸਲਮਾਨ ਬਰਦਾਸ਼ਤ ਨਹੀਂ ਕਰ ਸਕਦਾ। ਨਹੀਂ, ਫਾਰ ਐਗਜ਼ਾਮਪਲ ਕਿਹੜੀ ਤਾਈਨ ਕੀਤੀ ਉਹਨੇ, ਮੈਨੂੰ ਇਹ ਤਾਂ ਪਤਾ ਲੱਗਿਆ। ਜਿਹੜਾ ਬੰਦਾ ਸਾਰਿਆਂ ਨਬੀਆਂ ਨੂੰ ਗਾਲ ਕੱਢੇ, ਕਿਆ ਉਹ ਬੰਦਾ ਸ਼ਾਤਮ ਹੁੰਦਾ ਕਿ ਨਹੀਂ? ਤੁਹਾਨੂੰ ਇੱਕ ਸਵਾਲ ਕਰਨਾ ਮੈਂ ਜੀ। ਇੱਥੇ ਬਰਾੜ ਤੇ ਅਲੀ ਅਕਬਰ ਸਾਹਿਬ ਬਹਿੰਦੇ ਨੇ, ਉਹਨਾਂ ਕਦੀ ਕੋਈ ਐਸੀ ਵੈਸੀ ਗੱਲ ਨਹੀਂ ਕੀਤੀ। ਤੁਹਾਨੂੰ 2 ਨੰਬਰ ਖਲੀਫਾ ਤੋਂ ਮਤਲਬ ਇਹ ਵੇ ਕਿ ਹਜ਼ਰਤ ਉਮਰ ਦਾ ਨਾਮ ਲੈਂਦੇ ਨੇ ਉਹ। ਮੈਂ ਇੱਕ ਜਨਰਲ ਸਵਾਲ ਤੁਹਾਨੂੰ ਪੁੱਛਿਆ, ਜਿਹੜਾ ਬੰਦਾ ਸਾਰਿਆਂ ਨਬੀਆਂ ਨੂੰ ਗਾਲ ਕੱਢੇ ਉਹ ਸ਼ਾਤਮ ਹੁੰਦਾ ਕਿ ਨਹੀਂ ਹੁੰਦਾ? ਜੀ ਬਿਲਕੁਲ ਕੱਢਣੀ ਨਹੀਂ ਚਾਹੀਦੀ ਗਾਲ ਕਿਸੇ ਨਬੀ ਨੂੰ। ਜੇ ਕੋਈ ਕੱਢੇ ਤਾਂ ਸ਼ਾਤਮ ਹੁੰਦਾ ਕਿ ਨਹੀਂ ਹੁੰਦਾ? ਜੀ ਤੁਹਾਡੇ ਬਕੌਲ ਹੈ ਨਾ, ਮੈਂ ਹੁਣ ਇਹਦੀ ਕੀ ਰਾਏ ਦੇ ਸਕਣਾ, ਤੁਸੀਂ ਉਹਨੂੰ ਡਿਕਲੇਅਰ ਕੀਤਾ। ਮੇਰੇ ਬਕੌਲ ਮੈਂ ਤਾਂ ਮੁਖਾਲਫ ਹਾਂ ਨਾ, ਮੇਰਾ ਤਾਂ ਝੂਠਾ ਇਲਜ਼ਾਮ ਹੋ ਸਕਦਾ। ਤੇ ਜੇ ਤੁਹਾਡੇ ਘਰੋਂ ਗਵਾਹੀ ਮਿਲ ਜੇ ਕਿ ਇਹਨੇ ਸਾਰੇ ਨਬੀਆਂ ਨੂੰ ਗਾਲਾਂ ਕੱਢੀਆਂ ਨੇ ਤੇ ਫਿਰ ਜੀ ਉਹ ਹਰ ਤਰਫ ਦੋ ਤਰਫਾ ਬੰਦੇ ਦੇ। ਹੁਣ ਵੇਖ ਲਓ, ਉਹ ਮਤਲਬ ਕਿ 25-26 ਸਾਲ ਦਾ ਬੰਦਾ ਸੀ, ਉਹ ਮੁੰਡਾ ਸੀ, ਯੰਗ ਖੂਨ ਸੀ। ਤੁਸੀਂ ਉੱਤੇ ਆਏ ਤੇ ਉਹ ਗਾਲਾਂ ਕੱਢਣ ਲੱਗ ਪਿਆ ਤੇ ਮੈਂ ਉਹਨੂੰ ਬਲਾਕ ਕਰਤਾ। ਇਹ ਤੇ ਹਰ ਤਰਫਾ ਹੀ ਗੱਲ ਹੁੰਦੀ ਨਾ। ਅਗਰ ਕੋਈ ਪੜ੍ਹਿਆ ਲਿਖਿਆ ਬੰਦਾ ਹੈ ਜਾਂ ਕੋਈ ਸਿਆਣਾ ਬੰਦਾ ਹੈ, ਉਹ ਤੇ ਆਮਨ ਸਾਹਿਬ ਆਉਣ ਜਾਂ ਦੂਸਰਾ ਤੀਸਰਾ ਆਏ ਤੇ ਉਹ ਗਾਲ ਤੇ ਨਹੀਂ ਕੱਢੇਗਾ। ਹੁਣ ਜਿਹੜੇ ਬੰਦੇ ਨੂੰ ਨਹੀਂ ਪਤਾ ਉਹ ਗਾਲ ਕੱਢ ਦਿੰਦਾ। ਅਲੀ ਅਕਬਰ ਸਾਹਿਬ ਨੂੰ ਜਦੋਂ ਤੁਸੀਂ ਕਹਿੰਦੇ ਜੇ ਕਿ ਅਲੀ ਅਕਬਰ ਉੱਤੇ ਆ ਗਿਆ ਤੇ ਮੈਂ ਗੱਲ ਨਹੀਂ ਕਰਨੀ, ਮੈਂ ਫਲਾਣਾ ਨਹੀਂ ਕਰਨਾ, ਤੁਹਾਡੇ ਕੋਈ ਵੀ ਦੋਸਤ ਹੁੰਦੇ ਨੇ, ਉਹ ਆਪਣੀ ਸੀਟ ਛੱਡ ਕੇ ਚਲੇ ਜਾਂਦੇ ਨੇ ਜਾਂ ਉਹਨੂੰ ਥੱਲੇ ਲਾ ਦਿੰਦੇ ਨੇ ਜਾਂ ਉਹਨੂੰ ਉੱਤੇ ਹੀ ਚੁੱਕਦੇ ਨਹੀਂ। ਤੇ ਅਗਰ ਉਹਦੇ ਨਾਲ ਗੱਲਬਾਤ ਤੁਸੀਂ ਨਹੀਂ ਕਰੋਗੇ ਤੇ ਉਹਨੂੰ ਕਿੱਦਾਂ ਪਤਾ ਲੱਗੇਗਾ ਕਿ ਮੇਰੇ ਬਾਰੇ ਸ਼ਾਤਮੀਅਤ ਦਾ ਟੈਗ ਜਿਹੜਾ ਇਹਨਾਂ ਦਿੱਤਾ ਹੈ ਉਹ ਕਿਉਂ ਦਿੱਤਾ ਹੈ? ਮੈਂ ਦੱਸਣਾ ਕਿਸ ਤਰ੍ਹਾਂ ਦਿੱਤਾ ਹੈ। ਰਾਣਾ ਰਾਸ਼ਿਦ ਤੁਹਾਡਾ ਜਮਾਤ ਦਾ ਬੰਦਾ ਹੈ ਨਾ? ਜੀ ਬਿਲਕੁਲ। ਉਹਨਾਂ ਨੂੰ ਪੁੱਛ ਲਓ, ਇਹਨੇ ਸਾਰੇ ਨਬੀਆਂ ਨੂੰ ਗਾਲਾਂ ਕੱਢੀਆਂ ਨੇ? ਜੇ ਉਹ ਆਖੇ ਵੀ ਨਹੀਂ ਕੱਢੀਆਂ ਤੇ ਤਾਂ ਉਹਦੀ ਰਿਕਾਰਡਿੰਗ ਮੈਂ ਪੇਸ਼ ਕਰ ਦਿਆਂਗਾ। ਜੇ ਉਹ ਆਖੇ ਕਿ ਗਾਲਾਂ ਕੱਢੀਆਂ ਨੇ ਸਾਰਿਆਂ ਨਬੀਆਂ ਨੂੰ, ਤੇ ਫਿਰ ਇਹਦੇ ਨਾਲ ਗੱਲ ਕਰਨ ਦੀ ਲੋੜ ਨਹੀਂ। ਇਹ ਵੀਡੀਓ ਬਣਾ ਕੇ ਆਖੇ ਸਭ ਦੇ ਸਾਹਮਣੇ ਕਿ ਮੈਂ ਇੱਕ ਤੇ ਮੈਨੂੰ ਇਹ ਕਾਲਾਂ ਵਾਲੇ ਪਿੱਛੋਂ ਸਾਹ ਨਹੀਂ ਪੇ ਲੈਣ ਦਿੰਦੇ। ਬਈ ਬਰਾੜ ਤੇ ਬੰਦਾ ਬੈਠਿਆ ਹੋਵੇ ਤੇ ਕਾਲ ਤੇ ਨਾ ਕਰੋ ਬਾਰ-ਬਾਰ। ਇੱਥੇ ਆਮਨ ਦੀ ਸਭ ਰਿਪੋਰਟਾਂ ਵੀ ਬੜੀਆਂ ਵਧੀਆ ਯਾਰ ਕਾਲ ਨਾ ਕਰੋ, ਗੱਲ ਕਰ ਲੈਂਦੋ ਤਾਹਿਰ ਸਾਹਿਬ ਨਾਲ। ਮੈਂ ਚੱਲਿਆ ਵਾਂ, ਅਠਵਾਲ ਸਾਹਿਬ ਨਾਲ 2 ਮਿੰਟ ਗੱਲ ਕਰ ਲੈਂਦੋ, ਨਾ ਕਾਲ ਤੇ ਕਾਲ ਕਰੋ। ਮੈਂ ਇਹ ਕਰ ਲਓ, ਅਗਰ ਕੋਈ ਜ਼ਰੂਰੀ ਫੋਨ ਹੈ ਤਾਂ ਕਰ ਲਓ, ਕੋਈ ਮਸਲਾ ਨਹੀਂ। ਮੈਂ ਚੱਲਣਾ ਵਾ, ਮੈਂ ਵੈਸੇ ਵੀ ਇੱਥੇ ਜ਼ੋਰ ਦਾ ਟਾਈਮ ਹੈ। ਮੈਂ ਕਹਿੰਦਾ ਪਿਆ ਕਿ ਜਿਹੜੇ ਬੰਦੇ ਨੇ ਨਬੀਆਂ ਨੂੰ ਗਾਲਾਂ ਸਾਰੇ ਆਮ ਕੱਢੀਆਂ ਹੋਣ, ਉਹਨੂੰ ਚਾਹੀਦਾ ਹੈ ਕਿ ਵੀਡੀਓ ਬਣਾ ਕੇ ਸਭ ਦੇ ਸਾਹਮਣੇ ਇੰਝ ਹੀ ਮਾਜ਼ਰਤ ਕਰੇ ਤੇ ਅੱਲਾਹ ਕੋਲੋਂ ਤੋਬਾ ਤੇ ਇਸਤਗਫਾਰ ਕਰੇ। ਜਿਸ ਤਰ੍ਹਾਂ ਕਿ ਤੋਬਾ ਤੇ ਇਸਤਗਫਾਰ ਉਹਨੇ ਕੀ ਨਾਂ ਹੈ, ਉਹ ਹੋਈ ਸੀ ਨਾ ਸਿਆਲ ਕੋਲੋਂ ਗਲਤੀ, ਸਭ ਦੇ ਸਾਹਮਣੇ ਉਹਨੇ ਤੋਬਾ ਤੇ ਇਸਤਗਫਾਰ ਕੀਤੀ ਹੈ। ਜਿਹੜਾ ਬੰਦਾ ਉਹਨੂੰ ਆਂਦਾ ਹੈ, ਉਹ ਹਰ ਇੱਕ ਬੰਦੇ ਹੱਥਾਂ ਕਿ ਤੁਹਾਡੀ ਜਮਾਤ ਦੇ ਬੰਦੇ ਵੀ ਪੁੱਛਣ ਤੇ ਆਂਦਾ ਹੈ ਹਾਂ ਮੇਰੇ ਕੋਲ ਗਲਤੀ ਹੋਈ, ਮੈਂ ਮੰਨਣਾ ਵਾ ਤੇ ਮੈਂ ਅੱਲਾਹ ਕੋਲੋਂ ਤੋਬਾ ਕੀਤੀ, ਮੁਸਲਮਾਨਾਂ ਕੋਲੋਂ ਵੀ ਮਾਫੀ ਮੰਗੀ, ਉਹਨਾਂ ਦੇ ਵੀ ਦਿਲ ਆਜ਼ਾਰੀ ਹੋਈ। ਇਹ ਵੀ ਅਗਰ ਇਸ ਤਰ੍ਹਾਂ ਵੀਡੀਓ ਬਣਾਏ, ਤੋਬਾ ਇਸਤਗਫਾਰ ਕਰੇਗਾ ਤੇ ਮੁਸਲਮਾਨ ਟੈਗ ਘਟਾ ਦੇਣਗੇ। ਵੀਡੀਓ ਬਣਾਏਗਾ ਤੇ ਤੋਬਾ ਇਸਤਗਫਾਰ ਕਰੇਗਾ ਤੇ ਆਖੇਗਾ ਕਿ ਹਾਂ ਮੈਂ ਨਬੀਆਂ ਨੂੰ ਗਾਲਾਂ ਕੱਢੀਆਂ ਨੇ ਤੇ ਮੈਂ ਰਜੂ ਕਰਨਾ ਤੇ ਅੱਲਾਹ ਕੋਲ ਮਾਫੀ ਮੰਗਣਾ, ਮੇਰੇ ਕੋਲ ਗਲਤੀ ਹੋ ਗਈ। ਵਰਨਾ ਤੇ ਡਿਸਕਸ ਉਹਦਾ ਕਿ ਉਹਦੀ ਕੋਈ ਸਫਾਈ ਲੈਣੀ। ਜਿਹੜਾ ਬੰਦਾ ਗਾਲਾਂ ਦੀ ਤਾਂ ਸਫਾਈ ਹੁੰਦੀ ਕੋਈ ਨਹੀਂ, ਗਾਲਾਂ ਦਾ ਸਬੂਤ ਹੁੰਦਾ ਜਾਂ ਨਹੀਂ ਹੁੰਦਾ। ਜੇ ਉਹਨੇ ਗਾਲਾਂ ਕੱਢੀਆਂ ਨੇ ਤੇ ਜਾਂ ਕੱਢੀਆਂ ਨੇ ਜਾਂ ਨਹੀਂ ਕੱਢੀਆਂ। ਜੇ ਨਹੀਂ ਕੱਢੀਆਂ ਤੇ ਬੇਕਸੂਰ ਹੈ, ਜੇ ਕੱਢੀਆਂ ਨੇ ਤੇ ਕਸੂਰਵਾਰ ਹੈ। ਬਸ ਇੰਨੀ ਗੱਲ। ਉਹਦੇ ਉੱਤੇ ਕੋਈ ਡਿਸਕਸ ਕੀ ਕਰਨੀ ਉਹਦੇ ਨਾਲ। ਜੀ ਅਮਨ ਜੀ ਸਾਹਿਬ, ਇੱਕ ਹੋਰ ਸਵਾਲ ਇਹ ਵੇ ਕਿ ਹੁਣ ਬਹਿਰੀਨ ਸਾਹਿਬ ਨੇ ਉਹ ਹੁਣ ਸ਼ਾਇਦ ਬਰਾੜ ਨਹੀਂ ਲਾਉਂਦੇ, ਤੁਸੀਂ ਉਹਨਾਂ ਕੋਲ ਬਹਿੰਦੇ ਵੀ ਰਹੇ ਜੇ। ਹਾਂਜੀ। ਤੇ ਉਹਨਾਂ ਤੇ ਤੁਹਾਡੇ ਸਾਹਮਣੇ ਹਜ਼ਰਤ ਅੰਮਾ ਆਇਸ਼ਾ ਜਿਹੜੀ ਮੁਸਲਮਾਨਾਂ ਦੀ ਮਾਂ ਨੇ, ਹਾਂਜੀ, ਉਮਹਾਤੁਲ ਮੋਮਨੀਨ ਨੇ, ਉਹਨਾਂ ਦੇ ਉੱਤੇ ਸ਼ਾਤਮੀਅਤ ਕੀਤੀ ਹੈ। ਤੇ ਉਹਦੇ ਬਾਰੇ ਤੁਸੀਂ ਉਹਨਾਂ ਕੋਲ ਕਿਉਂ ਨਹੀਂ ਪੁੱਛ ਪੜਤਾਲ ਕੀਤੀ ਕਿ ਉਹਨਾਂ ਨੇ ਵੀ ਬਹਿਰੀਨ ਸਾਹਿਬ ਇਹ ਕਿਉਂ ਕੀਤਾ? ਤੁਸੀਂ ਉਹਨਾਂ ਨੇ ਵੀ ਮੇਰੇ ਸਾਹਮਣੇ ਰਜੂ ਕੀਤਾ, ਉਹਨਾਂ ਨੇ ਵੀ ਤੋਬਾ ਇਸਤਗਫਾਰ ਕੀਤੀ ਔਰ ਆਇੰਦਾ ਉਹਨਾਂ ਨੇ ਕਿਹਾ ਕਿ ਕਦੇ ਵੀ ਇਹ ਗਲਤੀ ਨਹੀਂ ਹੋਣ ਲੱਗੀ। ਲੇਕਿਨ ਹੈਰਤ ਦੀ ਗੱਲ ਹੈ ਅਠਵਾਲ ਸਾਹਿਬ ਕਿ ਜਦੋਂ ਇਹਨਾਂ ਕੋਲ ਆ ਕੇ ਬਹਿੰਦੇ ਸਨ ਨਾ, ਇਹ ਗੱਲ ਸੀ ਉਦੋਂ ਦੀ।
ਸਾਲ ਪੂਰਾ ਉਹਨਾਂ ਦੀ ਇਹ ਵੀਡੀਓ ਸੰਭਾਲ ਕੇ ਰੱਖੀ ਤੇ ਉਹਨੂੰ ਕੋਲ ਭਾਇਆ ਤੇ ਉਹਦੇ ਕੋਲੋਂ ਜਾਇਜ਼ ਨਜਾਇਜ਼ ਗੱਲਾਂ ਉਸ ਵੇਲੇ ਨਹੀਂ ਪਤਾ ਲੱਗਾ ਕਿ ਇਹਨੇ ਅੰਮਾ ਆਇਸ਼ਾ ਸਦੀਕਾ ਦੀ ਗੁਸਤਾਖੀ ਕੀਤੀ, ਉਹਨਾਂ ਦੇ ਕੁਫਰ ਦਾ ਫਤਵਾ ਦਿੱਤਾ, ਸਾਹਬਾ ਨੂੰ ਉਹਨਾਂ ਦੀ ਤਕਫੀਰ ਕੀਤੀ, ਉਸ ਵੇਲੇ ਨਹੀਂ ਪਤਾ ਲੱਗਾ ਜੀ। ਤੇ ਅਮਨ ਜੀ ਸਾਹਿਬ ਜਦੋਂ ਤੁਸੀਂ ਉਹਦੇ ਕੋਲ ਬੈਠੇ ਹੋ ਤੇ ਫੇਰ ਹੀ ਲੋਕਾਂ ਦੇ ਦਿਲਾਂ 'ਚ ਸਵਾਲ ਪੈਦਾ ਹੋਇਆ ਨਾ। ਫਿਰ ਉਹਨੇ ਮਹਾਤਰ ਮੋਮਿਨੀਨ ਹਜ਼ੂਰ ਦੇ ਘਰ 'ਚ ਵੀ ਨੌਜ਼ੁਬਿल्ला ਕਿਹਾ ਕਿ ਲੁੱਚ ਤੜਿਆ ਜਾਂਦਾ ਸੀ। ਮੇਰੀ ਗੱਲ ਸੁਣੋ ਨਾ, ਇਹ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਗੱਲ। ਆਹੋ ਮੈਂ ਸੁਣੀ ਹੈ ਵੀਡੀਓ। ਮੈਂ ਪਿਆ ਜਿੰਨੀ ਦੇਰ ਇਹ ਲਫ਼ਜ਼ ਬੋਲਣ ਤੋਂ ਬਾਅਦ ਉਹ ਤੁਹਾਡੇ ਨਾਸਰ ਬੱਟ ਕੋਲ ਬਵੇ ਉਨੀ ਦੇਰ ਤੱਕ ਉਹ ਸ਼ਾਤਮ ਨਹੀਂ, ਉਨੀ ਦੇਰ ਜੀ ਤੱਕ ਉਹ ਤੇ ਅਸੀਂ ਨਾਸਰ ਬੱਟ ਨੂੰ ਕੰਡੈਮ ਕੀਤਾ ਵੀ ਤੂੰ ਕਿਉਂ ਉਹਨੂੰ ਬੰਦਾ ਰਿਹਾ ਤੇ ਹੁਣ ਮਤਲਬ ਕਿ ਅਗਰ ਇਖਤਲਾਫ ਹੋ ਜਿਸ ਗਿਆ ਵੇਲੇ ਤੇ ਉਹ ਮੇਰੇ ਹੁਣ ਕੋਲ ਆ ਕੇ ਬੈਠਾ ਹੈ, ਇਹਨਾਂ ਉਹਦੀ ਵੀਡੀਓ ਲੀਕ ਕਰਕੇ ਤੇ ਰੌਲਾ ਪਾਤਾ ਹੈ, ਉਹ ਸ਼ਾਤਮ ਹੈ, ਸ਼ਾਤਮ ਹੈ, ਉਹਨੇ ਤਕਫੀਰ ਕਰਤੀ ਹੈ, ਕਰਤਾ ਉਹ ਕਰਤਾ। ਇਹ ਨਾਸਰ ਬੱਟ ਸਾਲ ਕੋਲੇ ਬੰਦਾ ਰਿਹਾ, ਉਸ ਵੇ ਕਿਉਂ ਨਹੀਂ ਇਹ ਵੀਡੀਓ ਲੀਕ ਕਰਕੇ ਆਖਿਆ ਕਿ ਇਹ ਬੰਦਾ ਜਿਹੜਾ ਇਹਨੂੰ ਅਸੀਂ ਕੋਲ ਨਹੀਂ ਬਾਣਾ। ਅਮਨ ਨਜ਼ੀਰ ਸਾਹਿਬ ਤੁਹਾਡੇ ਕੋਲ ਹੀ ਤਾਂ ਬੜੇ ਪਿਆਰ ਨਾਲ ਜਾ ਕੇ ਸਵਾਲ ਕਰਦਾ ਸੀ, ਉਹਨਾਂ ਦੇ ਸਵਾਲ ਲੈ ਕੇ ਆਉਂਦਾ ਸੀ, ਤੁਸੀਂ ਜਵਾਬ ਦਿੰਦੇ ਸੀ, ਗੱਲਬਾਤ ਹੁੰਦੀ ਸੀ। ਹਾਂ ਤੁਸੀਂ ਉਦੋਂ ਬਹਿਰੀਨ ਨੂੰ ਡੱਕ ਸਕਦੇ ਸੀ ਨਾ, ਤੂੰ ਨਾ ਉੱਥੇ ਬਹਿ। ਹਾਂ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਵਾ, ਉਹ ਮੇਰੇ ਕੋਲੇ ਸਵਾਲ WhatsApp ਤੇ ਕਰਦਾ ਸੀ, ਉਦੋਂ ਵੀ ਕਰਦਾ ਸੀ ਜਦੋਂ ਉਹ ਨਾਸਰ ਬੱਟ ਨਾਲ ਬਹਿ ਕੇ ਤੇ ਬਹੁਤ ਹੀ ਨਜਾਇਜ਼ ਗੱਲਾਂ ਇਹ ਕਰਦੇ ਸਨ, ਤੇ ਉਹ ਅੱਗੋਂ ਨਾਲ ਰਲ ਕੇ ਤੇ ਆਂਦਾ ਸੀ ਆ ਠੀਕ ਹੈ ਇੰਜ ਹੀ ਹੈ, ਬੜੇ ਨਜਾਇਜ਼ ਲਫ਼ਜ਼ ਮੈਂ ਦੱਸ ਸਕਣਾ। ਲੇਕਿਨ ਮੈਂ ਉਹਨਾਂ ਗੱਲਾਂ ਦੀ, ਮੇਰੀ ਜ਼ਾਤ ਦਾ ਤੇ ਮਸਲਾ ਹੀ ਕੋਈ ਨਹੀਂ। ਉਹਨੇ ਇੱਕ ਦੋ ਵਾਰੀ ਗੱਲ ਐਸੀ ਕੀਤੀ ਜਿਹੜੀ ਇਸਲਾਮੀ ਮੁਕੱਦਸਾਤ ਦੀ ਤੋਹੀਨ ਵਿੱਚ ਆਉਂਦੀ ਸੀ, ਮੈਂ ਉਹਦੇ ਨਾਲ ਬੋਲਣਾ ਬੰਦ ਕਰਤਾ। ਮੇਰਾ ਖਿਆਲ ਹੈ ਕਿ 2 ਹਫ਼ਤੇ ਉਹ ਇੱਕ ਐਸੀ ਗੱਲ, ਇੱਕ ਵੀਡੀਓ ਮੈਨੂੰ ਮਿਲੀ, ਅਲੀ ਨਾਲ ਕਿਰੇ ਲੜੇ ਤੇ ਇਹਨੇ ਕੋਈ ਨਜਾਇਜ਼ ਗੱਲ ਹਜ਼ਰਤ ਅਬੂ ਬਕਰ ਸਦੀਕ ਹੋਰਾਂ ਦੇ ਬਾਰੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ, ਤੇ ਮੈਂ ਕਿਹਾ ਅੱਜ ਤੋਂ ਬਾਅਦ ਇਸ ਬੰਦੇ ਨਾਲ ਮੈਂ ਗੱਲ ਨਹੀਂ ਕਰਨੀ, ਇਹਨੇ ਤੋਹੀਨ ਕੀਤੀ ਹੈ ਹਜ਼ਰਤ ਅਬੂ ਬਕਰ ਸਦੀਕ ਹੋਰਾਂ। ਉਹਨੇ ਫਿਰ ਮੇਰੇ ਨਾਲ ਪਰਸਨਲ WhatsApp ਤੇ ਗੱਲ ਕਰਕੇ ਉਹਨੇ ਕਿਹਾ ਅੱਜ ਤੋਂ ਬਾਅਦ ਨਹੀਂ ਹੋਣ ਲੱਗਾ। ਰਜੂ ਕੀਤਾ, ਅੱਲਾ ਉਹਨੂੰ ਮਾਫ ਕਰੇ। ਜਿਹੜਾ ਬੰਦਾ ਤੋਬਾ ਕਰ ਲੈਂਦਾ, ਇਸਤਗਫਾਰ ਕਰ ਲੈਂਦਾ, ਮੈਂ ਤੇ ਆਨਾ ਕਿ ਅੱਲਾ ਗਫੂਰ ਰਹੀਮ ਹੈ, ਅੱਲਾ ਮਾਫ ਕਰਨ ਵਾਲਾ ਹੈ। ਤੇ ਜਿਹੜਾ ਬੰਦਾ ਤੋਬਾ ਇਸਤਗਫਾਰ ਕਰ ਲੈਂਦਾ ਉਹਦੇ ਬਾਰੇ ਸਾਨੂੰ ਵੀ ਦਿਲ ਸਾਫ਼ ਕਰਨਾ ਚਾਹੀਦਾ ਕਿ ਸ਼ਾਇਦ ਇਹਨੇ ਜਾਣਬੁੱਝ ਕੇ ਨਾ ਕੀਤਾ ਹੋਵੇਗਾ, ਇਹਦੇ ਕੋਲੋਂ ਕੋਈ ਹੋ ਗਿਆ ਹੋਵੇਗਾ, ਉਹ ਉਹਦੇ ਉੱਤੇ ਟੈਗ ਆਪੇ ਹਟ ਜਾਂਦਾ ਹੈ। ਇੱਥੇ ਲੋਕ ਮੰਨਣ ਨੂੰ ਤੇ ਤਿਆਰ ਹੀ ਨਹੀਂ ਨਾ ਹੈ। ਅਟਵਾਲ ਸਾਹਿਬ ਕਰਕੇ ਤੇ ਮੰਨਦਾ ਹੈ ਹੀ ਕੋਈ ਨਹੀਂ ਨਾ। ਕੋਈ ਹੋਰ ਸਵਾਲ ਕਰ ਲਓ, ਇਜਾਜ਼ਤ ਦੇ ਦਿਓ। ਬੰਦੇ ਤੁਹਾਡੇ ਮੇਰੇ ਨਾਲ ਕਾਫੀ ਗੱਲਾਂ ਤੇ ਕਰਦੇ। ਤੁਹਾਡੇ ਨਾਲ ਆਪਣੇ ਦੋਸਤ ਇਮਰਾਨ ਕਾਲੋ ਸਾਹਿਬ ਨਾਲ ਤੇ ਅੱਛੀ ਖਾਸੀ ਗੱਲ ਹੁੰਦੀ ਹੈ ਤੁਹਾਡੀ ਨਾਲ, ਅਗਰ ਤੁਸੀਂ ਉਹਨਾਂ ਨਾਲ ਗੱਲ ਕੋ ਕਰਨਾ ਚਾਹੋ ਤੇ ਉਹਨਾਂ ਨਾਲ ਤੁਹਾਡੀ ਗੱਲ ਕਰਾ ਦਿਓ। ਉਹਨੇ ਵੀ ਰਾਜਪਾਲ ਦੀ ਕਿਤਾਬ ਪੜ੍ਹੀ, ਤੁਹਾਡੇ ਸਾਹਮਣੇ ਪੜ੍ਹੀ ਇੱਥੇ, ਸਲੀਮ ਮੀਰ ਨੇ ਤੇ ਉਹਨੇ ਦੋਵਾਂ ਨੇ ਰਲ ਕੇ ਰਾਜਪਾਲ ਦੀ ਕਿਤਾਬ ਪੜ੍ਹੀ ਸੀ ਕਿ ਨਹੀਂ ਸੀ ਪੜ੍ਹੀ? ਜੀ ਮੈਂ ਉਹ ਨਹੀਂ ਸੁਣੀ, ਮਤਲਬ ਕਿ ਮੇਰੇ ਇਲਮ ਚ ਨਹੀਂ ਆਇਆ। ਨਾਸਰ ਬੱਟ ਦਾ ਸਾਲਾ ਹੈ ਮਨੀਰ ਸੈਯਦ ਸਲੀਮ ਮੀਰ, ਉਹਨੇ ਰਾਜਪਾਲ ਦੀ ਕਿਤਾਬ ਪੜ੍ਹੀ ਏ ਤੇ ਇਹਨੇ ਵੀ ਨਾਲ ਪੜ੍ਹੀ ਏ, ਦੋਵਾਂ ਨੇ ਪੜ੍ਹੀ ਏ। ਉਦੋਂ ਪੜ੍ਹੀ ਏ ਜਦੋਂ ਜ਼ਿਆ ਭਾਈ ਨਾਲ ਕਿਰੇ ਦਾ ਕੋਈ ਉੱਥੇ ਹੋਈ ਸੀ ਲੜਾਈ ਲੜੋਈ, ਤੇ ਇਹਨੇ ਆਖਿਆ ਮੈਂ ਰਾਜਪਾਲ ਦੀ ਕਿਤਾਬ ਪੜ੍ਹਾਂਗਾ। ਦੂਜੇ ਦਿਨ ਨਾ ਕੇ ਪੜ੍ਹਨੀ, 2 ਦਿਨ ਪੜ੍ਹਦੇ ਰਹੇ। ਤੇ ਜ਼ਿਆ ਰਸੂਲ ਸਾਹਿਬ ਵੇਖੋ ਨਾ, ਉਹਨਾਂ ਨੇ ਮਤਲਬ ਕਿ ਮਿਰਜ਼ਾ ਸਾਹਿਬ ਦੀ ਜ਼ਿੰਦਗੀ ਤੇ ਇੱਕ ਵੀਡੀਓ ਬਣਾ ਕੇ ਚਾੜੀ, ਉਹਦੇ ਵਿੱਚ ਉਹਨਾਂ ਨੇ ਕੀ ਨਹੀਂ ਲਿਖਿਆ, ਸਭ ਕੁਝ ਕੀਤਾ। ਟਿਕਟੋਕ ਤੇ ਵੀ ਕਾਫੀ ਵਾਇਰਲ ਹੋਈ ਹੈ। ਤੇ ਤੁਹਾਡੇ ਕੋਲ ਬਹਿੰਦੇ ਨੇ, ਤੁਸੀਂ ਉਹਨਾਂ ਨੂੰ ਨਹੀਂ ਰੋਕ ਸਕਦੇ ਵੀ ਤੁਸੀਂ ਕਿਉਂ ਕਿਸੇ ਦੀ ਕਾਬਦੀਨ ਦੀ ਤੋਹੀਨ ਕਰਦੇ ਜੇ, ਜਾਂ ਕੋਈ ਤਾਰੀਖ 'ਚ ਲਫ਼ਜ਼ ਲਿਖੇ ਨੇ ਜਿਹੜੇ ਤੁਸੀਂ ਉਹ ਵੀਡੀਓ ਬਣਾ ਕੇ ਚਾੜੀ ਹੈ, ਤੇ ਉਹ ਕਿਉਂ ਚਾੜੀ ਇਹਨਾਂ ਨੇ? ਉਹ ਮੈਨੂੰ ਵੀਡੀਓ ਨਾ ਲਿੰਕ ਸੈਂਡ ਕਰਿਓ, ਮੈਂ ਦੇਖਾਂਗਾ, ਫਿਰ ਪੁੱਛ ਲਾਂਗੇ ਕਿ ਉਹਨਾਂ ਨੇ ਚਾੜੀ। ਇਹਨਾਂ ਦੇ ਚੈਨਲ ਤੇ ਪਹਿਲੇ ਕਾਫੀ ਦੇਰ ਪਹਿਲੇ ਉਹ ਟਿਕਟੋਕ ਤੇ ਚੱਲਦੀ ਵੀ ਰਹੀ ਹੈ, ਜਿੱਥੇ ਮਿਰਜ਼ਾ ਸਾਹਿਬ ਨੂੰ ਸੋਟੀ ਜੀ ਫੜਾਈ ਹੈ, ਤੇ ਉਹ ਮਤਲਬ ਕਿ ਉਹ ਕਾਫੀ ਜ਼ਿਆਦਾ ਕਾਰਟੂਨ ਜੇ ਬਣਾ ਕੇ ਤੇ ਉਹਨੇ ਚਾੜੀ ਹੈ ਜ਼ਿਆ ਰਸੂਲ ਸਾਹਿਬ ਦੀ ਆਵਾਜ਼ ਤੇ ਬਕਾਇਦਾ ਉਹਦੇ 'ਚ। ਮੈਂ ਕਿਹਾ ਮੈਨੂੰ ਵੀਡੀਓ ਵੇਖਾਂਗਾ, ਫਿਰ ਦੇਖ ਕੇ ਉਹਨਾਂ ਨਾਲ ਪੁੱਛ ਕੇ ਦੱਸ ਕਿ ਅਸੀਂ ਚਾਹੁੰਦੇ ਹਾਂ ਤੁਹਾਡੀ ਕਿਸੇ ਅਹਿਮਦੀ ਨਾਲ ਡਿਬੇਟ ਹੋਏ ਕਿਸੇ ਵੀ ਬਰਾੜ ਦੇ ਉੱਤੇ, ਕੋਈ ਤੁਹਾਨੂੰ ਜਿਹੜੀ ਬਰਾੜ ਅੱਛੀ ਲੱਗਦੀ ਹੈ, ਜਿਹੜਾ ਬੰਦਾ ਮੈਨੇਜ ਕਰ ਸਕਦਾ ਸਹੀ ਤਰ੍ਹਾਂ। ਤੇ ਅਮਨ ਨਜ਼ੀਰ ਸਾਹਿਬ ਮਤਲਬ ਕਿ ਰੋਜ਼ ਦੀ ਗੱਲਬਾਤ ਤੋਂ ਇੱਕ ਵਾਰੀ ਅਗਰ ਕੋਈ ਮਨਾਜ਼ਰਾ ਸਹੀ ਤਰੀਕੇ ਨਾਲ ਤੈਅ ਹੋ ਜਾਏ, ਅਗਰ ਤੁਸੀਂ ਫਾਤਿਹ ਇਸਲਾਮ ਭਾਈ ਨਾਲ ਜਾਂ ਰਾਜਾ ਸਾਹਿਬ ਨਾਲ ਕੋਈ ਚਾਹੋ ਤੇ ਤੁਹਾਡੀ ਸਿਟਿੰਗ ਅਸੀਂ ਰੱਖ ਸਕਦੇ ਹਾਂ। ਉਹਨਾਂ ਦੋਵਾਂ ਨਾਲ ਹੋ ਸਕਦੀ ਹੈ, ਕਾਸ਼ਫ ਸਾਹਿਬ ਨਾਲ ਹੋ ਸਕਦੀ ਹੈ, ਅਨਸਰ ਰਜ਼ਾ ਨਾਲ ਹੋ ਸਕਦੀ ਹੈ। ਇਹ ਜਿੰਨਾ ਹੁਣ ਗਾਲਾਂ ਅਨਸਰ ਰਜ਼ਾ ਸਾਹਿਬ ਤੇ ਨਹੀਂ, ਉਹਨਾਂ ਨੇ ਤੇ ਬਕੌਲੇ ਖੁਦ ਕਿਹਾ ਨਾ ਕਿ ਮੈਂ ਅਮਨ ਨਜ਼ੀਰ ਸਾਹਿਬ ਨਾਲ ਕੋਈ ਗੱਲਬਾਤ ਨਹੀਂ ਕਰਨੀ। ਬਸ ਮੈਂ ਕਹਿਣਾ ਰਾਜਾ ਤਾਲ ਮਨਾਨ ਕਰ ਲਵੇ, ਫਤਿਹ ਇਸਲਾਮ ਕਰ ਲਵੇ। ਇਹ ਕਾਸ਼ਫ ਸਾਹਿਬ ਨੇ ਪਰਸੋਂ ਚੌਥ ਕੀਤੀ 2.5 ਘੰਟੇ, ਇਹ ਕਰ ਲੈਣ, ਇਹਨਾਂ ਨਾਲ ਕੋਈ ਮਸਲਾ ਨਹੀਂ ਹੈ, ਕਰ ਸਕਦੇ ਨੇ। ਤੁਹਾਡੀ ਬਰਾੜ ਤੇ ਕਰ ਲੈਂਦੇ, ਤੁਸੀਂ ਉਹਨਾਂ ਨੂੰ ਬੁਲਾਓ। ਪਰ ਤੁਸੀਂ ਪਹਿਲਾਂ ਇਖਤਲਾਫਾਤ ਤੇ ਦੂਰ ਕਰ ਲਓ ਨਾ ਆਪਣੇ ਸਾਡੇ ਨਾਲ। ਤੁਸੀਂ ਅਗਰ ਸਾਰਿਆਂ ਦੀ ਸਫਾਈ ਦਿਓ ਨਾ, ਹੁਣ ਜਿਸ ਤਰ੍ਹਾਂ ਨਾਸਰ ਬੱਟ ਹੋ ਗਿਆ ਜਾਂ ਫੇਵਰੇਟ ਹੋ ਕਿਉਂਕਿ ਗਿਆ, ਤੁਸੀਂ ਮਿਰਜ਼ਾ ਸਾਹਿਬ ਦੇ ਜਿਹੜੇ ਉਹ
ਫੋਟੋ ਵਿਗਾੜ ਕੇ ਲਾਉਂਦੇ ਜੇ, ਉਹ ਸਾਨੂੰ ਮੈਂ ਤੇ ਅੱਜ ਨਾਮੁਨਾਸਿਬ ਤੱਕ ਜਿਹਾ ਲੱਗਦਾ ਨਾ। ਉਹਨਾਂ ਦੀ ਫੋਟੋ ਨੂੰ ਟੱਚ ਨਹੀਂ ਕੀਤਾ। ਹਾਂ, ਫੋਟੋ ਉਹਨਾਂ ਦੀ ਸਾਹਮਣੇ ਲਾ ਕੇ ਉਹਨਾਂ ਦਾ ਇਕਤਬਾਸ ਲਾਣਾ ਮੈਂ। ਕਿਤਾਬ 'ਚ ਉਹਨਾਂ ਲਿਖਿਆ ਹੈ, ਜੋ ਕੋਈ ਉਹਨਾਂ ਲਿਖਿਆ ਹੈ, ਆ ਜ਼ੈਤਨੀ ਖੁਬਸਨ ਫਲਸਤੁ ਬਿਰਬਿਕੁਮ। ਤੇ ਫਿਰ ਇਦਾਂ ਹੀ ਅਮਨ ਨਜ਼ੀਰ ਸਾਹਿਬ, ਤੁਹਾਡੀਆਂ ਜਿਹੜੀਆਂ ਭਾਬੀਆਂ ਦੀਆਂ ਕਿਤਾਬਾਂ ਨੇ, ਸਾਡੇ ਦੋਸਤ ਜੋ ਪੜ੍ਹਦੇ ਨੇ, ਫਿਰ ਮਤਲਬ ਮਸਲਾ ਕਿ ਉੱਥੇ ਖੜਾ ਹੋ ਜਾਂਦਾ। ਤੁਸੀਂ ਵੀ ਲਾਓ, ਜਿਹੜੇ ਭਾਬੀਆਂ ਦੀ ਕਿਤਾਬ 'ਚ ਕੋਈ ਨਜਾਇਜ਼ ਲਫ਼ਜ਼, ਉਸ ਭਾਬੀ ਦੀ ਫੋਟੋ ਲਾਓ ਤੇ ਨਾਲ ਉਹਦਾ ਇਕਤਬਾਸ ਲਾਓ, ਕੋਈ ਹਰਜ ਨਹੀਂ ਹੈ। ਜਿਹਨੇ ਲਿਖਿਆ ਉਹ ਜ਼ਿੰਮੇਦਾਰ ਹੈ। ਜੋ ਮਿਰਜ਼ਾ ਸਾਹਿਬ ਲਿਖਿਆ ਹੈ ਉਹਨਾਂ ਦੀ ਕਿਤਾਬ ਦਾ ਇਕਤਬਾਸ ਲਾਣਾ ਗਲਤ ਗੱਲ ਹੈ, ਬੁਰੀ ਗੱਲ ਹੈ। ਹਾਂ, ਅਗਰ ਫੋਟੋ ਐਡਿਟ ਕਰਕੇ ਉਹਦੇ ਉੱਤੇ ਕੋਈ ਸੋਟੀ ਜਾਂ ਜੁੱਤੀ ਜਾਂ ਕੋਈ ਨਜਾਇਜ਼ ਲਫ਼ਜ਼, ਨਹੀਂ, ਉਹ ਦੁਰੇ ਮੁਖਤਾਰ ਦੇ ਹਵਾਲਾ ਵੀ ਰੋਜ਼ਾ ਇੰਜ ਟੁੱਟਦਾ ਤੇ ਇੰਜ ਮਤਲਬ ਜੋ ਵੀ ਹੈ, ਦੁਰੇ ਲਿਖਿਆ ਮੁਖਤਾਰ ਨਾ। ਦਾ ਸਕੈਨ ਲਾਓ ਤੇ ਫੋਟੋ ਲਾਓ ਤੇ ਉਹਦਾ ਸਕੈਨ ਲਾਓ, ਪੜੋ ਜੋ ਲਿਖਿਆ। ਮੈਂ ਕਿਹੜਾ ਬਿਆਨ ਮੈਂ ਤੁਹਾਨੂੰ ਭੇਜ ਦਾਂਗਾ, ਸੋਟੀ ਅਗਰ ਪੂਰੀ ਜਾਏ ਤੇ ਉਹ ਰੋਜ਼ਾ ਨਹੀਂ ਟੁੱਟਦਾ, ਅਗਰ ਉਹ ਜੋ ਕੁਝ ਵੀ ਹੈ, ਜਿੰਨੇ ਜੋ ਕੁਝ ਲਿਖਿਆ ਤੁਸੀਂ ਲਾਓ। ਤਾਹਿਰ ਸਾਹਿਬ, ਮੇਰਾ ਕੀ ਇਤਰਾਜ਼? ਮੈਂ ਤਾਂ ਕੁਰਾਨ ਦੀ, ਮਤਲਬ ਤੁਸੀਂ ਆਪਣੀ ਉਸ ਕਿਤਾਬ ਤੋਂ ਇਨਕਾਰ ਕਰਦੇ ਜੇ ਅਮਨ ਨਜ਼ੀਰ ਸਾਹਿਬ? ਮੇਰੀ ਤਾਂ ਕਿਤਾਬ ਸਿਰਫ ਕੁਰਾਨ ਤੇ ਹਦੀਸ ਹੈ ਬਸ। ਮਤਲਬ ਭਾਬੀਆਂ ਦੇ ਜਿਹੜਾ ਉਲਮਾ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਨੇ, ਉਹਨਾਂ ਦੇ ਤੁਹਾਡਾ ਕੋਈ ਨਹੀਂ ਅਕਾਇਦ? ਉਲਮਾ ਨੇ ਸਹੀ ਵੀ ਗੱਲਾਂ ਕੀਤੀਆਂ ਨੇ ਤੇ ਕਈਆਂ ਨੇ ਗਲਤ ਵੀ ਗੱਲਾਂ ਵਿੱਚ ਕੀਤੀਆਂ ਨੇ। ਤੇ ਫਿਰ ਇਹ ਕੀ ਇਹਦੀ ਮਤਲਬ ਕਿ ਵਜ੍ਹਾ ਹੋ ਜਾਂਦੀ ਹੈ ਉੱਥੇ ਕਿ ਤੁਹਾਨੂੰ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਯਾਦ ਆ ਜਾਂਦੀਆਂ ਨੇ, ਉਹ ਤੁਸੀਂ ਸਾਰੀਆਂ ਪੜ੍ਹੀਆਂ ਨੇ, ਤੁਸੀਂ ਵੀ ਹਰ ਆਂਦੇ ਹੋ ਹਵਾਲਾ ਤੁਸੀਂ ਕੱਢ ਲਿਆਉਂਦੇ ਜੇ। ਮਤਲਬ ਤੁਸੀਂ ਇਹ ਤੇ ਮੰਨਦੇ ਬਾਕੀ ਜਿਹੜੇ ਬਾਕੀ ਫਿਰਕੇ ਨੇ, ਅਹਿਮਦ ਰਜ਼ਾ ਬਰੇਲਵੀ ਜਾਂ ਵਹਾਬੀਆਂ ਦੇ ਜਿਹੜੇ ਜੋ ਬੰਦੀਆਂ ਦੀਆਂ ਕਿਤਾਬਾਂ ਨੇ, ਉਹ ਤੁਸੀਂ ਨਹੀਂ ਪੜ੍ਹਦੇ। ਅੱਛਾ। ਤੇ ਰੂਹਾਨੀ ਖਜ਼ਾਇਨ ਤੇ ਫੌਰਨ ਤੁਸੀਂ ਚਲੇ ਜਾਂਦੇ ਜੇ, ਕੋਈ ਵੀ ਹਵਾਲਾ ਹੋਏ। ਤੇ ਇਹ ਤੁਸੀਂ ਇੰਨੀ ਤਹਿਕੀਕਾਤ ਤੇ ਇੰਨੀ ਮਤਲਬ ਕਿ ਪੜ੍ਹਾਈ ਲਿਖਾਈ ਤੇ ਇੰਨਾ ਇਲਮ ਜਿਹੜਾ ਰੂਹਾਨੀ ਖਜ਼ਾਇਨ ਤੋਂ ਕਿੱਦਾਂ ਤੁਸੀਂ ਲੈ ਲੈਂਦੇ? ਹਾਂ, ਅਸਲ ਦੇ ਵਿੱਚ ਤਾਹਿਰ ਸਾਹਿਬ, ਜਿਹੜੀਆਂ ਮੌਲਵੀਆਂ ਨੇ ਗੱਲਾਂ ਅਸੀਂ ਆਨੇ ਕਿ ਇਹ ਮੌਲਵੀ ਦੀ ਸਹੀ ਹੈ ਤੇ ਇਹ ਮੌਲਵੀ ਦੀ ਗੱਲ ਗਲਤ ਹੈ, ਕਿਆ ਤੁਸੀਂ ਵੀ ਮਿਰਜ਼ਾ ਸਾਹਿਬ ਦੇ ਬਾਰੇ ਕਹਿ ਸਕਦੇ ਹੋ ਕਿ ਇਹ ਉਹਨਾਂ ਦੀ ਗੱਲ ਸਹੀ ਹੈ ਤੇ ਇਹ ਉਹਨਾਂ ਦੀ ਗੱਲ ਗਲਤ ਹੈ? ਤੁਸੀਂ ਤਾਂ ਕਹਿ ਨਹੀਂ ਸਕਦੇ। ਇਸ ਗੱਲੇ ਮਿਰਜ਼ਾ ਸਾਹਿਬ ਦੀਆਂ ਗੱਲਾਂ ਲੋਕਾਂ ਦੇ ਅੱਗੇ ਰੱਖੀ ਦੀਆਂ ਨੇ, ਕਿਉਂਕਿ ਤੁਸੀਂ ਇਨਕਾਰ ਹੀ ਨਹੀਂ ਕਿਸੇ ਗੱਲ ਦਾ ਕਰਦੇ। ਜੋ ਕੁਝ ਵੀ ਉਹਨਾਂ ਲਿਖਿਆ ਹੈ, ਤੁਸੀਂ ਉਹਨਾਂ ਨੂੰ ਨਬੀ ਮੰਨਦੇ ਹੋ, ਤੁਸੀਂ ਉਹਨਾਂ ਦੀ ਹਰ ਗੱਲ ਨੂੰ ਆਨ ਕਰਦੇ ਹੋ। ਜੀ ਮਤਲਬ ਕਿ ਤੁਸੀਂ ਕੋਈ, ਮੈਂ ਆਪਣੇ ਕਿਸੇ ਮੁਰੱਬੀ ਸਾਹਿਬ ਨੂੰ ਜਾਂ ਕਿਸੇ ਕੋਲੋਂ ਆਲਮ ਕੋਲੋਂ ਪੁੱਛ ਲਾਂਗਾ, ਅਗਰ ਤੁਹਾਨੂੰ ਕਿਸੇ ਵੀ ਕਿਤਾਬ ਤੇ ਇਤਰਾਜ਼ ਹੈ ਕਿ ਇਹ ਹਵਾਲਾ ਗਲਤ ਹੈ, ਜੋ ਵੀ ਹੈ, ਤੁਸੀਂ ਆਪਣਾ ਹਵਾਲਾ ਪੇਸ਼ ਕਰ ਦਿਓ ਤੇ ਮੈਂ ਉਹਨਾਂ ਨੂੰ ਪੁੱਛ ਲਾਂਗਾ, ਪੁੱਛ ਕੇ ਤੁਹਾਨੂੰ ਜਵਾਬ ਦੇ ਦਾਂਗਾ। ਇਹਨਾਂ ਨੂੰ ਮੇਰੇ ਸਾਹਮਣੇ ਭਾਵੇਂ ਜਿਹੜੇ 3 ਬੰਦੇ ਦੱਸੇ ਨੇ, ਕਾਸ਼ਫ ਸਾਹਿਬ ਹੋ ਗਏ, ਰਾਜਾ ਤਾਲ ਮਨਾਨ, ਫਾਤੇ ਇਸਲਾਮ, ਤੁਸੀਂ ਆਖੇ ਨੇ ਨਾ, ਇਹਨਾਂ ਨੂੰ ਭਾਵੇਂ ਮੇਰੇ ਸਾਹਮਣੇ, ਤੁਹਾਡੇ ਸਾਹਮਣੇ ਉਹਨਾਂ ਨਾਲ ਗੱਲਬਾਤ ਕਰਕੇ, ਅਗਰ ਉਹ ਮਤਲਬ ਕਿ ਤੁਸੀਂ ਵੀ ਟਾਈਮ ਕੱਢੋ, ਉਹ ਵੀ ਕੱਢਣ, ਤੇ ਜੇ ਤੁਸੀਂ ਕਿਸੇ ਮਤਲਬ ਕਿ ਬਰਾੜ ਜਿਹੜੀ ਹੈ ਜਿੱਥੇ ਸਹੀ ਤਰ੍ਹਾਂ ਹੋਸਟ ਕੀਤਾ ਜਾਏ, ਉੱਥੇ ਅਸੀਂ ਬਹਾ ਜਾਈਏ ਤੇ ਉਹ ਫਿਰ ਤੁਹਾਨੂੰ ਮਤਲਬ ਕਿ ਕੰਫਰਟੇਬਲ ਹੋ, ਤੁਸੀਂ ਵੀ ਦਿਓ ਵੀ, ਤੇ ਹੋ ਸਕਦੀ ਹੈ ਡਿਬੇਟ, ਕੋਈ ਮਸਲਾ ਨਹੀਂ। ਹੁਸੈਨੀ ਸਾਹਿਬ ਦੀ ਬਰਾੜ ਨਾਲ ਜ਼ਿਆਦਾ ਕਿਹੜੀ ਬੈਲੈਂਸ ਬਰਾੜ ਹੈ? ਉਹ ਸਭ ਦਾ ਇਤਰਾਮ ਕਰਦੇ ਨਹੀਂ, ਹੁਸੈਨੀ ਸਾਹਿਬ ਤੇ ਉੱਥੇ ਸ਼ਾਤਮੀਅਤ ਹੁੰਦੀ ਹੈ, ਆਪਣੇ ਅਮਨ ਸਾਹਿਬ ਤੁਹਾਨੂੰ ਪਤਾ ਹੀ ਹੈ। ਗੱਲਬਾਤ ਹੁੰਦੀ ਹੈ ਜਦੋਂ ਮਨਾਜ਼ਰਾ। ਹੁਣ ਕਾਸ਼ਫ ਸਾਹਿਬ ਨਾਲ ਗੱਲਬਾਤ ਹੋਈ, ਕੋਈ ਮਸਲਾ ਹੋਇਆ? ਜੀ ਮੈਂ ਸੁਣੀ ਨਹੀਂ, ਅਗਰ ਮੈਂ ਸੁਣੀ ਹੁੰਦੀ ਤੇ ਫਿਰ ਮੈਂ ਆਪਣੀ ਰਾਏ ਦੇ ਸਕਦਾ ਸੀ। ਕਿਹਾ ਜੇ ਕਾਸ਼ਫ ਸਾਹਿਬ ਨੂੰ ਵੀ ਆਮਰ ਨੇ ਕੋਈ ਨਜਾਇਜ਼ ਲਫ਼ਜ਼ ਬੋਲਿਆ ਮਿਰਜ਼ਾ ਸਾਹਿਬ ਦੇ ਬਾਰੇ? ਇੱਕ ਲਫ਼ਜ਼ ਬੋਲ ਕੇ ਦੱਸ ਦੇ ਵੀ ਮੈਂ ਨਜਾਇਜ਼ ਲਫ਼ਜ਼ ਬੋਲਿਆ। ਨਹੀਂ, ਉਹ ਅੱਛੇ ਨੇ, ਅੱਛੇ ਡਿਬੇਟਰ ਨੇ, ਬੋਲਦੇ ਨੇ, ਉਹਨਾਂ ਨਾਲ ਗੱਲ ਹੋ ਸਕਦੀ ਹੈ। ਤੇ ਅਮਨ ਨਜ਼ੀਰ ਸਾਹਿਬ, 2-4 ਦਿਨ ਤੋਂ ਅਫਜ਼ਲ ਵੜੈਚ ਸਾਹਿਬ ਵਾਲਾ ਜਿਹੜਾ ਵਾਕਿਆ ਚੱਲ ਰਿਹਾ, ਇਹ ਕੀ ਇਹਦਾ ਲੁਬੇ ਲਬਾਬ? ਯਾਰ ਉਹ ਬੜਾ ਆਪਣਾ ਟਵਾਲ ਸਾਹਿਬ, ਮੈਂ ਉਹਨਾਂ ਨੂੰ ਜ਼ਿਆਦਾ ਜਾਣਦਾ ਨਹੀਂ, ਇੱਥੇ ਕਰੀ ਉਹਨਾਂ ਨਾਲ ਮੁਲਾਕਾਤ। ਨਹੀਂ, ਟਵਿੱਟਰ ਤੇ ਕਾਫੀ ਐਕਟਿਵ ਨੇ ਨਾ ਉਹ, ਮੈਂ ਉਹਨਾਂ ਟਵਿੱਟਰ ਤੇ ਵੀ ਉਹਨਾਂ ਨੂੰ ਜਾਣਦਾ। ਟਵਿੱਟਰ ਤੇ ਹੁੰਦੇ ਸਨ, ਮੈਂ ਉਹਨਾਂ ਦਾ ਕੋਈ ਜ਼ਿਆਦਾ ਵਾਕਫ ਨਹੀਂ ਹਾਂ। ਇੱਥੇ ਕੋਈ ਉਹਨਾਂ ਦੀ ਕੋਈ ਖੈਬ ਖੈ ਹੋ ਗਈ ਹੈ ਬੰਦਿਆਂ ਨਾਲ, ਤੇ ਉਹ ਜਾਣਨ ਤੇ ਨਹੀਂ, ਉਹ ਤੁਹਾਡੇ ਫਿਰਕੇ ਦਾ ਵੀ ਅਕਸਰ ਨਜ਼ੀਰੀਆ ਫਿਰਕਾ ਵੀ, ਚਲੋ ਮੈਂ ਤਾਂ ਨਹੀਂ ਆਉਂਦਾ ਜ਼ਿਕਰ ਕਰਦੇ ਰਹਿੰਦੇ ਨੇ, ਕਿਉਂਕਿ ਕੱਲ ਉਹਨਾਂ 24 ਘੰਟੇ ਬਰਾੜ ਲਾਈ ਹੈ ਤੇ ਉਹਨਾਂ ਨੇ ਉਹ ਜਿਹੜਾ ਸੀ, ਕੀ ਨਾਂ ਹੈ ਉਹਦਾ ਤੁਹਾਡਾ, ਉਹ ਸਪੇਨ ਤੋਂ, ਕੀ ਨਾਂ ਹੈ ਉਹਦਾ, ਬਲਾਲ ਹਨੀਫ, ਉਹਨੂੰ ਮਾਈਕ ਤੇ ਬੋਲਣ ਨਹੀਂ ਦਿੱਤਾ। ਤੇ ਇਹ ਵੀ ਕਿਸੇ ਨੇ ਇਤਰਾਜ਼ ਕੀਤਾ ਹੈ ਕਿ ਬਲਾਲ ਹਨੀਫ ਨੂੰ ਮੌਕਾ ਨਹੀਂ ਦਿੱਤਾ ਗਿਆ। ਤੁਹਾਡੀ ਨੁਮਾਇੰਦਗੀ ਕਰਨ ਨਹੀਂ ਗਿਆ ਸੀ। ਹੋਰ ਮੈਂ ਇੱਕ ਬੰਦਾ ਉੱਥੇ ਵੇਖਿਆ ਤੁਹਾਡੀ ਨੁਮਾਇੰਦਗੀ ਕਰ ਰਿਹਾ ਸੀ, ਆ ਤੇਰੇ ਜਿੰਨ ਕੱਢਾਂ, ਉਹਨੇ ਵੀ ਇਹ ਸਵਾਲ ਉਠਾਇਆ ਸੀ ਕਿ ਅਮਨ ਨਜ਼ੀਰ ਸਾਹਿਬ ਦਾ ਬਲਾਲ ਹਨੀਫ ਆਇਆ ਸੀ ਤੇ ਉਹਨੂੰ ਗੱਲ ਨਹੀਂ ਤੁਸੀਂ ਕਰਨ ਦਿੱਤੀ। ਤੇ ਮਤਲਬ ਕਿ ਉਹ ਹੁਣ ਇਸ ਗੱਲ ਤੇ ਮੰਨ ਗਏ ਨੇ ਕਿ ਹਜ਼ਰਤ ਮਿਰਜ਼ਾ ਸਾਹਿਬ ਦੇ ਨਾਲ ਅਲੈਹਿਸਸਲਾਤੁ ਵਸਸਲਾਮ ਤੁਸੀਂ ਲਾ ਸਕਦੇ ਜੇ। ਤੇ ਤੁਹਾਡਾ ਇਹਦੇ ਬਾਰੇ ਕੀ ਨੈਰੇਟਿਵ ਹੈ ਕਿ ਅਸੀਂ ਮਤਲਬ ਕਿ ਅਗਰ ਤੁਹਾਡੀ ਬਰਾੜ ਕਿਸੇ ਤੇ ਹੁੰਦੇ ਆ ਤਾਂ ਮਿਰਜ਼ਾ ਸਾਹਿਬ ਦੇ ਨਾਲ ਅਲੈਹਿਸਸਲਾਤੁ ਵਸਸਲਾਮ ਲਾ ਸਕਦੇ ਆ ਕਿ ਨਹੀਂ ਲਾ ਸਕਦੇ? ਵੈਰੀ ਗੁੱਡ ਕੁਐਸਚਨ। ਤੁਹਾਡੇ ਜਿੰਨੇ ਸਵਾਲ ਨੇ ਸਭ ਤੋਂ ਅੱਛਾ ਸਵਾਲ ਹੈ ਤੁਸੀਂ ਕੀਤਾ। ਮੈਨੂੰ 2.5 ਸਾਲ ਹੋ ਗਏ ਨੇ ਟਿਕਟੌਕ ਤੇ। ਜੀ, ਅੱਜ ਤਾਈਂ ਮੈਂ ਮਨਾ ਨਹੀਂ ਕੀਤਾ
ਕਿ ਸਾਡੀ ਬਰਾੜ ਦੇ ਉੱਤੇ ਕੋਈ ਲਫ਼ਜ਼ ਨਾ ਬੋਲਿਆ ਜਾਏ। ਹਾਂ ਮੈਂ ਇਹ ਕਹਿਣਾ, ਬਿਲਕੁਲ ਤੁਹਾਡੇ ਕੋਲ ਮੈਂ ਸੁਣਿਆ ਅੱਜ ਤੱਕ ਹਾਂ ਨਹੀਂ ਸੁਣਿਆ। ਮੈਂ ਇਹ ਕਹਿਣਾ ਕਿ ਤੁਹਾਨੂੰ ਹੱਕ ਹੈ ਤੇ ਮੈਨੂੰ ਵੀ ਆਪਣੇ ਕੀਦੇ ਦੇ ਬਿਆਨ ਕਰਨ ਦਾ ਹੱਕ ਹੈ। ਜੇ ਤੁਸੀਂ ਬਿਆਨ ਕਰ ਸਕਦੇ ਹੋ ਤਾਂ ਮੈਂ ਵੀ ਆਪਣਾ ਕੀਦਾ ਬਿਆਨ ਕਰ ਸਕਦਾ। ਜਿਹੜਾ ਮੇਰੇ ਨਾਲ ਮੇਰਾ ਮੁਸਲਮਾਨ ਭਾਈ ਬੈਠੇ ਹੈ ਉਹਨੂੰ ਵੀ ਹੱਕ ਹੈ ਨਾ ਬਿਆਨ ਕਰਨ ਦਾ, ਉਹ ਆਪਣਾ ਕੀਦਾ ਬਿਆਨ ਕਰੇ, ਤੁਸੀਂ ਆਪਣਾ ਕੀਦਾ ਨਹੀਂ ਬਿਆਨ ਕਿ ਕਿਹੜੇ ਗਰੁੱਪ ਨੇ ਪਾਬੰਦੀ ਲਵਾਈ ਸੀ ਕਿ ਨਹੀਂ ਕਹਿਣਾ? ਇਸੇ ਬੰਦੇ ਨੇ ਇਹ ਜਿਹਦੇ ਜ਼ਿਕਰ ਪੇ ਕਰਦੇ ਹੋ ਨਾ, ਇਹਨੇ ਹੀ ਆ ਕੇ ਇਹਨੂੰ ਬਹਿਸ ਸ਼ਿਆਸ ਨੂੰ ਛੇੜਿਆ। ਅਸੀਂ ਤੇ 2.5 ਸਾਲ ਤੋਂ ਇੱਕੋ ਗੱਲ ਤੇ ਕਾਇਮ ਆ। ਉਹ ਤੇ ਬੰਦਾ ਮੰਨ ਗਿਆ ਨਾ, ਅਹਿਮਦੀ ਸਭ ਤੋਂ ਅੱਛੇ ਨੇ, ਉਹਨਾਂ ਦੇ ਖਿਲਾਫ ਸਭ ਤੋਂ ਜ਼ਿਆਦਾ ਅੱਛੇ ਨੇ। ਉਹ ਮੰਨ ਗਿਆ ਤੇ ਠੀਕ ਹੈ, ਅੱਛੀ ਗੱਲ, ਮੰਨ ਗਿਆ ਤੇ ਖੁਸ਼ੀ ਦੀ ਗੱਲ ਹੈ। ਤੇ ਇਦਾਂ ਹੀ ਮੈਂ ਨਾ ਅਮਰ ਜੀ ਸਾਹਿਬ ਤੁਸੀਂ ਵੀ ਸਾਫਟ ਮਾਈਂਡ ਰੱਖੋ, ਅਹਿਮਦੀਆਂ ਦੇ ਬਾਰੇ ਕੋਈ ਆਪਣਾ ਨਰਮ ਲਹਿਜਾ ਇਸਤੇਮਾਲ ਕਰੋ। ਮੇਰਾ ਸੈਣੀ ਸਾਹਿਬ ਕੋ ਗਵਾਹੀ ਲਿਓ, ਮੈਂ ਬਹੁਤ ਮੁਸਬਤ ਜ਼ਹਿਨ ਰੱਖਣਾ ਅਹਿਮਦੀਆਂ ਦਾ, ਮੈਂ ਮੁਬੱਲਗ ਹੀ ਅਹਿਮਦੀਆਂ ਦਾ ਵਾ। ਮੈਂ ਦੇ ਕਿਉਂਕਿ ਅੰਦਰ ਖਾਤੇ ਤੇ ਤੁਹਾਡਾ ਜਿਹੜਾ ਨਿਜ਼ਾਮ ਜਿਹੜਾ WhatsApp ਤੇ ਚੱਲ ਰਿਹਾ ਆਪਣੇ ਨਾਸਰ ਭੱਟ ਨਾਲ ਵੀ, ਹਾਂ ਬਾਹਰ ਦੀ ਜਿਹੜੀ ਮੁਖਾਲਫਤ ਹੈ ਉਹ ਤੁਸੀਂ ਜਮਾਤ ਦੇ ਉੱਤੇ ਕਿਉਂ ਕੱਢਦੇ ਜੇ ਜ਼ਿਆਦਾ ਤੋਂ ਜ਼ਿਆਦਾ? ਨਹੀਂ, ਜਿਹੜਾ ਬੰਦਾ ਹੁਣ ਗਾਲਾਂ ਕੱਢੇਗਾ ਜਾਂ ਤੋਹੀਨ ਉਹ ਕਰੇਗਾ, WhatsApp ਤੇ ਵੀ ਤੁਹਾਨੂੰ ਇੰਝ ਹੀ ਗਾਲਾਂ ਕੱਢਦਾ ਨਾਸਰ ਭੱਟ। WhatsApp ਦੇ ਤੇ ਇੰਨੇ ਕੋ ਗਾਲਾਂ ਦੇ ਮੈਸੇਜ ਭਰੇ ਪਏ ਨੇ, ਜੇ ਖੁਦ ਮੈਂ ਇੱਥੇ ਪਲੇ ਕਰਾਂ ਤੁਸੀਂ ਹੈਰਾਨ ਨਹੀਂ ਹੋ ਜਾਓਗੇ। WhatsApp ਦੇ ਤੇ 27 ਮੈਸੇਜ ਕਰਦਾ ਇੱਕ ਸਾਹ 'ਚ। ਮੈਂ ਸੁਣਨੇ ਹੀ ਬੰਦ ਕਰਤੇ। ਇਸ ਨੰਬਰ ਤੋਂ ਮੈਂ ਬਲਾਕ ਕਰ, ਜਿਹੜਾ ਮੈਂ ਪੁਰਾਣਾ ਅਸਲੀ ਨੰਬਰ ਹੈ ਤੇ ਮੈਨੂੰ ਬਲਾਕ ਕੀਤਾ। ਉਹਨੂੰ ਅਸਦ ਨੂੰ ਕਹਿਣ ਲੱਗਾ ਬਹਿਰੇਨ ਨੂੰ, ਇਹਨੇ ਮੈਨੂੰ ਬਲਾਕ ਕਰਤਾ। ਉਹ ਦੂਜਾ ਨੰਬਰ ਉਹਦੇ ਤੇ ਫਿਰ ਕਰਦਾ ਰਹਿੰਦਾ, ਉਹ ਪਿਆ ਰਹਿੰਦਾ, ਉਹ ਮੈਂ ਚੈੱਕ ਹੀ ਨਹੀਂ ਅੱਡਾ ਕਰਦਾ। ਉਹਦੇ ਤੇ ਵੀ ਇਹਨੇ ਦਰਜਨਾਂ ਦੇ ਹਿਸਾਬ ਤੇ ਮੈਸੇਜ ਕੀਤੇ ਜਿਨ੍ਹਾਂ 'ਚ ਗੰਦੀਆਂ ਗਾਲਾਂ ਕੱਢੀਆਂ। ਇਹ ਬਿਮਾਰ ਆਦਮੀ ਹੈ, ਤੁਹਾਨੂੰ ਪਤਾ ਹੈ, ਇਹਨੇ ਟੱਕਰ ਮਾਰ ਦੇਣੀ ਕਿਸੇ ਟਾਲੀ ਨੂੰ। ਇਹ ਗਾਲੀਬਾਜ਼ ਆਦਮੀ ਹੈ। ਇਹਨੇ ਤੇ ਇਹੋ ਜਿਹੇ ਬੰਦਿਆਂ ਨੇ ਤੇ ਕੰਮ ਸਾਰਾ ਖਰਾਬ ਕੀਤੇ ਹੈ। ਨਹੀਂ ਅਮਨ ਜੀ ਸਰ, ਤੁਹਾਡਾ ਮਨਾਜ਼ਰਾ ਇੱਕ ਵਾਰੀ ਪਹਿਲੇ ਵੀ ਰੱਖਿਆ ਸੀ ਆਪਣੇ ਮੀਰ ਲਤੀਫ ਸਾਹਿਬ ਨਾਲ, ਜੀ ਤੇ ਉਹਦੇ 'ਚ ਥੋੜੀ ਗੜਬੜ ਤੁਸੀਂ ਕਰਤੀ ਸੀ। ਤੁਸੀਂ ਮਾਈਕ ਲਾ ਦਿੰਦੇ ਜੇ, ਤੁਹਾਡੇ ਅਗਰ ਕੋਈ ਗੱਲ ਤੁਹਾਡੇ ਜ਼ਿਹਨ ਗਵਾਰਾ ਨਹੀਂ ਕਰਦੀ ਜਾਂ ਤੁਸੀਂ ਜਵਾਬ ਨਹੀਂ ਉੱਥੇ ਦੇ ਸਕਦੇ, ਤੁਸੀਂ ਫਿਰ ਮਾਈਕ ਤੇ ਉੱਤਰ ਆਉਂਦੇ ਜੇ। ਇੰਝ ਨਹੀਂ ਹੁੰਦਾ। ਤੇ ਮੈਨੂੰ ਥੋੜਾ ਇਹ ਡਰ ਲੱਗਦਾ ਕਿ ਤੁਸੀਂ ਅਗਰ ਮਾਈਕ ਦਾ ਨਾ ਇਸਤੇਮਾਲ ਕਰੋ ਤੇ ਫਿਰ ਗੱਲ ਜਿਹੜੀ ਹੈ ਤਹੱਮਲ ਦੇ ਨਾਲ ਹੋ ਸਕਦੀ ਹੈ। ਅਗਰ ਅਗਲਾ ਬੰਦਾ ਆਪਣੀ ਵਾਰੀ 'ਚ ਗੱਲ ਕਰੇ ਤੇ ਮੈਂ ਆਪਣੀ ਵਾਰੀ 'ਚ ਗੱਲ ਕਰਾਂ ਤੇ ਮਾਈਕ ਦੀ ਤੇ ਲੋੜ ਹੀ ਨਹੀਂ ਪੈਂਦੀ ਤਾਹਿਰ ਸਾਹਿਬ। ਨਹੀਂ, ਜਦੋਂ ਆਮਣੇ ਸਾਹਮਣੇ ਭਾਇਆ ਹੋਣਾ ਹੋਸ ਟੂ ਹੋਸ, ਫਿਰ ਕਿੰਨੇ ਤੁਹਾਨੂੰ ਰੋਕਣਾ ਹੈ ਜਾਂ ਕਿੰਨੇ ਕਰਨਾ? ਵਾਰੀ ਵਾਰੀ ਗੱਲ ਕਰੀਏ ਫਿਰ ਰੋਲਾ ਕੋਈ ਨਹੀਂ। ਰੋਲਾ ਉਦੋਂ ਪੈਂਦਾ ਜਿਹੜਾ ਅਗਲਾ ਗੱਲ ਨਹੀਂ ਸੁਣਦਾ, ਆਵਾਜ਼ ਉੱਚੀ ਕਰ ਲੈਂਦਾ ਹੈ, ਫਿਰ ਮੈਨੂੰ ਵੀ ਉੱਚੀ ਕਰਨੀ ਪੈਣੀ ਹੈ। ਲਾ ਮਾਲਾ ਮੈਂ ਵੀ ਫਿਰ ਮਾਈਕ ਨਾਲ ਉੱਚੀ ਆਵਾਜ਼ 'ਚ ਬੋਲਣਾ, ਰੋਲਾ ਪੂਰਾ ਇੰਨੀ ਗੱਲ ਹੈ। ਨਾ ਕੋਈ ਬੰਦਾ ਰੋਲਾ ਪਾਏ। ਵਾਰੀ ਵਾਰੀ ਇਹ ਕਾਸ਼ਿਫ ਸਾਹਿਬ ਨਾਲ ਗੱਲ ਹੁੰਦੀ ਰਹੀ ਹੈ, ਤਾਹਿਰ ਉਹ ਕੀ ਨਾ ਰਾਜਾ ਤਾਲ ਮਨਾਨ ਨਾਲ 2 ਮਨਾਜ਼ਰੇ ਹੋਏ ਨੇ, ਕੋਈ ਮਸਲਾ ਬਣਿਆ? ਕਾਸ਼ਿਫ ਸਾਹਿਬ ਤਾਂ ਨਵੇਂ ਆਏ ਨੇ ਨਾ। ਰਾਜਾ ਸਾਹਿਬ ਨੇ ਤੁਹਾਡਾ ਮਨਾਜ਼ਰਾ ਹੋਇਆ, ਠੀਕ ਹੈ, ਫਿਰ ਰਾਜਾ ਸਾਹਿਬ ਨੇ ਉਹਦੇ ਬਾਅਦ ਤੁਹਾਡੇ ਨਾਲ ਕੋਈ ਮਨਾਜ਼ਰਾ ਤੇ ਨਹੀਂ ਨਾ ਤੈਅ ਕੀਤਾ। ਉਹ ਤੁਸੀਂ ਬੰਦ ਕਰਾਤਾ ਨਾ ਮਨਾਜ਼ਰਾ, ਗਾਲਾਂ ਕੱਢ ਕੇ। ਨਹੀਂ ਬੰਦ ਨਹੀਂ, ਤੁਸੀਂ ਮਤਲਬ ਕਿ ਵਿੱਚ ਹੀ ਮਨਾਜ਼ਰੇ ਦੇ ਜਵਾਬ ਦਿੱਤੋਂ ਬਗੈਰ ਹੀ ਤੁਸੀਂ ਚਲੇ ਗਏ ਸੀ। ਤੁਸੀਂ ਮੈਂ ਨਹੀਂ ਚਲਾ ਗਿਆ, ਕਹੋ ਕਿ ਤੁਸੀਂ ਉਹ ਸ਼ਿਕਸਤ ਜਿਹੜੀ ਆਪਣੀ ਤਸਲੀਮ ਕਰ ਲਈ ਸੀ। ਜੋ ਵੀ ਤੁਸੀਂ ਉਹ ਸ਼ਿਕਸਤ ਆਖੋ, ਫਤਹ ਆਖੋ, ਲੇਕਿਨ ਜੋ ਕੋਈ ਉਸ ਮਨਾਜ਼ਰੇ 'ਚ ਹੋਇਆ ਹੈ ਉਹਦਾ ਨਤੀਜਾ ਇਹ ਹੈ, ਪਿਛਲੇ ਤੋਂ ਪਿਛਲੇ ਹਫਤੇ ਪਿਆ ਆਉਂਦਾ ਆ, ਉਹ ਪੇ ਆਂਦੇ ਹੈ ਉਹਨੂੰ, ਉਹ ਮਜ਼ਲੂਮ ਸ਼ਾਹ ਨੂੰ, ਬਈ ਤੂੰ ਮਨਾਜ਼ਰੇ ਦੇ ਵਿੱਚ ਜਿਹੜੇ ਆਮਰ ਨੂੰ 5 ਮਿੰਟ ਦਿੱਤੇ ਨੇ ਉਹਨੇ ਸਾਡੇ ਪੱਲੇ ਕੱਖ ਨਹੀਂ ਛੱਡਿਆ। ਇਹ ਹਾਂਜੀ, ਉਹ ਮਨਾਜ਼ਰੇ ਦੀ ਵਜ੍ਹਾ ਨਾਲ ਆਪਣੇ ਅਮਰ ਨਜ਼ੀਰ ਸਾਹਿਬ ਸਾਡਾ ਉਹਨਾਂ ਨਾਲ ਇਖਤਲਾਫ ਹੋਇਆ, ਸਾਡੀ ਕਾਫੀ ਜ਼ਿਆਦਾ ਗੜਬੜ ਹੋਈ ਤੇ ਫਿਰ ਤੁਹਾਨੂੰ ਪਤਾ ਕੀ ਨਹੀਂ ਹੋਇਆ, ਕੀ ਉਹ ਤੁਹਾਡੇ ਮਨਾਜ਼ਰੇ ਦੀ ਵਜ੍ਹਾ ਨਾਲ ਹੀ ਹੋਇਆ ਨਾ। ਪਰ ਤੁਸੀਂ ਜਦੋਂ ਵਾਸੇ ਭਾਈ ਨੇ ਗੱਲ ਕੀਤੀ, ਤੁਸੀਂ ਫਿਰ ਉਹਨੂੰ ਉਲਟੇ ਜਿਹਾ ਜਵਾਬ ਦਿੱਤਾ ਸੀ। ਉੱਥੇ ਤੁਸੀਂ ਫਿਰ ਛਾਲ ਮਾਰ ਕੇ ਦੌੜ ਵੀ ਗਏ ਸੀ। ਬਣਦਾ ਸੀ ਇਕਬਾਲ ਸਾਹਿਬ, ਇਮਾਨਦਾਰੀ ਦੀ ਗੱਲ ਇਹ ਨਾ ਕਿ ਵਾਸੇ ਨੂੰ ਵਿੱਚ ਬੋਲਣਾ ਚਾਹੀਦਾ ਹੀ ਨਹੀਂ ਹੈ। ਗੱਲ ਮੇਰੀ ਤੇ ਰਾਜਾ ਤਾਲ ਮਨਾਨ ਦੇ 2 ਬੰਦਿਆਂ ਦੀ ਨਹੀਂ, ਉਹ ਇਜਾਜ਼ਤ ਲਈ ਸੀ ਨਾ ਵਾਸੇ ਦੀ ਵੀ, ਉਹਨੇ ਹਵਾਲੇ ਪੇਸ਼ ਕਰਨੇ, ਉਹਨੇ ਸਿਰਫ ਹਵਾਲੇ ਪੇਸ਼ ਕਰਨ, ਬੋਲਣਾ ਨਹੀਂ ਹੈ। ਰਾਜਾ ਸਾਹਿਬ ਨੂੰ ਹਵਾਲੇ ਭੇਜੇ ਸਨ, ਜੋ ਇੱਕ ਟੀਮ ਵਰਕ ਨਾਲ ਸਾਡਾ ਕੰਮ ਹੁੰਦਾ ਤੇ ਉਹ ਫਿਰ ਹਵਾਲੇ ਉੱਥੇ ਲਾਣੇ ਤੇ ਹੈ ਸਨ ਨਾ ਹਵਾਲੇ ਲਾਏ। ਅਸੀਂ ਉਹਨੂੰ ਮਨਾ ਤੇ ਨਹੀਂ ਕੀਤਾ ਲਾਣ, ਉਹ ਵਿੱਚ ਬੋਲਣ ਲੱਗ ਪਿਆ ਸੀ, ਉਹਨੂੰ ਮਨਾ ਕੀਤਾ ਸੀ ਤੂੰ ਬੋਲਣਾ। ਜਦੋਂ ਉਹ ਬੋਲਿਆ ਤੇ ਕੰਮ ਖਰਾਬ ਤਾਂ ਹੋਇਆ। ਬਹਰਹਾਲ ਰਾਜਾ ਸਾਹਿਬ ਨਾਲ ਜਿਹੜਾ ਮਨਾਜ਼ਰਾ ਹੋਇਆ ਹੈ ਉਹਦੇ ਹੁਣ ਅਗਲੇ ਤੁਸੀਂ ਮਨਾਜ਼ਰੇ ਬੰਦ ਕਰਾ ਖੜੇ ਨੇ ਰਾਜਾ ਸਾਹਿਬ ਦੇ। ਨਹੀਂ ਹੋਣਗੇ ਇਨਸ਼ਾਅੱਲਾ ਤਾਲਾ, ਰਾਜਾ ਸਾਹਿਬ ਨੂੰ ਅਸੀਂ ਰਿਕੁਐਸਟ ਕਰਨਗੇ, ਪਰ ਕਿਸ ਮੌਜੂ ਤੇ ਤੁਸੀਂ ਮਨਾਜ਼ਰਾ ਰੱਖਣਾ ਚਾਹੁੰਦੇ? ਜਿਹੜੇ ਮੌਜੂ ਤੇ ਮਰਜ਼ੀ ਉਹਨਾਂ ਨੂੰ ਮੇਰੇ ਸਾਹਮਣੇ ਬਾਓ। ਤੁਸੀਂ ਇਹ ਵਾਅਦਾ ਕਰਦੇ ਜੇ ਕਿ ਤੁਸੀਂ ਮਿਰਜ਼ਾ ਸਾਹਿਬ ਦੀ ਤਸਵੀਰ ਵਿਗਾੜ ਕੇ ਨਹੀਂ ਲਾਓਗੇ, ਜਮਾਤ ਅਹਿਮਦੀਆ ਨੂੰ ਗਾਲਾਂ ਨਹੀਂ ਕੱਢੋਗੇ? ਤਸਵੀਰ ਦੱਸੋ ਮੈਂ ਜਿਹੜੀ ਵਿਗਾੜ ਕੇ ਲਾਈ ਮਿਰਜ਼ਾ ਸਾਹਿਬ ਦੀ, ਪਹਿਲਾਂ ਪੇਸ਼ ਤੇ ਕਰੋ। ਜਾਂ ਮਤਲਬ ਕਿ ਸਾਡੇ ਜਮਾਤ ਨੂੰ ਬੁਰਾ ਭਲਾ ਨਹੀਂ ਕਹੋਗੇ ਤੇ ਫਿਰ ਬੁਰਾ ਭਲਾ ਜਦੋਂ ਤੁਹਾਡੇ ਬੰਦੇ ਕਹਿਣਗੇ, ਤੁਸੀਂ ਇੱਥੇ ਮੰਨ ਕੇ ਜਾਓ ਕਿ ਮੈਂ ਅੱਜ ਤੋਂ ਬਾਅਦ ਕੋਈ ਜਮਾਤ ਅਹਿਮਦੀਆ ਦੇ ਖਿਲਾਫ ਕੋਈ ਗੱਲਬਾਤ ਨਹੀਂ ਕਰਾਂਗਾ, ਤੇ ਫਿਰ ਜਿਹੜਾ ਤੁਸੀਂ ਦੋਸਤ ਕਹੋਗੇ ਅਸੀਂ ਤੁਹਾਡਾ ਉਹਦੇ ਨਾਲ ਮਨਾਜ਼ਰਾ ਹੋਸਟ ਕਰਵਾ ਸਕਦੇ ਹਾਂ। ਅਠਵਾਲ ਸਾਹਿਬ ਨਾਸਰ ਭੱਟ ਨੂੰ ਕੀ ਆਖਿਆ ਸੀ, ਬਈ ਜੇ ਤੂੰ ਐਡਿਟ ਕਰਕੇ ਫੋਟੋਆਂ ਲਾਣੀਆਂ ਨੇ ਨਾ
ਤੇ ਵੱਡੇ ਜਿਹੜਾ ਵੇਲੇ ਨਾਸਰ ਬੱਟ ਤੇ ਚਲੋ ਫਾਈਟਰ ਲਾਂਦਾ ਨਾ, ਉਹ ਤੇ ਉਹਦੇ ਕੋਲ ਬਹਿੰਦੇ ਨੇ ਨਾ, ਤੇ ਉਹ ਮਨਾ ਕਰਤਾ ਉਹਨੂੰ। ਜਿਹੜਾ ਬੰਦਾ ਲਾਏਗਾ ਉਹਨੂੰ ਜਵਾਬ ਦਿੱਤਾ ਜਾਏਗਾ। ਨਾ ਲਾਣਗੇ ਅਸੀਂ ਵੀ ਨਹੀਂ ਲਾਂਗੇ, ਅਸੀਂ ਕਿਉਂ ਲਾਣੀਆਂ ਨੇ, ਪਹਿਲੇ ਇਹ ਕਰਦੇ ਨੇ। ਤੇ ਅਲੀ ਅਕਬਰ ਨਾਲ ਜੇ ਕੋਈ ਤੁਹਾਡਾ ਕੁਰਾਨੋ ਹਦੀਸ ਨਾਲ ਗੱਲਬਾਤ ਹੋ ਜੇ ਤੇ ਉਹਨੇ ਗਾਲਾਂ ਕੱਢੀਆਂ ਨੇ ਨਬੀਆਂ ਨੂੰ। ਰਾਣਾ ਰਾਸ਼ਦ ਨੂੰ ਪੁੱਛ ਲਿਓ, ਜਦੋਂ ਉਹ ਤੋਬਾ ਕਰੇਗਾ ਫਿਰ ਵੇਖਾਂਗੇ। ਮਤਲਬ ਉਹਦੇ ਨਾਲ ਤੁਸੀਂ ਗੱਲ ਨਹੀਂ ਕਰਨਾ ਚਾਹੁੰਦੇ? ਸੈਫੀ ਨਾਲ ਤੇ ਇਹ ਨਾਦਰ ਭਾਈ ਨਾਲ ਤੁਹਾਡੇ ਪਹਿਲੇ ਮਨਾਜ਼ਰੇ ਬੰਦ ਨੇ? ਨਾਦਰ ਨੂੰ ਭਾਓ, ਮੇਰੇ ਭਾਓ ਸਾਹਮਣੇ ਨਹੀਂ, ਉਹਨਾਂ ਦੇ ਅੱਗੇ ਤੇ ਤੁਸੀਂ ਰਿਕੁਐਸਟ ਨਹੀਂ ਕਰ ਸਕੇ। ਉਹਨਾਂ ਨੇ ਸਰੇਆਮ ਕਿਹਾ ਜੀ ਅਮਨਦੀਪ ਸਾਹਿਬ ਨਾਲ ਮੈਂ ਨਹੀਂ ਕਰ ਸਕਦਾ। ਫਿਰ ਅੰਸਰ ਰਾਜ਼ਾ ਸਾਹਿਬ ਵੀ ਤੁਹਾਡੇ ਨਾਲ ਨਹੀਂ ਗੱਲ ਕਰ ਸਕਦੇ, ਤੇ ਫਿਰ ਦੋਸਤ ਢੂੰਡਣੇ ਪੈਣਗੇ ਵੀ ਕਿਹੜੇ ਜਿਹੜੇ ਅਮਨਦੀਪ ਸਾਹਿਬ ਨਾਲ ਗੱਲ ਕਰ ਸਕਦੇ ਨੇ। ਤੇ ਬਰਾੜ ਸਾਡੀ ਹੋਏਗੀ ਤੇ ਗੱਲਬਾਤ ਤੁਹਾਨੂੰ ਉੱਥੇ ਆ ਕੇ ਕਰਨੀ ਪਏਗੀ। ਇਹ ਕਿਉਂ ਪਾਬੰਦੀ ਤੇ ਲਾਉਂਦੇ ਹੋ? ਨਹੀਂ, ਫਿਰ ਅਸੂਲ ਤੈਅ ਕਰਾਂਗੇ ਨੇ, ਕਿਉਂਕਿ ਸਾਡੇ ਹੋਲਡ ਵਿੱਚ ਹੋਏਗੀ ਨਾ, ਤੁਹਾਡੇ ਤੇ ਕੰਟਰੋਲ 'ਚ ਨਹੀਂ ਨਾ ਹੁੰਦਾ ਕੰਮ। ਉੱਥੇ ਤੇ ਕੁਝ ਵੀ ਹੋ ਸਕਦਾ ਤੁਹਾਡੀ ਬਰਾੜ ਤੇ। ਜੇ ਕਿਸੇ ਐਸੇ ਬੰਦੇ ਦੇ ਹੱਥ 'ਚ ਕੰਟਰੋਲ ਦੇ ਦਿੱਤਾ ਜਾਏ ਜਿਹੜਾ ਗੈਰ ਜਾਨਬਦਾਰ ਹੋਏ ਤਾਂ ਫਿਰ ਤੇ ਗੈਰ ਜਾਨਮ ਬਰਾੜ ਤੁਸੀਂ ਲੱਭ ਲਓ। ਉਹ ਅਸੀਂ ਵੀ ਉਹਨੂੰ, ਜੇ ਅਗਰ ਉਹ ਸਾਡੇ ਦੋਸਤ ਮੰਨ ਲੈਣਗੇ ਤੇ ਅਸੀਂ ਉਹ ਕਰ ਲਾਂਗੇ। ਤੇ ਜੇ ਤੁਹਾਨੂੰ ਮੇਰੀ ਬਰਾੜ ਅਗਰ ਪਸੰਦ ਹੈ ਤੇ ਉਹਦੇ ਤੇ ਕਰ ਲਾਂਗੇ। ਧੈਨੀ ਸਾਹਿਬ ਦੀ ਬਰਾੜ ਤੇ ਜ਼ਿਆਦਾ ਕੰਟਰੋਲ ਹੁੰਦਾ ਹੈ, ਤੇ ਗੈਰ ਜਾਨਬਦਾਰ ਨੇ ਸਿਰਫ ਉੱਥੇ ਆ ਕੇ ਗੱਲ ਤੁਹਾਡੇ ਬੰਦੇ। ਤੁਹਾਨੂੰ ਪਤਾ ਜੇ ਕਿ ਜਿੱਦਾਂ ਮੈਂ ਹੁਣ ਤੁਹਾਡੇ ਨਾਲ ਬਹਿ ਕੇ ਗੱਲ ਕਰਨ ਡਿਆ ਤੇ ਤੁਸੀਂ ਗੱਲ ਕਰਦੇ ਹੋ ਕਿਸੇ ਨਾਲ, ਤੇ ਸਾਨੀ ਸਾਹਿਬ ਕਿਤੇ ਉਹ ਪਿੱਛੇ ਚਲੇ ਜਾਣ ਤੇ ਉਹ ਉੱਥੇ ਗਾਲੀਬਾਜ਼ੀ ਦਾ ਮੁਕਾਬਲਾ ਸ਼ੁਰੂ ਹੋ ਜਾਣਾ, ਤੇ ਸਾਨੀ ਸਾਹਿਬ ਕਹਿਣ ਮੈਂ ਨਮਾਜ਼ ਪੜ੍ਹਨ ਗਿਆ ਸਾਂ। ਤੇ ਇਸ ਮਾਹੌਲ 'ਚ ਗੱਲ ਹੋ ਸਕਦੀ ਹੈ? ਹਜੇ ਤੱਕ ਨਮਾਜ਼ ਪੜ੍ਹਨ ਗਏ ਵੀ ਨਹੀਂ ਹੁੰਦੇ। ਮਨਾਜ਼ਰੇ ਦੇ ਦੌਰਾਨ ਨਹੀਂ ਹੁੰਦਾ, ਉਹ ਉਂਝ ਵਿਹਲੇ ਬੰਦੇ ਲੱਗੇ ਹੁਣ ਗੱਪ ਮਾਰਨ ਤੇ ਅਗਾਂ ਪਿੱਛੋਂ ਹੋ ਜਾਂਦੇ ਨੇ। ਮਨਾਜ਼ਰਾ ਕਰਾਉਂਦੇ ਨਹੀਂ ਅਗਾਂ ਪਿੱਛੋਂ ਜਾਂਦੇ ਸਰ। ਤੁਸੀਂ ਦੱਸੋ ਕਿ ਅੱਜ ਤੱਕ ਸਾਨੀ ਸਾਹਿਬ ਨੇ ਕਿੰਨੇ ਕੁ ਮਨਾਜ਼ਰੇ ਕਰਵਾਏ ਨੇ? ਇਹ ਪਰਸੋਂ 'ਚ ਕਰਵਾਇਆ ਹੀ ਇਹ ਕਾਸ਼ਫ ਨਾਲ। ਨਹੀਂ, ਉਹ ਤੇ ਰੂਬਰੂ ਡਿਬੇਟ ਹੋਈ ਹੈ ਨਾ, ਉਂਝ ਹੀ ਗੱਲਬਾਤ ਹੋਈ ਹੈ ਨਾ। ਮਨਾਜ਼ਰਾ ਤੇ ਹੋਰ ਸ਼ਕਲ ਹੁੰਦੀ ਹੈ ਨਾ, ਉਹਦੇ ਤੇ ਤੁਹਾਡੇ ਮਤਲਬ ਕਿ ਗੱਲਬਾਤ ਰੱਖੀ ਜਾਂਦੀ ਹੈ, ਤੁਹਾਡੇ ਮੁਸਲਮਾਤ ਰੱਖੇ ਜਾਂਦੇ ਨੇ। ਉਹ ਵਾਰੀ ਅਜ਼ੀਮ ਬੱਟ ਨਾਲ ਕਰਾਇਆ, ਉੱਥੇ ਤੈਅ ਕਰਕੇ ਕਰਵਾਇਆ ਅਜ਼ੀਮ ਬੱਟ ਨਾਲ। ਅਜ਼ੀਮ ਬੱਟ ਸਾਹਿਬ ਨੂੰ ਮੈਂ ਮਨਾਜ਼ਰ ਨਹੀਂ ਸਮਝਦਾ। ਉਹ ਮਤਲਬ ਕਿ ਜੋ ਗੱਲ ਆਉਂਦੀ ਉਹ ਬੋਲੀ ਜਾਂਦੇ ਨੇ। ਉਹ ਕੋਈ ਮਨਾਜ਼ਰੇ ਦੇ ਲਿਹਾਜ਼ ਨਾਲ ਉਹ ਪਰਫੈਕਟ ਆਦਮੀ ਨਹੀਂ ਹੈ। ਜਿਹੜਾ ਪਰਫੈਕਟ ਹੈ ਉਹਨੂੰ ਮੇਰੇ ਸਾਹਮਣੇ ਬਾਓ ਨਾ। ਤੁਸੀਂ ਇੱਥੇ ਨਾਂ ਦੇ ਦਿਓ ਨਾ, 3-4 ਨਾਂ ਦੇ ਦਿਓ ਉਹਨਾਂ 'ਚ, ਜਿਹਦੇ ਨਾਲ ਤੁਸੀਂ ਚਾਹੋਗੇ ਉਹਦੇ ਨਾਲ ਤੁਹਾਡਾ ਹੋਸਟ ਕਰਵਾ ਦਾਂਗੇ। ਇਹ ਤਿੰਨੇ ਨਾਂ ਦੱਸਦੇ ਨੇ ਤੁਸੀਂ, ਦੋ ਤੁਸੀਂ ਦੱਸੇ ਨੇ, ਇੱਕ ਮੈਂ ਦੱਸਦੇ। ਕਾਸ਼ਫ ਸਾਹਿਬ ਮੈਂ ਦੱਸੇ ਨੇ, ਫਤਿਹ ਇਸਲਾਮ ਤੇ ਰਾਜਾ ਤਾਲਮਨਾਨ ਤੁਸੀਂ ਦੱਸਿਆ, 3 ਬੰਦੇ। ਦੂਜੇ ਕਹਿੰਦੇ ਮੇਰੇ ਸਾਹਮਣੇ ਜਿਹੜੇ ਉਹ ਅਨਸਰ ਰਜ਼ਾ ਤੇ ਉਹ ਨਾਦਰ ਹੋਰੀ ਨੇ, ਆਜ਼ਮ ਸੈਫੀ ਹੋਰੀ ਨੇ, ਉਹ ਮੇਰੇ ਸਾਹਮਣੇ ਨਹੀਂ ਆਉਂਦੇ ਹਨ। ਨਹੀਂ, ਆਜ਼ਮ ਸੈਫੀ ਨਾਲ ਤਾਂ ਤੁਹਾਡੀ ਬੜੀ ਗੱਲਬਾਤ ਹੋਈ, WhatsApp ਤੇ ਵੀ ਗੱਲਬਾਤ ਹੁੰਦੀ ਹੈ। ਤੱਕ ਵੀ ਤੁਸੀਂ ਉਹਨਾਂ ਨਾਲ ਟੈਗ ਜੇ WhatsApp ਤੇ। ਹੁਣ ਕਿਉਂ ਨਹੀਂ ਕਰਦਾ ਮਨਾਜ਼ਰਾ ਮੇਰੇ ਨਾਲ? ਉਹ ਤੇ ਆਜ਼ਮ ਸੈਫੀ ਸਾਹਿਬ ਖੁਦ ਬਰਾੜ ਲਾਉਂਦੇ ਨਾ, ਉਹ ਅਸੀਂ ਮਤਲਬ ਕਿ ਜ਼ਿੰਮੇਵਾਰੀ ਤੇ ਨਹੀਂ ਉਹਨਾਂ ਦੀ ਲੈ ਸਕਦੇ ਕਿ ਉਹ ਤੁਹਾਡਾ ਕੋਈ ਮਨਾਜ਼ਰਾ ਕਰਾਉਣ। ਜਾ ਕੇ ਉਹਨਾਂ ਨੂੰ ਆਖੋ ਤੁਸੀਂ ਮੁਅੱਲਮ ਹੋ, ਮੁਬੱਲਗ ਹੋ, ਤੁਹਾਨੂੰ ਗਵਰਨਮੈਂਟ ਆਪਣੀ ਜਮਾਤ ਤਨਖਾਹ ਦਿੰਦੀ, ਤੁਸੀਂ ਅਮਰ ਨਾਲ ਕਿਉਂ ਨਹੀਂ ਮਨਾਜ਼ਰਾ ਕਰਦੇ? ਪੁੱਛਿਆ ਅਮਨ ਨਜ਼ੀਰ ਸਾਹਿਬ, ਉਹ ਆਂਦੇ ਨੇ ਅਸੀਂ ਨਹੀਂ ਕਰਨਾ ਚਾਹੁੰਦੇ। ਫਿਰ ਕੀ ਬੰਦਾ ਕਵੇ? ਕੋਈ ਵਜ੍ਹਾ ਨਹੀਂ ਬਿਆਨ ਕਰਦੇ? ਵਜ੍ਹਾ ਤਾਂ ਨਹੀਂ ਮੈਨੂੰ ਪਤਾ, ਵਜ੍ਹਾ ਤੁਹਾਨੂੰ ਪਤਾ ਕੋਈ ਵੀ ਨਹੀਂ ਬਿਆਨ ਕਰਦਾ। ਵਜ੍ਹਾ ਤੇ ਇਹ ਹੀ ਹੈ ਵੀ ਜਿੰਨਾ ਜੇ ਤੁਸੀਂ ਹਜ਼ਰਤ ਮਿਰਜ਼ਾ ਸਾਹਿਬ ਦੇ ਬਾਰੇ ਆਪਣਾ ਸਾਫਟ ਕਾਰਨਰ ਨਹੀਂ ਰੱਖਦੇ, ਉਹਨਾਂ ਚਿਰ ਫਿਰ ਸਾਡੇ ਦੋਸਤ ਗੱਲ ਕਰਨ ਨੂੰ ਤਿਆਰ ਨਹੀਂ ਨਾ ਹੁੰਦੇ। ਸਾਫਟ ਕਾਰਨਰ ਪਹਿਲਾਂ ਪੈਦਾ ਕਰਾਂ ਮੈਂ ਦਿਲ 'ਚ। ਹੁਣ ਸ਼ਹਿਨਸ਼ਾਹ ਵਾਣ ਸਾਹਿਬ ਨੇ ਕਦੀ ਕੋਈ ਪੋਸਟ ਲਾਈ ਹੁੰਦੀ ਹੈ ਤੇ ਉਹ ਆਂਦੇ ਨੇ ਜੀ ਅਹਿਮਦੀਆਂ ਦੀ ਬਰਾੜ ਹੈ, ਤੇ ਉੱਤੇ ਬਹਿ ਕੇ ਪਤਾ ਨਹੀਂ ਕੀ ਕਰਵਾਉਂਦੇ ਰਹਿੰਦੇ ਨੇ ਉਹ। ਤੇ ਅਸੀਂ ਫਿਰ ਕਿੱਦਾਂ ਤਬਾਰ ਕਰ ਲਈਏ ਕਿ ਤੁਹਾਡੀ ਕਿਸੇ ਵੀ ਬਰਾੜ ਤੇ ਅਸੀਂ ਕੰਫਰਟੇਬਲ ਆਂ ਤੇ ਅਸੀਂ ਉੱਥੇ ਬਹਿ ਕੇ ਗੱਲਬਾਤ ਕਰ ਸਕਦੇ ਹਾਂ। ਮੈਂ ਨਾ ਸੈਣੀ ਸਾਹਿਬ ਦੀ ਬਰਾੜ ਠੀਕ ਹੈ ਨਾ, ਗੈਰ ਜਾਨਬਦਾਰ। ਇਹ ਫਿਰ ਰਾਜਾ ਸਾਹਿਬ ਨੂੰ ਹਸੈਨੀ ਸਾਹਿਬ ਦੀ ਬਰਾੜ ਨਹੀਂ ਨਾ ਪਸੰਦ। ਰਾਜਾ ਸਾਹਿਬ ਨੂੰ ਤੇ ਮੇਰੇ ਖਿਆਲ ਅੱਲਾ ਦੀ ਧਰਤੀ ਨਹੀਂ ਪਸੰਦ ਹੈ, ਉਹਨਾਂ ਨੂੰ ਸਿਰਫ ਵੜਾਇਚ ਪਸੰਦ ਹੈ। ਰਾਜਾ ਸਾਹਿਬ ਵੜਾਇਚ ਤੁਹਾਨੂੰ ਨਹੀਂ ਪਸੰਦ? ਨਹੀਂ, ਵੈਸੇ ਮੈਂ ਗੱਲ ਕਰਦਾ ਮੇਰੇ ਬਾਪ ਰੱਖ ਲਈਏ, ਸ਼ੱਕ ਉਹਦੀ ਬਰਾੜ ਤੇ ਰੱਖ ਲੈਣ, ਕੋਈ ਮਸਲਾ ਨਹੀਂ, ਉਹਨੂੰ ਪੁੱਛ ਲੈਣ, ਉਹਦੀ ਬਰਾੜ ਤੇ ਰੱਖ ਲੈਣ। ਉਮਰ ਬਾਪ ਤੁਹਾਨੂੰ ਨਾ ਪਸੰਦ ਕਰੇਗੀ ਤੇ ਫਿਰ ਕੀ ਕਰੋਗੇ? ਨਾਰਮਲ ਜਿਸ ਤਰ੍ਹਾਂ ਨਪਾਵਨ ਤੁਹਾਡੇ 'ਚ ਪਾਈ ਜਾਂਦੀ ਸਾਡੇ 'ਚ ਵੀ ਪਾਈ ਜਾਂਦੀ ਹੈ। ਕੋਈ ਬੰਦਾ ਪਸੰਦ ਹੁੰਦਾ, ਕੋਈ ਨਾ ਪਸੰਦ ਹੁੰਦਾ, ਨਾਰਮਲ ਜੀ ਚੀਜ਼ਾਂ। ਇਜਾਜ਼ਤ ਦੇ ਦਿਓ, ਲੇਟ ਹੋ ਚੱਲਿਆ ਮੈਂ ਨਮਾਜ਼ ਨੂੰ। ਜੀ ਬਹੁਤ ਬਹੁਤ ਸ਼ੁਕਰੀਆ ਅਮਨ ਨਜ਼ੀਰ ਸਾਹਿਬ, ਮਿਹਰਬਾਨੀ। ਇਹ ਗੱਲ ਤੁਹਾਡੇ ਨਾਲ ਬਹੁਤ ਮਜ਼ਾ ਆਇਆ ਗੱਲ ਕਰਨ ਦਾ। ਅਠਵਾਲ ਸਾਹਿਬ ਮੈਨੂੰ ਵੀ ਤੁਹਾਡੇ ਨਾਲ ਗੱਲਬਾਤ ਵੀ ਅੱਛੇ ਤਰੀਕੇ ਨਾਲ ਹੋ ਗਈ ਹੈ। ਜੀ ਜੀ ਜੀ, ਜਜ਼ਾਕ ਅੱਲਾ ਜੀ। ਅਸੀਂ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਾਂਗੇ, ਸਾਡੀ ਟੀਮ। ਮੈਂ ਇੰਤਜ਼ਾਰ ਕਰਾਂਗਾ। ਇਹ ਚਾਹਾਂਗੇ ਕਿ ਅਲੀ ਅਕਬਰ ਨਾਲ ਤੁਹਾਡਾ ਕੋਈ ਗੱਲਬਾਤ ਤੈਅ ਹੋ ਜਾਏ
ਇਹ ਜਦੋਂ ਤੋਬਾ ਕਰੇਗਾ ਵੀਡੀਓ ਬਣਾਏਗਾ ਨਾ ਤੇ ਉਹ ਫਿਰ ਇਹਦੇ ਨਾਲ ਵੀ ਹੋ ਸਕਦੀ ਹੈ ਕਿਸੇ ਜੀ ਨਾਲ। ਜੋ ਗੱਲਬਾਤ ਹੋ ਜਾਏਗੀ ਫਿਰ ਮਤਲਬ ਕਿ ਉਹ ਤੁਸੀਂ ਆਪਣੇ ਜਿਹੜੇ ਨੇ ਇਸ਼ੂ ਪੇਸ਼ ਕਰਿਓ ਉਹ ਵੀ ਕਰਨਗੇ, ਤੇ ਫਿਰ ਜੇ ਅਗਰ ਤੋਬਾ ਤੱਕ ਕੋਈ ਮਾਮਲਾ ਆਏਗਾ ਤੇ ਅਸੀਂ ਉਹਦੇ ਉਹ ਤੇ ਪਾਬੰਦੀ ਵੀ ਦਾ ਥੱਲੇ ਲਾਂਦਾ ਹੈ ਵੀ ਹੁਣ ਕੋਈ ਅਹਿਮਦੀਏ ਦੀ ਬਰਾੜ ਤੇ ਨਾ ਜਾਏ। ਉਹਲੇ ਇੱਕ ਵਾਰ ਜਿਹਨੂੰ ਤੁਸੀਂ ਸਿਫਾਰਿਸ਼ਾਂ पे ਕਰਦੇ ਹੋ ਨਾ, ਉਹ ਥੱਲੇ ਲਿਖਦਾ ਪਿਆ ਕਿ ਅਬ ਕੋਈ ਅਹਿਮਦੀ ਇਸ ਬਰਾੜ के ऊपर ना जाए। ਹੈਲੋ ਸੁਣ ਲਓ, ਜੀ ਕੋਈ ਨਹੀਂ, ਅਲੀ ਅਕਬਰ ਸਾਹਿਬ ਉਹ ਆਪਣੇ ਦੋਸਤ ਨੇ, ਉਹ ਕੋਈ ਮਸਲਾ ਨਹੀਂ ਹੈ। ਇਹ ਹੁਣੇ ਪਤਾ ਲੱਗ ਜਾਣਾ। ਮੈਂ ਚੱਲਿਆ, ਮੈਨੂੰ ਇਜਾਜ਼ਤ ਦਿਓ, ਫਿਰ ਇਨਸ਼ਾਅੱਲਾ ਤੁਹਾਡੇ ਨਾਲ ਗੱਲ ਹੋਵੇਗੀ। ਬਹੁਤ ਬਹੁਤ ਮਿਹਰਬਾਨੀ। ਜੀ ਠੀਕ ਹੈ, ਆਪਣੇ ਲਾਮਾ ਸਾਹਿਬ ਬਹੁਤ ਸ਼ੁਕਰੀਆ ਜੀ। ਮੈਂ ਜੇ ਅਗਰ ਤੁਹਾਨੂੰ ਲਾਮਾ ਸਾਹਿਬ ਕਹਿ ਦਾਂ ਤੇ ਉਹਦੇ 'ਚ ਕੋਈ ਹਰਜ ਤੇ ਨਹੀਂ। जी अस्सलाम वालेकुम रहमतुल्लाह। ਜੀ ਤਾਹਰ ਭਾਈ ਕੀ ਹਾਲ ਚਾਲ? जी अस्सलाम वालेकुम रहमतुल्लाह। अपने इमरान कालों भाई की हाल है? ਵਾਲੇਕਮ ਸਲਾਮ। ਤਾਹਰ ਭਾਈ ਕੀ ਡਾਕ ਵੱਡਾ ਜੀ ਤੁਸੀਂ ਉਹ ਪ੍ਰੈਜ਼ੀਡੈਂਟ ਉੱਤੇ ਕਾਲੋ ਬਣਾਇਆ ਸੀ, ਸਾਹਿਬ ਕਿਸੇ ਬੰਦੇ ਨੂੰ ਉੱਤੇ ਨਹੀਂ ਹਿਲਾਣ ਦੇ। ਜੀ ਉਹ ਬੰਦਾ ਬਾਗੀ ਹੋ ਗਿਆ ਸੀ। ਉਹ ਗੱਲ ਮੈਂ ਤੇ ਬੜੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਗੱਲ ਹੋ ਜੇ, ਤੁਸੀਂ ਉੱਤੇ ਪਰ ਉਹ ਲੈਂਦੇ ਤੇ ਬੰਦਾ ਗੱਲ ਹੋਣੀ ਸੀ, ਥੱਲੇ ਬੈਠਿਆਂ ਨੇ ਗੱਲ ਉਹਨੇ ਕਰ ਲੈਣੀ ਸੀ। ਕੋਈ ਹਾਲ ਨਹੀਂ ਤਾਹਰ ਭਾਈ ਤੁਹਾਡਾ ਵੀ। ਅਲੀ ਅਕਬਰ ਵਿਚਾਰਾ ਰਿਕੁਐਸਟ ਪਾ ਕੇ ਬੈਠਾ, ਤੁਸੀਂ ਉਹਨੂੰ ਉੱਤੇ ਲੈ ਲਓ। ਕੋਈ ਬੰਦਾ ਉੱਤੇ ਲਓਗੇ ਤੇ ਗੱਲ ਹੋਏਗੀ, ਥੱਲੇ ਬੈਠਿਆਂ ਨਾਲ ਹੀ ਉਹਨੇ ਗੱਲ ਕਰ ਲੈਣੀ। ਕੀ ਬਾਤ ਹੈ ਤਾਹਰ ਭਾਈ ਤੁਹਾਡੀ, ਛਾ ਗਏ ਛਾ ਗਏ। ਗੱਲ ਇਹ ਵੇ ਕਿ ਆਮਰ ਨਜ਼ੀਰ ਕੋਈ ਐਡਾ ਸਮਾਨ ਤੋਂ ਉਤਰਿਆ ਨਹੀਂ ਹੈ। ਇਹ ਆਪ ਰਾਜਪਾਲ ਏ। ਰਾਜਪਾਲ ਦੀਆਂ ਕਹਿੰਦਾ ਕਿਤਾਬਾਂ ਪੜ੍ਹੀਆਂ ਨੇ। ਇਹਦੇ ਪਿਓ ਦੀ ਕਿਤਾਬ ਪੜ੍ਹੀ ਸੀ, ਰਾਜਪਾਲ ਦੀ ਕਿਤਾਬ। ਇਹਦੇ ਪਿਓ ਨੇ ਜਿਹੜੀ ਨਾ ਪੂਰੀ ਦੀ ਪੂਰੀ ਰਾਜਪਾਲ ਦੀ ਕਿਤਾਬ ਆਪਣੀ ਕਿਤਾਬ 'ਚ ਲਿਖੀ ਹੈ, ਮੁਕੱਦਸ ਰਸੂਲ ਦੇ ਵਿੱਚ, ਉਹ ਪੜ੍ਹੀ ਸੀ। ਤੇ ਨਾਲ ਅਸਾਂ ਵਹਾਇਆ ਸੀ ਕਿ ਇਹ ਵੇਖ ਲਓ, ਰਾਜਪਾਲ ਨੇ ਥੋੜੀ ਲਿਖੀ ਹੈ ਤੇ ਇਹਦੇ ਪਿਓ ਨੇ ਬਹੁਤੀ ਲਿਖੀ ਹੈ ਆਪਣੀ ਮੁਕੱਦਸ ਕਿਤਾਬ 'ਚ। ਤੇ ਪਿਓ ਤੇ ਵੀ ਫਤਵਾ ਲਾਏ ਉਸ ਨਾਉਲਾ ਅੰਮ੍ਰਿਤਸਰੀ ਤੇ, ਉਹਦੇ ਤੇ ਕਿਉਂ ਨਹੀਂ ਲਾਂਦਾ? ਰਾਜਪਾਲ ਦੀ ਕਿਤਾਬ ਪੜ੍ਹਨ ਨਾਲ ਬੰਦਾ ਗੁਸਤਾਖ ਹੋ ਜਾਂਦਾ, ਤੇ ਰਾਜਪਾਲ ਦੀ ਕਿਤਾਬ ਪੂਰੀ ਦੀ ਪੂਰੀ ਆਪਣੀ ਕਿਤਾਬ 'ਚ ਲਿਖ ਕੇ ਛਾਇਆ ਕਰਨ ਨਾਲ ਨਹੀਂ ਗੁਸਤਾਖ ਹੁੰਦਾ। ਏਡੇ ਖੰਜ਼ੀਰ ਨੇ ਯਾਰਾ, ਫਿਰਕਾ ਖੰਜ਼ੀਰੀਆ ਦੇ ਖੰਜ਼ੀਰੀ ਜਿਹੜੇ ਨੇ, ਝੂਠ ਬੋਲਣ ਤੋਂ ਬਾਅਦ ਹੀ ਨਹੀਂ ਆਉਂਦੇ। ਝੂਠ ਦਿਨ ਰਾਤ ਇਹਦਾ ਕੰਮ ਹੀ ਝੂਠ ਬੋਲਣਾ। ਇੰਨੀਆਂ ਰਾਜਪਾਲ ਨੇ ਵੀ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਤੋਹੀਨਾਂ ਨਹੀਂ ਕੀਤੀਆਂ ਜਿੰਨੀਆਂ ਇਹਨਾਂ ਵਹਾਬੀਆਂ ਨੇ ਕੀਤੀਆਂ ਨੇ। ਇਹ ਰਾਜਪਾਲ ਸਗੋਂ ਇਹਨਾਂ ਕੋਲੋਂ ਸਿੱਖਦਾ ਸੀ। ਇਹ ਤੇ ਰਾਜਪਾਲ ਦੇ ਵੀ ਜਿਹੜੇ ਨੇ ਉਹ ਪਿਓ ਨੇ, ਰਾਜਪਾਲ ਨੂੰ ਪੈਦਾ ਕਰਨ ਵਾਲੇ ਇਹ ਨੇ। ਅਸਲ ਔਰ ਇਸ ਦੌਰ ਦੇ ਸਭ ਤੋਂ ਵੱਡੇ ਰਾਜਪਾਲ ਇਹ ਨੇ। ਇਹਨਾਂ ਤੋਂ ਤਾਂ ਸ਼ੈਤਾਨ ਵੀ ਪਨਾਹ ਮੰਗਦਾ। ਆਪ ਇਹ ਰਾਜਪਾਲ ਦਾ ਨੁਤਫਾ ਗੰਦਾ ਗਲੀਜ਼। ਰਾਜਪਾਲ ਵਰਗੇ 100 ਰਾਜਪਾਲ ਮਰਨ ਤੇ ਇੱਕ ਆਮਰ ਨਜ਼ੀਰ ਪੈਦਾ ਹੁੰਦਾ। ਪਤਾ ਨਹੀਂ ਕੀ ਮਜਬੂਰੀ ਸਟੂਡੈਂਟ ਭਾਈ। ਦੂਸਰਾ ਐਡਾ ਉਹ ਕੋਈ ਸਪੈਸ਼ਲ ਨਹੀਂ ਹੈ ਕਿ ਥੱਲੇ ਬੰਦੇ ਆਪਣੇ ਰਿਕੁਐਸਟ ਪਾ ਕੇ ਬੈਠੇ ਹੁੰਦੇ, ਤੁਸੀਂ ਉਹਨੂੰ ਜਿਹੜਾ ਨਾ ਪ੍ਰੋਟੋਕੋਲ ਦਿੱਤਾ ਹੈ ਜੀ ਆਮਰ ਸਾਹਿਬ ਆ ਰਹੇ ਨੇ। ਇਹਦੇ ਨਾਲ ਇਹਨੂੰ ਮੂੰਹ ਕੌਣ ਲਾਉਂਦਾ? ਇਹਦੇ ਨਾਲ ਮਨਾਜ਼ਰਾ ਕਰਨਾ ਇਹਦੀ ਔਕਾਤ ਹੈ ਮਨਾਜ਼ਰੇ ਕਰਨ ਦੀ? ਕੁਰਾਨ ਹਦੀਸ ਤੋਂ ਇਹ ਇੰਜ ਦੌੜਦਾ ਜਿਵੇਂ ਸ਼ੈਤਾਨ ਅਜ਼ਾਨ ਤੋਂ ਦੌੜਦਾ।
ਕੁਰਾਨ ਹਦੀਸ ਦਾ ਇਹਨੂੰ ਨਾਂ ਲਓ, ਇਹਨੂੰ ਕਹਾ ਕੁਰਾਨ ਦੇ ਉੱਤੇ ਕਹਿੰਦਾ ਨਾ ਮੇਰੀ ਮੁਸਲਮਾਤ ਕੁਰਾਨ ਹਦੀਸ ਨੇ, ਤੇ ਕੁਰਾਨ ਹਦੀਸ ਇਹਦੀ ਵਾਲਦਾ ਨੇ ਪੇਸ਼ ਕਰਨਾ, ਉਹ ਪੇਸ਼ ਕਿਉਂ ਨਹੀਂ ਕਰਦਾ ਜਿਹਦੀ ਮੁਸਲਮਾਤ ਹੈ ਹੀ ਕੁਰਾਨ ਹਦੀਸ ਨੇ? ਤੇ ਕੁਰਾਨ ਹਦੀਸ ਫਿਰ ਪੇਸ਼ ਕਰੇ ਨਾ, ਕੁਰਾਨ ਹਦੀਸ ਤੋਂ ਤੇ ਦੌੜਦਾ, ਬਲਕਿ ਫਖਰੀਆ ਤੌਰ ਦੇ ਉੱਤੇ ਕਹਿੰਦਾ ਕਿ ਮੈਂ ਕੁਰਾਨ ਹਦੀਸ ਨਹੀਂ ਪੇਸ਼ ਕਰਦਾ ਅਹਿਮਦੀਆਂ ਦੇ ਸਾਹਮਣੇ। ਕੁਰਾਨੋ ਹਦੀਸ ਤੈਨੂੰ ਸ਼ਰਮ ਆਉਂਦੀ ਹੈ? ਮੂੰਹ ਚ ਕੱਢਣ ਲੱਗੇ ਲਫ਼ਜ਼ ਬੋਲ ਛੱਡਦਾ ਕੁਰਾਨੋ ਹਦੀਸ ਮੇਰੀਆਂ ਮੁਸਲਮਾਤ ਨੇ, ਤੇ ਉਹ ਬਾਬੇ ਜਿਹੜੇ ਜੇ ਉਹ ਜਹੰਨਮੀ ਜੇ, ਉਂਝ ਉਹਨਾਂ ਦਾ ਨਾਂ ਐਵੇਂ ਰੱਖਿਆ ਜੇ ਸਨਾ ਅਬੁਲ ਵਫਾ ਮੌਲਾਨਾ ਸ਼ਨਾਉਲ ਅੰਮ੍ਰਿਤਸਰੀ, ਉਹਨੂੰ ਫਿਰ ਜਹੰਨਮੀ ਕਿਹਾ ਕਰ। ਆਲਮਾਂ ਨੇ ਇਹ ਗਲਤ ਵੀ ਲਿਖੀਆਂ ਨੇ ਸਹੀ ਵੀ ਲਿਖੀਆਂ ਨੇ, ਤੇ ਉਹਨਾਂ ਦੀਆਂ ਜਿਹੜੀਆਂ ਗਲਤ ਨੂਰਾਂ ਨੇ 10 ਗੱਲਾਂ ਦੱਸ ਕੇ ਇਹ ਆਲਮ ਸਾਡੇ ਨੇ ਕੁਰਾਨ ਦੇ ਖਿਲਾਫ 10 ਗੱਲਾਂ ਲਿਖੀਆਂ ਨੇ। ਮੰਨੀਏ ਤੂੰ ਐਡਾ ਇਮਾਨਦਾਰ ਏ, ਜਦੋਂ ਜਮਾਤੇ ਅਹਿਮਦੀਆ ਦੇ ਸਾਹਮਣੇ ਬਹਿਣ ਦੀ ਵਾਰੀ ਆਉਂਦੀ ਹੈ ਨਾ, ਉਦੋਂ ਤੇਰੀਆਂ ਲੱਤਾਂ ਕੰਬਦੀਆਂ ਨੇ ਆਪਣੇ ਮੁਰਸ਼ਿਦਾਂ ਦਾ ਨਾਂ ਲੈਂਦਿਆਂ ਹੋਇਆਂ ਵੀ। ਉਂਝ ਮੁਰਸ਼ਿਦਾਂ ਦੀਆਂ ਲੱਤਾਂ ਦੇ ਵਿੱਚ ਵੜਿਆ ਰਹਿਣਾ, ਮਾਲਿਸ਼ ਕਰਨਾ, ਪੈਰ ਝਾਟਣਾ ਉਹਨਾਂ ਦੇ ਦਿਨ ਰਾਤ, ਉਹਨਾਂ ਦੀ ਤੂੰ ਗੰਦੀ ਜ਼ੁਰੀਅਤ ਹੈ, ਤੇ ਸਾਡੇ ਸਾਹਮਣੇ ਆ ਕੇ ਤੈਨੂੰ ਸ਼ਰਮ ਆਉਂਦੀ ਹੈ? ਤੂੰ ਨਾਂ ਨਹੀਂ ਲੈ ਸਕਦਾ। ਨਾਂ ਕਿਉਂ ਨਹੀਂ ਲੈ ਸਕਦਾ? ਕਿ ਉਹਨਾਂ ਤੁਹਾਡੇ ਪੱਲੇ ਕਾ ਛੱਡਿਆ ਹੀ ਨਹੀਂ ਹੈ। ਗੁਸਤਾਖ ਹਨ ਅੱਲਾਹ ਤੇ ਅੱਲਾਹ ਦੇ ਰਸੂਲ ਦੇ, ਗੰਦੇ ਗਲੀਜ਼ ਹਨ, ਕੁਰਾਨ ਦੇ ਉੱਤੇ ਝੂਠ ਬੋਲਣ ਵਾਲੇ ਹਨ, ਹਦੀਸਾਂ ਦੇ ਉੱਤੇ ਝੂਠ ਬੋਲਣ ਵਾਲੇ ਹਨ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਦੇ ਉੱਤੇ ਗੰਦ ਸੁੱਟਣ ਵਾਲੇ ਹਨ। ਉਹੀ ਗੰਦ ਜਿਹੜਾ ਹੀ ਰਾਜਪਾਲ ਨੇ ਸੁੱਟਿਆ ਸੀ ਵਾਪਸ ਫਿਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ, ਤੋਂ ਅੱਜ ਤੱਕ ਕਈ ਰਾਜਪਾਲ ਨੇ ਜਿਹੜੇ ਸੁੱਟਦੇ ਨੇ, ਔਰ ਤੂੰ ਉਹਨਾਂ ਸਾਰਿਆਂ ਰਾਜਪਾਲਾਂ ਨੂੰ ਜਮ੍ਹਾਂ ਕਰੀਏ ਤੂੰ ਉਹਨਾਂ ਸਾਰਿਆਂ ਤੋਂ ਵੱਡਾ ਤੂੰ ਰਾਜਪਾਲ ਹੈ। ਔਰ ਤੂੰ ਛੋਟੇ ਛੋਟੇ ਰਾਜਪਾਲ ਜਿਹੜੇ ਨੂੰ ਪੈਦਾ ਕੀਤੇ ਨੇ, ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਲਾ ਦੇ ਬਰਗਜ਼ੀਦਾ ਨਬੀਆਂ ਦੇ ਉੱਤੇ ਕੁੱਤੇ ਹਾਰ ਭੌਂਕਦੇ ਨੇ, ਬਲਕਿ ਕੁੱਤੇ ਨਾਲ ਵੀ ਭੈੜਾ ਸੂਰ ਹਾਰ ਸੂੰਘਦੇ ਨੇ, ਉਹ ਤੂੰ ਹੀ ਹੋ। ਮਨਾਜ਼ਰੇ ਤੁਹਾਂ ਕਰਨੇ ਨੇ, ਤੁਹਾਡੀ ਔਕਾਤ ਹੈ ਵੇ? ਤੁਸੀਂ ਕੁਰਾਨੋ ਹਦੀਸ ਦਾ ਨਾਂ ਲੈਂਦੇ ਹੋ, ਸਾਹਮਣੇ ਆ ਕੇ ਨਹੀਂ ਬਹਿੰਦੇ ਕੁਰਾਨੋ ਹਦੀਸ ਤੋਂ। ਜਾਂ ਕੋਈ ਆਪਣਾ ਵੱਡਾ ਵਡੇਰਾ ਲੈ ਕੇ ਆ ਜਿਹੜਾ ਕੋਈ ਕੁਰਾਨ ਹਦੀਸ ਤੋਂ ਗੱਲ ਵੀ ਕਰ ਸਕੇ। ਤੂੰ ਮੁਸਲਮਾਤ ਤੇ ਕੁਰਾਨ ਹਦੀਸ ਨੂੰ ਮੰਨਣਾ, ਤੇ ਕੁਰਾਨੋ ਹਦੀਸ ਤੋਂ ਤੇਰੀ ਸਲਵਾਰ ਗਿੱਲੀ ਹੋ ਜਾਂਦੀ ਜਦੋਂ ਕੁਰਾਨ ਹਦੀਸ ਦਾ ਨਾਂ ਲੈਂਦੇ ਆ। ਤੇ ਕੁਰਾਨ ਹਦੀਸ ਤੋਂ ਫਤਵੇ ਕੀ ਦਿੰਦਾ ਜੀ? ਔਰਤੋਂ ਕੋ ਨੰਗਾ ਕਰਨਾ ਜੇ ਇਹ ਸੁਨਨਤ ਹੈ ਕੁਰਾਨ ਹਦੀਸ ਜਿਹਦਾ, ਇਹ ਸਾਰੀ ਜ਼ਿੰਦਗੀ ਜਿਹਨੇ ਕੁਰਾਨ ਹਦੀਸ ਸਮਝਿਆ ਜੇ। ਕੁਰਾਨ ਹਦੀਸ ਚ ਕੀ ਜੀ? ਮੋਮਨ ਉਹ ਵੀ ਬੰਦਾ ਮੋਮਨ ਹੁੰਦਾ। ਨਾਊਜ਼ ਬਿਲਾ ਆਮਰ ਨਜ਼ੀਰ ਨੇ ਕੱਲ ਮੋਮਨ ਦੀ ਤਾਰੀਫ ਕੀਤੀ ਹੈ ਕਿ ਮੋਮਨ ਉਹ ਬੰਦਾ ਵੀ ਹੋ ਸਕਦਾ ਹੈ ਜਿਹੜਾ ਆਪਣੇ ਪਿਓ ਨੂੰ ਕਤਲ ਕਰੇ, ਉਹਦੀ ਖੋਪੜੀ ਦੇ ਵਿੱਚ ਸੁਰਾਖ ਕਰੇ, ਉਹਦੀ ਖੋਪੜੀ ਦੇ ਵਿੱਚ ਸ਼ਰਾਬ ਪਾਏ, ਉਹਦੀ और वो अल्लाह के गज़ब के साथ वापस लौटे और उन पर बेबसी डाली गई। ये इसलिए हुआ कि वो अल्लाह के निशानात का इनकार किया करते थे और वो अम्बिया का नाहक सख्त मुखालफत करते थे। ये इस सबब से हुआ जो उन्होंने नाफरमानी की और वो हद एतदाल से गुज़र जाया करते थे। फिर आगे जाके कि वो सब एक जैसे नहीं, अहले किताब में से एक जमात कायम है। अब आपको ये पढ़ के कि सब एक जैसे नहीं है, इससे क्या पता चला कि ये कोई जो वादे पर कायम है, नमाज पढ़ रहे हैं, सजदा कर रहे हैं, अल्लाह से डर रहे हैं, एक ही का हुक्म दे रहे हैं, बुराई से रोक रहे हैं, ये कौन लोग हैं? ये मरे हुए लोग हैं? मैं बता दूंगा जी यहाँ पर एक मिनट मलक साहब ਤੁਹਾਡਾ ਵੀ ਕਰ वो ਦੇਗਾ कुरान की आयतें पढ़ ली ਉਹ ਬ੍ਰੇਕ ਤੇ ਲਾ ਲਓ ਮਲਕ ਸਾਹਿਬ ਬ੍ਰੇਕ ਤੇ ਰੱਖੋ ਬਰੈਰ ਅਜੇ ਮੇਰੀ ਗੱਲ ਨਹੀਂ ਖਤਮ ਹੋਈ ਮੇਰੀ ਮੁਖਤਸਰ ਗੱਲ ਜੇ ਖਤਮ ਨਹੀਂ ਹੋਈ ਮਲਕ ਸਾਹਿਬ ਸਬਰ ਕਰ ਲਓ ਕੱਲ ਨੂੰ ਅਹਿਮਦ ਸਾਹਿਬ ਤੁਹਾਨੂੰ ਗੱਲ ਸਮਝ ਆਈ ਹੈ ਕੋਈ हाँ जी मुझे आई समझ में। अहमद साहब को बीच में मुखातिब ना ਤੁਹਾਨੂੰ ਗੱਲ समझाਣੀ ਸੀ ਕਿ ਮਲਕ ਸਾਹਿਬ ਨੂੰ ਅੱਲਾ ਨੇ ਦੁਆ सारे ना ले ਦੇਣੀ अहमद साहब को समझ आई मेरे साथ। ਮਲਕ ਸਾਹਿਬ ਨੂੰ ਅੱਲਾ ਨੇ ਸਮਝਾਣੀ ਹੈ ਇਹ ਅੱਲਾ ਨੇ अब मुझे टाइम मैं अहमद साहब ਤੁਹਾਨੂੰ ਗੱਲ ਸਮਝਾਤੀ ਹੈ ਤੁਹਾਨੂੰ ਸਮਝ ਆ अहमद साहब ने समझा लेना, मैं अहमद को भी समझा लेना, रिजवान भी समझा लेना। चलो ठीक भाई सुन लेते हैं, सुन लो। सुनो मलक साहब सुनो फर्जी गल्ला सुनो मलक साहब जी मलक साहब अपने फर्जी गल्ला इन्होंने फरमाया था अपने कलाम में, वैसा साहब आपको याद है कि ये मुसलमान है, क्या इन आयत में अल्लाह ताला ने उन्हें मुसलमान करार दिया? सालहीन बोला है और मुसलमान मैंने जो बोला है तालीम मुसलमान को कहते, मुसलमान की तशरीह तलत भाई वो जो उसमें बात है ना कि वो देखे मेरी बात सुने, जब आगे आप उस आयत में गए हैं ना, आखिरी आयत पढ़ी है, उसमें अल्लाह ताला ने उसकी रिपोर्ट कर दी कि नबियों से मुकाबला करते हैं, नबियों पर ईमान नहीं लाते, तो उनके साथ फिर उनमें से जो नबियों पर ईमान नहीं लाते अल्लाह ताला उनके बारे में क्या फरमा रहा है आगे, ये आप भूल जाते हो।
वो तलत देखो, भाई जब आप नबी जो मुतालबा सुने कर रहे हैं ना कि सुने, लफज मुसलमान वो नहीं है, मगर उसके अंदर जो बात लिखी है ना, जो अल्लाह पर ईमान लाते मैं हैं, यौम आखिरत पर और अच्छी बातों का हुक्म देते हैं, बुरी बातों से रोकते हैं, नेकियों में एक दूसरे से सबकत ले जाने की कोशिश करते हैं, और यही वो जो सालहीन में से हैं। तो मेरा ख्याल है इसको मजमूई तौर पे मुसलमान कह रहे मजबूरी थे कि तौर ईमान पर लाने समझो वाले हैं वो। समझो, फिर ये भी साथ में मिला लो जो मोहम्मद सल्लल्लाहु अलैहि वसल्लम का इनकार करते हैं। मिलाओ मलक साहब, I love you. मिलाओ मलक मुरसलीन, साहब, I love you, मलक साहब। मिलाओ ना मुरसलीन। मलक साहब, I मिलाओ, love you। ਤੁਸੀਂ ਕੁਰਾਨ ਦੇ ਨਹੀਂ ਮੰਨੇ, ਤੁਸੀਂ नहीं ਆਪਣੀ पर वो यानी वो कुरान की शुरुआत मैं वो बात मान लूं कि मोहम्मद सल्लल्लाहु अलैहि वसल्लम के इनकार करने वाले वो नेकी करते, अल्लाह ताला क्या कहता है, जो लोग ईमान लाए और अमाल नहीं किए, अल्लाह तलत ताला भाई वो आपके अलग नेक अलग कर दिए अल्लाह ने पिछली आयत में कि वो सब एक जैसे नहीं, वो पीछे नहीं है। जो सुन ले, मैं इनकार बताता कर रहे हैं हूँ उनका ना, पीछे सजा ओ मिल गई मेरी है। गाल सुन लो, हाँ बात जी सुन लो। जी जी। अल्लाह ताला ਜਦੋਂ जो ਮੈਂ मोहम्मद ਗੁੱਸਾ ਵੀ ਹੋ ਜਾ, सुनो, ਮਲਕ ਸਾਹਿਬ ਨੂੰ ਕੋਈ ਨਹੀਂ ਸਮਝਾ ਸਕਦਾ, ਤੁਸੀਂ ਈਜ਼ੀ ਹੋ ਕੇ ਗੱਲ ਸੁਣੋ। ਮਲਕ ਸਾਹਿਬ ਆਪਣੀ ओके ਕਹਾਣੀ ਸੁਣਾਓ ਜੀ, ਕੀ ਤੁਹਾਡੀ ਕਹਾਣੀ ਸੀ? नहीं मैं आपकी कहानी सुनता हूँ कि अल्लाह ताला ने कुरान में तजाद बना दिया है कि उनको मुसलमान बना दिया। अल्लाह ताला क्या सुन लिया भाई, ओ भाई सौदाबाद बेची यार अपना। ਯਾਰ अल्लाह ताला कुरान में जो ये बात समझ रहे हैं वो मान लें और कुरान में तजाद बना लें तो फिर ठीक है। अल्लाह ताला फरमाता है जो मेरे रसूलों कुछ रसूलों पर ईमान लाए और कुछों का इनकार कर दे वो काफिर है। ये कहता है नहीं मुसलमान है, अल्लाह ने कुरान में कहा है। यानी कुरान में तजाद, मैं तो इस किताब को खुदा की किताब नहीं मानता हूँ अगर इसमें तजाद आ गया तो। अब आप अपना अकीदा दुरुस्त फरमाएंगे तो ये भी आयत ठीक हो जाएगी, वो भी ठीक हो जाएगी। क्योंकि जो अकीदा आप लेकर चल रहे हो कि वो मुसलमान है, खुदा की कसम कुरान में तजाद है। अल्लाह उन्हें एक आयत में एक मुसलमान कह रहा है, दूसरे में कह रहा है कि काफिर है। पता नहीं कौन से लोगों को अकल नहीं है तो मौजी मौजा। कहने का मकसद ये है उनमें से बहुत सारे लोग हैं जिनको नबी का भी पैगाम पहुंचा नहीं है, मुताला नहीं किया, लेकिन वो मुत्तकी लोग हैं। ये बात अल्लाह बता रहा है, ये नहीं कह रहा कि ये लोग मोमिन है और मुसलमान है। नबी का जिसके पास पैगाम पहुंच गया और उसने नहीं माना वो तो काफिर है, अल्लाह की किताब ये बता रही है। फिर उसके ऊपर क्या बात करनी, या कहो नहीं नहीं वो नहीं होता काफिर। जो ये कह दे कि उससे साथ बात हो सकती है कि जो नबी का इनकार करे रसूल का और वो फिर मुसलमान रहता है, ये काफिर नहीं होता, उससे तो बात हो सकती है। बताएंगे रसूल का इनकार तलत करके। भाई आपने तो आंसर भी कर दिया, आपको तो तजाद वाजे करके भाई को कहना था कि तजाद खत्म करें, आपने क्यों की है बात, आप क्यों कर रहे हो? आप भाई से पूछो। मैं यही जो है मैंने अपने कह रहा हूँ उनसे पूछी है, इनसे ही पूछी है। आपने तो आंसर भी कर दिया साथ ही। मैंने यहाँ तो ये दे दिया है कि इनकी बातों से इनकी अगर बातें लें तो कुरान में तजाद हो जाएगा, और कुरान में तजाद है नहीं है। वो खत्म करवाएं भाई से, आपने नहीं करना। मैं तो बता रहा हूँ कि दोनों आयतों को जब आप ईमानदारी से उसके नतीजा निकालोगे तो वो नतीजा यही निकलेगा, दोनों आयतें ठीक है। एक आपने आयत नहीं ठीक है। निकालना, भाई को मौका दें, उनको मैंने दें कि तो अल्लाह नहीं ताला यहाँ निकाला पे ये अभी कह रहा तक, है। मैंने तो निकाले ही नहीं है। मैं तो इन्हें कह रहा हूँ कि आप बताओ दोनों आयतों को ठीक करो। चलो ठीक भाई, अब आपकी बारी है। तलत भाई सुनेंगे। तलत भाई का कहना है, मैं खुलासतन बता देता हूँ, आपने ये जो आयत पेश की है जिसमें आपको लग रहा है कि बाकी जो मज़ाहब है उनको भी अल्लाह ने मुसलमान कहा है, अहले किताब को, उनके अंदर अच्छे लोग मौजूद हैं। पर तलत भाई ने कहा है कि कुरान मजीद की दूसरी आयत में जहाँ पे अल्लाह कह रहा है, सूरह अन-निसा आयत नंबर 150 और 151 कि जो लोग चूज़ी बनेंगे और कहेंगे कि हम बाज़ पर ईमान लाएंगे और बाज़ पे नहीं लाएंगे और दरमियानी रास्ता इख्तियार करेंगे, अल्लाह ताला उनको कहता है कि काफिरूना हक्का है। तो अब ये बज़ाहिर दो बातों में तजाद लग रहा है, तो अब आपका ये जिम्मेदारी बनती है कि कुरान मजीद के इस तजाद को खत्म करें। अहमद साहब मेरी जिम्मेदारी उसे लाती, मैं तो बड़ी लंबी गल करनी है। सूरत बकरा आयत 62 पढ़ दो। अच्छा जी, मैं पढ़ देता हूँ सूरह बकरा और 62। ओके मेरा मैंने 62 इसमें है जी। अपने 63 पढ़ देना। वाइज कुल तुम या मूसा यही वाली है ना? आमनु वल्लज़ीना आमनु हादू और नसारा, ये 63 होएगी ਤੁਹਾਡੇ ਕੋਲ।
इन्नल्लज़ीना आमनुल्लज़ी हादू, हाँ ये थी 63 है। यकीनन वो लोग जो ईमान लाए और जो यहूदी हैं और नसारा और दीगर इलाही कुतुब के मानने वाले हैं, जो भी अल्लाह पर और आखिरत के दिन पर ईमान लाए और नेक अमाल बजा लाए, उन सब के लिए उनका अज्र उनके रब के पास है और उन पर कोई खौफ नहीं और ना वो गम करेंगे। तो जज़ाकल्लाह अतीक भाई। पर अतीक भाई तज़ाद वहीं पे जो ख़त्म करना है, जो सूरह अल-निसा, वो भी मैं आपको पढ़ देता हूँ, रुकें। वेयर इज सूरह निसा एंड 150। पहले मैंने मफहूमन की थी बात, अभी हम इसको एग्जैक्ट पढ़ लेते हैं, जिसमें अल्लाह ताला फरमाता है 150 152 बन जाएगी इस तरह से, अगर रसूलों का इनकार करते हैं। हाँ जी, ये है कि इन्नल्लज़ीना यकफुरूना बिल्लाहि व रसूलिही व युरीदूना, कि यकीनन वो लोग जो अल्लाह और उसके रसूल का इनकार करते हैं और चाहते हैं कि अल्लाह और उसके रसूलों के दरमियान तफरीक करें, और कहते हैं कि हम बाज़ पर ईमान लाएंगे और बाज़ का इनकार करेंगे, और चाहते हैं कि उनके बीच कोई राह इख्तियार कर लें, यानी कि मिडिल स्पेस कोई फाइंड आउट करें। अब ये सारे वो बंदे हैं जो रोज़े आखिरत पे भी ईमान रख रहे हैं, तस्बीह भी कर रहे हैं, सारा कुछ कर रहा है, मगर कुछ पे ईमान नहीं ला रहे। तो अल्लाह ताला अगली आयत में 152 आप जब देखेंगे गैर अमदी तरतीब के साथ, तो 151 बनेगी, उलाइका हुमुल काफिरूना हक्का व आददना बिल काफिरीना अज़ाबम मुहीनन, यानी वो लोग जो पक्के काफिर हैं और हमने काफिरों के रुसवा करने वाला अजाब तैयार कर रखा है। जी अतीक भाई, मलक भाई की बात आपने जो बताई वो भी बात कुरान मजीद में मौजूद है। तलत भाई ने ये वाला मुद्दा उठाया और उनको मैं समझ गया, बज़ाहिर तज़ाद है, इस तज़ाद को ख़त्म करें। मैं आपकी बात समझ गया। जी। अब दो बातें हैं, या तो हमारी फहम और सोच में फर्क है या कुरान में फर्क है, ये आपने तय कर लेना है। आपने, मेरे नजदीक तो उसमें कोई फर्क नहीं है, क्योंकि मुझे ये बात बड़ी समझ आ रही है। एक सेकंड दीजिएगा सिर्फ। अरे मेरी कॉल आ रही है, मेरी कॉल आ रही है, तो मैं आप अतीक भाई आपकी बात या चले आप पहले मुकम्मल कर ले, फिर मैं कॉल पे जाता हूँ। नहीं आप कॉल तो वैसे जरूरी नहीं, आप अपना कॉल ले लें पहले। ओके। हाँ जी ठीक भाई। बात सिर्फ समझने की जरूरत है। मुझे दे दें, फिर आप बात कीजिए। एक सेकंड भाई, पहले तज़ाद फिनिश कर लेते हैं ना, भाई बात तो सुन ले। जी अभी बात ये है कि इन्होंने दोनों आयतों में अपना फहम बयान कर कुरान की आयतों में एक तज़ाद खत्म करना है। इनका तज़ाद जो खत्म करेंगे वो भी सुन ले, और मैं अपना फहम दे के इन दोनों आयतों का कुरान में तज़ाद जो है खत्म करूंगा, दोनों का देखने। फिर आपने बहुत अलग तो पहले ठीक भाई को मौका देते हैं, फिर आप करना, ठीक है? चले जब मौके देते रहे। एक सेकंड मोहम्मद अहमद साहब, मेरा एक सवाल उठ गया यार। जी यार आप लोग, मैं जो यही समझाऊं, मैं बीच में थोड़ा सा गायब भी हुआ था, लेकिन मैं यही समझाऊं कि ये इन आयात से ये साबित करना चाह रहे हैं कि वो लोग भी मुसलमान थे या अभी भी रसूल पाक सल्लल्लाहु अलैहि वसल्लम के आने के बाद भी वो वही हैं, मतलब ये मैं समझाऊं ना ये बात। ठीक है, इसको करते हैं, एड्रेस करते हैं हम, इसको करते हैं, इसको पेंडिंग पे रख लेते हैं।